So very good evening जी। आई थिंक चैट एनेबल हो चुकी है एंड नाउ whatever doubts you people have, ਸਭ ਤੋਂ ਪਹਿਲੇ ਤਾਂ ਆਪਣੇ ਸਾਰੇ ਡਾਊਟਸ ਤੁਸੀਂ ਚੈਟ ਸੈਕਸ਼ਨ ਦੇ ਵਿੱਚ ਲਿਖ ਦਿਓ। ਵੈਰੀ ਗੁੱਡ ਈਵਨਿੰਗ ਸ਼ੁਭਮ, ਜਸਮਨ, ਗੁਲਸ਼ਰਨ। ਸੋ ਵੀ ਆਰ ਗੋਇੰਗ ਟੂ ਡਿਸਕਸ ਕਿ ਇੱਕ ਤਾਂ ਬੇਸਿਕਲੀ ਸਟ੍ਰੈਟਜੀ ਕੀ ਰਹਿਣੀ ਚਾਹੀਦੀ ਹੈ। ਉਹਦੀ ਡਿਸਕਸ਼ਨ ਆਲਰੇਡੀ YouTube ਦੇ ਉੱਤੇ ਬਹੁਤ ਜ਼ਿਆਦਾ ਮਲਟੀਪਲ ਟਾਈਮਸ ਡਿਟੇਲਸ ਦੇ ਵਿੱਚ ਹੋ ਚੁੱਕੀ ਹੈ, ਬਟ ਸਟਿਲ ਇੱਕ ਵਾਰ ਫਿਰ ਤੋਂ ਆਪਾਂ ਡਿਸਕਸ ਕਰ ਲਾਂਗੇ ਐਂਡ then how we can help you in your preparation for May mains. Very good evening, Harpreet ji. Leather jacket shop, I don't remember, Jatin. ठीक है जी। हाँ जी। वेरी गुड इवनिंग जयवीर। मोस्ट वेलकम आदित्य जी। जय हिंद। जयवीर जी। नाउ सी, एक ਤਾਂ ਮੈਂ ਗੱਲ ਐਡਰੈਸ ਕਰ ਦੇਣਾ। ਆਦਿत्य is saying thank you first of all for the guidance that why is this free, ਰਾਈਟ। ਬੜੀ ਵੇਅਰਡ ਗੱਲ ਤੁਹਾਨੂੰ ਮੈਂ ਦੱਸਣ ਜਾ ਰਿਹਾ। ਬਹੁਤ ਸਾਰੇ ਬੱਚੇ ਨਾ ਕਾਲ ਕਰਕੇ ਕਹਿ ਰਹੇ ਆ ਕਿ ਕੋਈ ਪੇਡ ਬੈਚ ਨਹੀਂ ਹੈ, ਅਸੀਂ ਕਹਿ ਰਹੇ ਹਾਂ ਪੇਡ ਬੈਚ ਹੀ ਫ੍ਰੀ ਬੈਚ ਹੈ ਹੁਣ। ਐਂਡ ਦਿਸ ਵਾਸ ਕਮਿਟਡ। ਇਹ ਕੋਈ ਹੁਣੇ ਰੀਸੈਂਟਲੀ ਬਣੀ ਹੋਈ ਸਟ੍ਰੈਟਜੀ ਨਹੀਂ ਹੈ। ਪ੍ਰੀਲਿਮਸ ਦੇ ਦੌਰਾਨ ਜਦੋਂ ਸਾਡੀ ਕਲਾਸਿਸ ਚੱਲ ਰਹੀਆਂ ਸੀ YouTube ਦੇ ਉੱਤੇ ਵੀ ਐਂਡ ਪੇਡ ਬੈਚ ਵੀ ਚੱਲ ਰਿਹਾ ਸੀ, ਉਦੋਂ ਅਸੀਂ ਪਹਿਲੇ ਹੀ ਦੱਸ ਦਿੱਤਾ ਸੀ that we are going to give free guidance ਜਿਹਦਾ ਵੀ ਪ੍ਰੀਲਿਮਸ ਕਲੀਅਰ ਹੋਏਗਾ। ਰਾਈਟ, ਆਵਾਜ਼ ਕਲੀਅਰ ਆ ਰਹੀ ਹੈ ਜੀ? I'm not using any mic now. I think अगर clear आ रही है, there is one message that आवाज हाँ जी क्लियर है। एवरीबडी सेइंग क्लियर है। कई बार ਜ਼ੂਮ ਦੇ ਵਿੱਚ ਕੀ ਹੁੰਦਾ, ਐਗਜ਼ਿਟ ਕਰਕੇ ਔਨ ਕਰ ਲਓ ਤੇ ਠੀਕ ਹੋ ਜਾਂਦੀ ਹੈ। ਓਕੇ ਸੋ ਲਾਈਕ ਵੀ ਥਾਟ ਅਗਰ ਤੁਸੀਂ ਇਫ ਯੂ ਗੋ ਬੈਕ ਅ ਫਿਊ ਮੰਥਸ ਔਰ ਇਅਰਸ, ਜਦੋਂ ਪ੍ਰੀਲਿਮਸ ਦੀ ਨੋਟੀਫਿਕੇਸ਼ਨ ਕਦੋਂ ਆਏਗੀ, ਇਸ ਟਰੋਮੇ ਦੇ ਵਿੱਚ ਬੱਚੇ ਪਾਗਲ ਹੋ ਗਏ। ਫਿਰ ਐਗਜ਼ਾਮ ਕਦੋਂ ਹੋਏਗਾ, ਇਸ ਡਿਪਰੈਸ਼ਨ ਦੇ ਵਿੱਚ ਬੱਚੇ ਪਾਗਲ ਹੋ ਗਏ। ਬੜੀ ਮੁਸ਼ਕਿਲ ਨਾਲ ਕੁਝ ਬੱਚਿਆਂ ਨੇ ਸਾਰੀ ਆਬਸਟੈਕਲਸ ਪਾਰ ਕਰਕੇ ਕਿਸੇ ਤਰੀਕੇ ਐਗਜ਼ਾਮ ਕਲੀਅਰ ਕੀਤਾ ਐਂਡ ਆਈ ਥਿੰਕ ਯੂ ਹੈਵ ਪੇਡ ਇਨਫ ਟੂ ਦ ਕੋਚਿੰਗ ਇੰਸਟੀਟਿਊਸ਼ਨਸ, ਹੈ ਨਾ। ਬਟ ਬੱਚੇ ਕਹਿ ਰਹੇ ਕਿ ਸਰ ਪੇਡ ਬੈਚ ਦੱਸੋ ਮੈਨੂੰ। ਆਈ ਵਾਂਟ ਟੂ ਬੀ ਅ ਪਾਰਟ ਆਫ ਪੇਡ ਬੈਚ, ਨਾਟ ਦ ਫ੍ਰੀ ਬੈਚ, ਬਿਕੋਜ਼ ਤੁਸੀਂ ਸਾਨੂੰ ਅਟੈਂਸ਼ਨ ਨਹੀਂ ਦੇ ਪਾਓਗੇ। ਦੇਖੋ ਐਜ਼ ਆਫ ਨਾਓ ਤਾਂ ਇਦਾਂ ਦਾ ਕੁਝ ਨਹੀਂ ਹੋ ਰਿਹਾ। ਜਿੱਥੇ ਅਟੈਂਸ਼ਨ ਨਹੀਂ ਦੇ ਪਾਵਾਂਗੇ ਉੱਥੇ ਫਿਰ ਅਸੀਂ ਨਵੇਂ ਬੱਚਿਆਂ ਨੂੰ ਐਂਟਰ ਕਰਵਾਉਣਾ ਬੰਦ ਕਰ ਦਿਆਂਗੇ, ਹੈ ਨਾ। ਸੋ that is a very simple thing। ਕੁਝ ਵੀ ਇਹੋ ਜਿਹਾ ਕੋਈ we have not done any favor to anyone also। you've paid us money, enough students have paid, enough institutes enough money कि ਹੁਣ this can be done। should we start writing tests given in the drive and start sending to you? 100% if you feel ready। ਇੱਥੇ ਹੀ ਟੈਸਟ ਪਿਆ ਹੋਇਆ ਜੀ। I have a lot of answers। ਸਾਡੇ ਕੋਲ ਲਗਾਤਾਰ ਇਸ ਤਰੀਕੇ ਨਾਲ ਆਨਸਰਸ ਆ ਰਹੇ ਨੇ। you can see this, these answers test, right? So and tests are coming regularly ਐਂਡ ਇਵੈਲੂਏਸ਼ਨ ਬੜੀ ਧਿਆਨ ਨਾਲ ਇਵੈਲੂਏਸ਼ਨ ਕਰਨ ਨੂੰ ਵੀ ਇੱਕ ਆਨਸਰ ਨੂੰ 10 ਮਿੰਟ ਲੱਗਦੇ ਨੇ। ਦੈਟ ਇਜ਼ ਨਾਟ ਅ ਬਿਗ ਡੀਲ। ਐਂਡ ਜੇ ਇਸ ਟਾਈਮ ਦੇ ਉੱਤੇ ਵੀ ਇਹ ਨਹੀਂ ਕਰਨਾ ਤਾਂ ਫਿਰ ਕਰਨਾ ਕੀ ਹੈ? ਦੈਟ ਇਜ਼ ਦ ਜੌਬ ਦੈਟ ਵੀ ਆਲ ਆਰ ਅਸਾਈਨਡ, ਰਾਈਟ। ਸੋ ਟੈਸਟ ਜੇ ਤੁਸੀਂ ਇਫ ਯੂ ਫੀਲ ਕਿ ਤੁਸੀਂ ਰੈਡੀ ਹੋ, ਬੱਚੇ ਭੇਜ ਰਹੇ ਨੇ ਐਂਡ ਬੱਚਿਆਂ ਨੇ ਟੈਸਟ ਸੀਰੀਜ਼ ਸਟਾਰਟ ਕਰਵਾਈ ਸੀ, ਅਸੀਂ ਨਹੀਂ ਕੀਤੀ ਸੀ। ਬਹੁਤ ਸਾਰੇ ਬੱਚੇ ਆਫਟਰ ਪ੍ਰੀਲਿਮਸ ਕਹਿ ਰਹੇ ਸੀ ਆਈ ਡੋਂਟ ਵਾਂਟ ਟੂ ਵੇਟ ਫॉर ਦ ਰਿਜ਼ਲਟ, ਮੈਨੂੰ ਤੁਸੀਂ ਕੁਇਕਲੀ ਮੇਰੇ ਟੈਸਟ ਲੈਣੇ ਸਟਾਰਟ ਕਰੋ। ਐਂਡ ਟੈਸਟ ਅਸੀਂ ਉਦੋਂ ਪ੍ਰਿਪੇਅਰ ਕੀਤੇ ਐਂਡ ਟੈਸਟ ਸੀਰੀਜ਼ ਸਟਾਰਟ ਕਰ ਦਿੱਤੀ। ਨਾਓ ਆਈ ਟੈਲ ਯੂ ਕੀ ਕਰਨਾ ਕੀ ਹੈ। ਬੜੀ ਬੇਸਿਕ ਜੀਆਂ ਚੀਜ਼ਾਂ ਨੇ। ਦੇਖੋ ਐਟ ਦਿਸ ਪੁਆਇੰਟ ਆਫ ਟਾਈਮ ਤੁਸੀਂ ਇੱਕ ਤਾਂ ਜੇ ਕੁਝ ਸਬਜੈਕਟਸ ਟੱਚ ਨਹੀਂ ਕੀਤੇ ਹੋਏ, ਇਹੋ ਜਿਹੇ ਵੀ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਪ੍ਰੀਲਿਮਸ ਓਰੀਐਂਟਡ ਤਿਆਰੀ ਕੀਤੀ। ਇਸ ਲਈ ਕਿਹਾ ਜਾਂਦਾ ਵੀ ਆਪਾਂ ਮੇਨਸ ਦੀ ਤਿਆਰੀ ਪਹਿਲੇ ਕਰਦੇ ਹਾਂ, ਬਟ ਚਲੋ ਐਨੀਵੇ ਲੈਟਸ ਨਾਟ ਗੋ ਇਨਟੂ ਦੈਟ। ਹੁਣ ਜੇ ਤੁਸੀਂ ਕੋਈ ਬੁੱਕ ਬਲਕਿ ਚੱਕ ਲਈ ਫॉर ਸੋਸਾਇਟੀ, ਸਿਕਿਉਰਿਟੀ, ਡਿਜ਼ਾਸਟਰ ਮੈਨੇਜਮੈਂਟ, ਇੰਟਰਨੈਸ਼ਨਲ ਰਿਲੇਸ਼ਨਸ, ਐਥਿਕਸ, ਇਹੋ ਜਿਹੇ ਸਾਰੇ ਸਬਜੈਕਟਸ ਜਿਹੜੇ ਪ੍ਰੀਲਿਮਸ ਦੇ ਵਿੱਚ ਨਹੀਂ ਆਉਂਦੇ, ਕੋਈ ਵੀ ਸਬਜੈਕਟ ਜਿਹੜਾ ਤੁਸੀਂ ਟੱਚ ਨਹੀਂ ਕੀਤਾ ਹੋਇਆ, ਤੁਸੀਂ ਡਾਇਰੈਕਟਲੀ ਜਾਣਾ ਹੈ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਦੇਖਣ।
ਸਬਜੈਕਟ ਵਾਈਜ਼ ਬਹੁਤ ਸਾਰੇ ਸਬਜੈਕਟਸ ਦੇ YouTube ਦੇ ਉੱਤੇ ਵੀ ਸ਼ੇਅਰਡ ਨੇ ਐਂਡ ਬਹੁਤ ਈਜ਼ੀਲੀ ਅਵੇਲੇਬਲ ਨੇ। ਮੇਨਸ ਦੇ ਕੁਐਸਚਨ ਪੇਪਰਸ ਤੁਸੀਂ ਹੁਣ ਤੱਕ ਰੱਖੇ ਹੋਣੇ ਆਪਣੇ ਕੋਲ, ਨਹੀਂ ਰੱਖੇ ਹੋਏ ਤਾਂ ਤੁਸੀਂ ਸਭ ਤੋਂ ਪਹਿਲਾ ਕੰਮ ਇਹੀ ਕਰਨਾ ਹੈ ਕਿ ਤੁਸੀਂ ਉਸ ਸਬਜੈਕਟ ਦੇ ਕੁਐਸਚਨਸ ਦੇਖਣੇ ਨੇ ਕੀ ਕਰੰਟ ਅਫੇਅਰਸ ਓਰੀਐਂਟਡ ਆਉਂਦੇ ਨੇ, ਕੀ ਮੈਂ ਕੋਈ ਬੇਸਿਕ ਸੋਰਸ ਪੜ੍ਹਨਾ ਅਵੋਇਡ ਕਰ ਸਕਦਾ। ਜੇ ਯੈਸ, ਇਫ ਇਟ ਬਿਕਮਸ ਵੈਰੀ ਕਲੀਅਰ, ਤੇ ਫਿਰ ਤੁਸੀਂ ਕੋਈ ਬੇਸਿਕ ਸੋਰਸ ਨਾ ਪੜੋ, ਬਿਕੋਜ਼ ਐਟ ਦਿਸ ਪੁਆਇੰਟ ਆਫ ਟਾਈਮ ਸਾਡੇ ਕੋਲ ਟਾਈਮ ਹੀ ਕਿੰਨਾ ਹੈ, ਸਾਡੇ ਕੋਲ 80 ਦਿਨ ਨੇ ਕੁੱਲ ਮਿਲਾ ਕੇ, ਰਾਈਟ। ਹੁਣ ਉਹ ਸਟੋਰੀ ਚੱਲਦੀ ਰਹਿੰਦੀ ਹੈ ਕਿ ਪੋਸਟਪੋਨ ਹੋ ਜਾਏਗਾ, ਪੋਸਟਪੋਨ ਹੋ ਜਾਏਗਾ। ਵੀ ਡੂ ਨਾਟ ਪ੍ਰਿਪੇਅਰ ਅਕੋਰਡਿੰਗ ਟੂ ਕਿ ਪੋਸਟਪੋਨ ਹੋ ਜਾਏਗਾ, ਹੈ ਨਾ। ਹੋਪ ਇਜ਼ ਨਾਟ ਅ ਸਟ੍ਰੈਟਜੀ, ਕਹਿੰਦੇ ਨੇ ਕਿ ਉਮੀਦ ਲਗਾ ਲਓ ਆਪਣੇ ਕੰਫਰਟ ਜ਼ੋਨ ਦੇ ਵਿੱਚ ਬੈਠਣ ਵਾਸਤੇ ਤੇ ਉਹਨੂੰ ਸਟ੍ਰੈਟਜੀ ਮੰਨ ਲਓ। ਦੈਟ ਇਜ਼ ਨਾਟ ਅ ਸਟ੍ਰੈਟਜੀ। ਸਟ੍ਰੈਟਜੀ ਇਹ ਹੋਣੀ ਚਾਹੀਦੀ ਹੈ ਕਿ ਵਰਸਟ ਕੇਸ ਸਿਨੈਰੀਓ, ਜਲਦੀ ਤੋਂ ਜਲਦੀ ਪੇਪਰ ਕੀ ਕਿਆ ਹੋਇਆ ਹੈ। ਸੋ 31 ਮਾਰਚ ਦੇ ਹਿਸਾਬ ਨਾਲ ਆਪਾਂ ਚੱਲਦੇ ਹਾਂ ਤੇ 77 ਦਿਨ ਰਹਿ ਗਏ ਨੇ ਸਾਡੇ ਕੋਲ। ਅੱਜ ਦਾ ਦਿਨ ਵੀ ਚਲਾ ਗਿਆ, 75 ਦਿਨ ਲਾ ਕੇ ਚੱਲੋ। ਸੋ ਇਹੋ ਜਿਹੇ ਸਬਜੈਕਟਸ ਜਿਹੜੇ ਨੇ ਉਹਦਾ ਤੁਸੀਂ ਕੋਈ ਵੀ ਬੇਸਿਕ ਸੋਰਸ ਨਾ ਪੜ੍ਹ ਕੇ ਜੇ ਤੁਸੀਂ ਸਿੱਧਾ ਕਰੰਟ ਅਫੇਅਰਸ ਪ੍ਰਿਪੇਅਰ ਕਰਦੇ ਹੋ ਐਂਡ ਇਸ਼ੂਜ਼ ਪ੍ਰਿਪੇਅਰ ਕਰਦੇ ਹੋ ਤੇ ਤੁਹਾਡੀ ਬੈਟਰ ਤਿਆਰੀ ਹੋਏਗੀ, ਰਾਈਟ। ਨੰਬਰ 1 ਥਿੰਗ, ਮੈਂ ਤੁਹਾਡੇ ਡਾਊਟਸ ਵੀ ਪੜ੍ਹੀ ਜਾਵਾਂਗਾ ਐਂਡ ਕੁਝ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਕਹਿ ਦੂੰਗਾ। ਬਾਕੀ ਇਟ ਇਜ਼ ਯੋਰ ਵਿਸ਼, ਤੁਸੀਂ ਕਿਹਦੀ ਗੱਲ ਮੰਨਣੀ ਹੈ, ਬਿਕੋਜ਼ ਡਿਫਰੈਂਟ ਪੀਪਲ ਆਰ ਗੋਇੰਗ ਟੂ ਗਿਵ ਡਿਫਰੈਂਟ ਓਪੀਨੀਅਨ। ਨੰਬਰ 2, ਮੇਰਾ ਬਹੁਤ ਸਟਰੋਂਗ ਬਿਲੀਫ ਹੈ ਕਿ ਤੁਹਾਨੂੰ ਇਸ ਟਾਈਮ ਦੇ ਉੱਤੇ A to Z ਕਲਾਸਿਸ ਨਹੀਂ ਲਾਣੀਆਂ ਚਾਹੀਦੀਆਂ, ਰਾਈਟ। ਜਿਵੇਂ ਕੁਝ ਬੱਚੇ ਕਹਿ ਰਹੇ ਨੇ ਕਿ ਸਰ ਮੈਂ ਸੁਸਾਇਟੀ ਬਿਲਕੁਲ ਨਹੀਂ ਪੜ੍ਹੀ ਹੋਈ, ਸੁਸਾਇਟੀ ਦੀ ਕਲਾਸਿਸ ਲਗਾ ਲਓ। YouTube ਦੇ ਉੱਤੇ ਸਾਰੇ ਸਬਜੈਕਟਸ ਦੀ ਪਲੇਲਿਸਟ ਬਣ ਰਹੀਆਂ ਨੇ। ਸਟੈਟਿਸਟਿਕਸ ਦੀ ਕਲਾਸਿਸ ਨਹੀਂ ਲਗਾਈਆਂ ਹੋਈਆਂ, ਸਟੈਟਸ ਲਗਾਣਾ ਇਟ ਮੇਕਸ ਸੈਂਸ। ਬਟ ਅਗਰ ਤੁਹਾਡਾ ਲੈਟਸ ਸੇ ਪੋਲਿਟੀ ਬਹੁਤ ਜ਼ਬਰਦਸਤ ਤਰੀਕੇ ਨਾਲ ਪ੍ਰਿਪੇਅਰਡ ਹੈ ਤੇ ਤੁਸੀਂ ਕਿਸੇ ਬੈਚ ਦੇ ਵਿੱਚ ਪੇਡ ਔਰ ਅਨਪੇਡ ਬੈਠ ਕੇ ਕਰੰਟ ਇਸ਼ੂਜ਼ ਨਹੀਂ ਪੜ੍ਹ ਕੇ ਤੁਸੀਂ ਬੇਸਿਕਸ ਪੜ੍ਹ ਰਹੇ ਹੋ, ਇਟ ਮੇਕਸ ਜ਼ੀਰੋ ਸੈਂਸ। ਟਾਈਮ ਹੀ ਨਹੀਂ ਹੈ, ਵੀ ਡੋਂਟ ਹੈਵ ਟਾਈਮ। ਐਂਡ ਬੈਸਟ ਤਾਂ ਰਹੇਗਾ ਜੇ ਤੁਸੀਂ ਸਿੱਧਾ ਡਾਇਰੈਕਟਲੀ ਰੀਡਿੰਗ ਕਰ ਲੈਨੇ ਹੋ। ਅਗਰ ਤੁਸੀਂ ਇਸ ਸਟੇਜ ਆਫ ਪ੍ਰੈਪਰੇਸ਼ਨ ਤੇ ਹੋ ਕਿ ਤੁਹਾਨੂੰ ਸਮਝ ਲੱਗਦਾ ਹੈ ਕਿ ਵਾਟ ਇਜ਼ ਇੰਪੋਰਟੈਂਟ, ਕਿਹੜੇ ਕਿਹੜੇ ਕਰੰਟ ਇਸ਼ੂਜ਼ ਨੇ, ਐਂਡ ਡਾਇਰੈਕਟਲੀ ਇਫ ਯੂ ਕੈਨ ਰੀਡ ਐਂਡ ਰਾਈਟ ਆਨਸਰਸ, ਤੇ ਉਹ ਬਹੁਤ ਜ਼ਰੂਰੀ ਚੀਜ਼ ਰਹੇਗੀ। ਸੈਕੰਡ ਥਿੰਗ ਆਈ ਹੈਵ ਸੈਡ, ਫਰਸਟ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਿਲੇਬਸ ਤੇ ਪ੍ਰੀਵੀਅਸ ਈਅਰ ਕੁਐਸਚਨਸ ਦੇਖੋ, ਸਬਜੈਕਟ ਦੇ ਵਿੱਚ ਕੀ ਆ ਰਿਹਾ ਹੈ। ਸਾਰੀਆਂ ਕਿਤਾਬਾਂ ਪੜ੍ਹ ਕੇ ਇਸ ਟਾਈਮ ਦੇ ਉੱਤੇ ਅਸੀਂ ਆਪਣਾ ਟਾਈਮ ਖਰਾਬ ਕਰਾਂਗੇ। ਸੈਕੰਡ ਬੈਚ ਦੇ ਵਿੱਚ ਆਣਾ ਜਾਣਾ, ਟਰਾਂਸਪੋਰਟੇਸ਼ਨ ਕਰਨੀ, ਰੋਜ਼ 1.5-2 ਘੰਟੇ ਵੇਸਟ ਕਰ ਦੇਣੇ ਨਹੀਂ ਹੁੰਦੇ, ਬਿਲੀਵ ਮੀ। ਇਫ ਦਿਸ ਇਜ਼ ਯੋਰ ਫਰਸਟ ਮੇਨਸ, ਮੇਬੀ ਤੁਸੀਂ ਇਹ ਸਾਰੀਆਂ ਮਿਸਟੇਕਸ ਨਹੀਂ ਕੀਤੀਆਂ ਤੇ ਰੱਬ ਕਰੇ ਨਾ ਹੀ ਕਰੋ, ਬੜੇ ਸਾਰੀਆਂ ਬੜੀਆਂ ਅਕਸਰ ਕਾਮਨ ਮਿਸਟੇਕਸ ਹੁੰਦੀਆਂ ਨੇ। ਥਰਡ ਵੈਰੀ ਇੰਪੋਰਟੈਂਟ ਥਿੰਗ ਇਜ਼ ਇਟ ਇਜ਼ ਨਾਟ ਅਬਾਊਟ ਹਾਊ ਮਚ knowledge you have, it's about the smartness and art of answer writing. Sometimes you have to be very clever. ਜੇ ਤੁਹਾਡੇ ਸਾਹਮਣੇ 15 ਕੁਐਸਚਨਸ ਆਉਂਦੇ ਨੇ, ਤੁਹਾਨੂੰ 15 ਦੇ 15 ਬਾਰੇ ਪਤਾ ਹੋਏਗਾ, ਇਹ ਤਾਂ ਪੋਸੀਬਲ ਨਹੀਂ ਹੈ। ਸੋ ਜੇ ਤੁਸੀਂ ਨੌਲੇਜ ਦੇ ਆਧਾਰ ਦੇ ਉੱਤੇ ਉੱਥੇ ਐਗਜ਼ਾਮ ਨੂੰ ਸੋਲਵ ਕਰਨ ਜਾਓਗੇ ਤੇ ਕਿਤੇ ਨਾ ਕਿਤੇ ਤਾਂ ਫਸੋਗੇ। ਸੋ ਬੱਚੇ ਕੀ ਕਰਦੇ ਨੇ ਆਫਟਰ ਪ੍ਰੀਲਿਮਸ, ਖਾਸ ਕਰ ਜਦੋਂ ਫਰਸਟ ਮੇਨਸ ਹੁੰਦਾ ਹੈ ਐਂਡ ਟੈਸਟ ਵੀ ਨਹੀਂ ਦਿੱਤੇ ਹੁੰਦੇ ਐਂਡ ਐਕਸਪੀਰੀਅੰਸ ਵੀ ਨਹੀਂ ਹੁੰਦਾ, ਦੇ ਸਟਾਰਟ ਰੀਡਿੰਗ ਅ ਲੋਟ। ਉਹਨਾਂ ਨੂੰ ਲੱਗਦਾ ਹੈ ਕਿ ਜਿੰਨੀ ਮੈਂ ਨੌਲੇਜ, ਜਿੰਨੇ ਆਈਡੀਆਜ਼ ਇਕੱਠੇ ਕਰ ਲਾਂਗਾ ਉਨਾ ਮੈਂ ਬੈਟਰ ਪਰਫਾਰਮ ਕਰਾਂਗਾ ਮੇਨਸ ਦੇ ਵਿੱਚ। ਬਟ ਇਹ ਗੱਲ ਪਾਰਟਲੀ ਸਹੀ ਹੈ, ਪਾਰਟਲੀ ਗਲਤ ਹੈ। ਆਈ ਬਲੀਵ ਵੈਰੀ ਸਟਰੋਂਗਲੀ ਦੈਟ 75% ਆਨਸਰ ਰਾਈਟਿੰਗ ਦੀ ਕਲਾ, ਚਲਾਕੀ, ਉਹ ਜ਼ਰੂਰੀ ਹੈ, ਰਾਈਟ। ਸੋ ਯੂ ਸ਼ੁੱਡ ਬੀ ਫੋਕਸਿੰਗ ਔਨ ਦੈਟ। ਸੋ ਇਹ 3 ਬੜੀ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ। ਨਾਲ ਹੀ ਤੁਹਾਨੂੰ ਮੈਂ ਡਰਾਈਵ ਵੀ ਦਿਖਾਣੀ ਹੈ ਕਿ ਬਹੁਤ ਆਰਗੇਨਾਈਜ਼ ਤੇ ਸੌਰਟਡ ਚੀਜ਼ਾਂ ਨੇ, ਕੁਝ ਵੀ ਕਨਫਿਊਜ਼ਿੰਗ ਨਹੀਂ ਹੈ, ਰਾਈਟ। ਜ਼ਿਆਦਾ ਕੰਪਲਿਕੇਟ ਕਰਨ ਦੀ ਲੋੜ ਨਹੀਂ ਹੈ ਤਿਆਰੀ ਨੂੰ। 2 ਚੀਜ਼ਾਂ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਇੱਕ, ਅਸੀਂ ਕਹਿ ਰਹੇ ਹਾਂ ਕਿ ਜੀ ਆਨਸਰ ਇਵੈਲੂਏਟ ਕਰਵਾ ਸਕਦੇ ਹੋ ਲਿਖ ਕੇ। ਫੋਰ ਐਗਜ਼ਾਮਪਲ, ਇਹ ਮੈਂ ਤਾਂ ਦਿੱਤਾ ਨਹੀਂ, ਇਹ ਵਾਲਾ ਕੁਐਸਚਨ ਮੇਰੇ ਟੇਬਲ ਤੇ ਆਇਆ ਹੋਇਆ, ਮਾਈਂਡ ਇਜ਼ ਨਾਟ ਵੈਸਲ ਟੂ ਬੀ ਫਿਲਡ ਬਟ ਅ ਫਾਇਰ ਟੂ ਬੀ kindled। ਸੋ ਮੈਂ ਨਹੀਂ ਇਹ ਕੁਐਸਚਨ ਦਿੱਤਾ, ਬਟ ਕਿਸੇ ਸਟੂਡੈਂਟ ਨੇ ਲਿਖ ਕੇ ਭੇਜ ਦਿੱਤਾ ਤੇ ਆਈਲ ਰੀਡ ਇਟ, ਵਾਈ ਨਾਟ। ਜਿਹੜੇ ਕੁਐਸਚਨਸ ਅਸੀਂ ਦਿੰਨੇ ਆ ਉਹਦੇ ਵਿੱਚ ਕੀ ਹੁੰਦਾ ਹੈ, ਆਫਟਰ ਰੀਡਿੰਗ 50-60 ਆਨਸਰਸ ਸਾਨੂੰ ਐਡੇ ਅੱਛੇ ਆਈਡੀਆਜ਼, 50 ਬ੍ਰੇਨਸ ਪਲੱਸ ਆਰ ਬ੍ਰੇਨ ਪਲੱਸ ਆਰਟੀਫਿਸ਼ੀਅਲ ਇੰਟੈਲੀਜੈਂਸ, ਐਂਡ ਦੈਨ ਵੀ ਕੈਨ ਗਿਵ ਵੈਰੀ ਗੁੱਡ ਰਿਵਿਊ ਐਂਡ ਫੀਡਬੈਕ, ਬਿਕੋਜ਼ ਸਾਡੇ ਟੇਬਲ ਦੇ ਉੱਤੇ 50-60 ਆਨਸਰ ਪਏ ਹੋਏ ਹੈ ਨਾ। ਸੋ ਜਦੋਂ ਤੁਸੀਂ ਆਪਣਾ ਕੋਈ ਕੁਐਸਚਨ ਡਿਵਾਈਸ ਕਰਦੇ ਹੋ, ਉਹ ਵੀ ਵਿਲ ਬੀ ਗਿਵਿੰਗ ਫੀਡਬੈਕ, ਬਟ ਉਹ ਵਾਲਾ ਜ਼ਰੂਰ ਲਿਖਿਆ ਕਰੋ ਜਿਹੜਾ ਕਲਾਸਿਸ ਦੇ ਵਿੱਚ ਅਸੀਂ ਐਂਡ ਦੇ ਉੱਤੇ ਦੇ ਰਹੇ ਹਾਂ। ਉਹਦੇ ਮਾਡਲ ਆਨਸਰਸ ਵੀ ਤੁਹਾਡੇ ਸਾਹਮਣੇ ਆ ਰਹੇ ਨੇ, ਉਹ ਵੀ ਟੈਲੀਗ੍ਰਾਮ ਚੈਨਲ ਦੇ ਉੱਤੇ ਅਵੇਲੇਬਲ ਨੇ। ਚਲੋ, ਥੈਂਕ ਯੂ ਸੋ ਮਚ ਸ਼ੁਭਮ। ਇਫ ਯੂ ਫਾਈਂਡ ਦਿਸ ਸਟੈਪ revolutionary,
वेरी गुड इवनिंग ऑल ऑफ यू जिन्होंने थोड़ा लेट ज्वाइन किया है। मेरा प्री एग्जाम्स एग्जाम मार्जिनली क्लियर हुआ है, मेरा फर्स्ट टाइम है मेंस ਲਈ। ऑल ਮੋਡਿਊਲਸ ਆਰ ਨਾਟ ਪ੍ਰੀਪੇਅਰਡ ਫੁਲੀ। दैट्स व्हाट आई हैव डिस्कस्ड प्रदीप। मैं यही चीज़ डिस्कस की है। ये सेम चीज़ ना मैं मोर देन 60-70 ਬੱਚਿਆਂ ਨਾਲ ਫੋਨ ਦੇ ਉੱਤੇ ਗੱਲ ਕੀਤੀ ਹੈ ਕਿ ਹੁਣ ਸਾਰਾ ਕੁਝ ਨਾ ਪੜਨ ਲੱਗ ਜਿਓ, ਬਹੁਤ ਸਿਲੈਕਟਿਵ ਰੀਡਿੰਗ ਕਰਨੀ ਪੈਂਦੀ ਹੈ। ਫॉर एग्जांपल ਲੈਟਸ ਇੱਕ ਐਗਜ਼ਾਮਪਲ ਲੈ ਲੈਨੇ ਆ, ਕੋਈ ਸਬਜੈਕਟ ਬੋਲੋ ਤੁਸੀਂ। सोसाइटी या इंटरनल सिक्योरिटी है ना। इंटरनल सिक्योरिटी की तुसी कोई बुकलेट चक ली, तो किसी ने कहता कि जी आओ इंटरनल सिक्योरिटी इथों पढ़ लो, तो तुसी की करोगे, you'll go to the background of left wing extremism, नक्सलवाड़ी नक्सलवाद कित्थे शुरू होया सी एंड ये सारा कुछ बैकग्राउंड कर लिया। फिर तुसी कश्मीर इंसरजेंसी की सारी कहानी पढ़ ली, फिर तुसी पंजाब की पढ़ ली, नागा की पढ़ ली, नॉर्थ ईस्ट की बाकी मीजो इंसरजेंसी एंड मैनी मोर थिंग्स, बांग्लादेश का की रोल सी, ये सारा कुछ पढ़ लिया। फिर तुसी खोले प्रीवियस ईयर क्वेश्चंस, ਉੱਥੇ ਜਾ ਕੇ ਤੁਹਾਨੂੰ ਇਹ ਰਿਅਲਾਈਜ਼ ਹੋਣਾ ਹੈ ਕਿ ਯਾਰ ਇਹ ਪ੍ਰੀਵੀਅਸ ਈਅਰ ਕੁਐਸਚਨ ਜਿੰਨਾ ਇੱਥੇ ਦਿੱਤਾ ਹੋਇਆ ਹੈ, ਇੰਨਾ ਕੁ ਤਾਂ ਅਖਬਾਰਾਂ ਤੇ ਮੰਥਲੀ ਕਰੰਟ ਅਫੇਅਰ ਮੈਗਜ਼ੀਨ ਕੋਈ ਵੀ ਮੈਂ ਚੱਕ ਕੇ ਮੇਨਸ ਓਰੀਐਂਟਡ ਪੜ੍ਹ ਲੈਂਦਾ ਤੇ ਉਹਦੇ ਨਾਲ ਵੀ ਮੈਂ ਲਿਖ ਲੈਣਾ ਸੀ। ਮੈਂ ਕਿਤਾਬ ਕਿਉਂ ਪੜ੍ਹ ਰਿਹਾ ਸੀ? ਸੋਸਾਇਟੀ ਦੇ ਵਿੱਚ ਤੁਸੀਂ ਮੈਨੂੰ ਦੱਸੋ, ਪ੍ਰੀਵੀਅਸ ਈਅਰ ਕੁਐਸਚਨਸ ਤੁਸੀਂ ਚੱਕ ਕੇ ਦੇਖੋ, ਕਿੱਥੇ ਤੁਹਾਨੂੰ ਕੰਮ ਆਉਂਦਾ ਹੈ ਜਿਹੜਾ ਉਹ ਬੁਕਲੇਟ ਦੇ ਵਿੱਚ ਸਾਰਾ ਕੁਝ ਦਿੱਤਾ ਹੁੰਦਾ। ਕੋਈ ਵੀ ਬੁਕਲੇਟ ਅੱਛੀ ਜਦੋਂ ਬੁਕਲੇਟ ਚੱਕੋਗੇ ਇੰਡੀਅਨ ਸੋਸਾਇਟੀ ਦੀ, ਉੱਥੇ ਪੈਟਰੀ ਲੋਕਲ ਮੈਰਿਜ ਕੀ ਹੁੰਦੀ ਹੈ, ਪੈਟਰੀ ਲੀਨੀਅਲ ਕੀ ਹੁੰਦਾ ਹੈ, ਹਾਂ ਇਹ ਸ਼ਬਦ ਪਤਾ ਹੋਣੇ ਚਾਹੀਦੇ, ਲੇਕਿਨ ਉਹਦੇ ਐਡੇ ਲੰਬੇ ਲੰਬੇ ਇੰਸਟੀਟਿਊਸ਼ਨ ਆਫ ਮੈਰਿਜ, ਜੁਆਇੰਟ ਫੈਮਿਲੀ, ਨਿਊਕਲੀਅਰ ਫੈਮਿਲੀ, दैट इज नॉट वेरी हेल्पफुल। सो इंडियन सोसाइटी करंट भी नहीं है, सो सानू सिलेक्टिवली पढ़ना पैना है। जिवें असी इंडियन सोसाइटी की कुछ क्लासेस कीतियां सी यूट्यूब के उत्ते, असी टच किया, असी ब्रीफली टच किया, बिकॉज स्टैटिक एग्जैक्टली सानू हेल्प नहीं करता। सिमिलरली इंटरनेशनल रिलेशंस जे तुसी नहीं बहुत अच्छा प्रिपेयर किया होया, तुसी इंडिया, पाकिस्तान, नेपाल, बांग्लादेश सारे बैकग्राउंड पढ़ते रहोगे, क्वेश्चन जिहड़ा है वो करंट अफेयर्स की इन्फॉर्मेशन नाल भी तुसी अच्छा खासा 200-250 वर्ड्स अटैम्प्ट कर सकते हो। I hope you are getting my point. क्यू एंड ए ਦੇ ਵਿੱਚ ਕੁਐਸਚਨਸ ਕਾਈਂਡਲੀ ਨਾ ਲਿਖੋ, ਮੈਂ ਪਹਿਲੇ ਚੈਟ ਪੜ ਰਿਹਾ। आई एम रीडिंग द चैट फर्स्ट ऑफ ऑल। किन्ने साल ਦੇ PYQ ਜ਼ਰੂਰੀ ਨੇ? 2021 ਤੇ 2018 ਐਂਡ ਟੂ ਸਮ ਐਕਸਟੈਂਟ 2015, ਬਸ ਉਸ ਤੋਂ ਪਿੱਛੇ ਤਾਂ ਮੇਨਸ ਦੇ ਕੁਐਸਚਨ ਪੇਪਰ ਦੇਖਣ ਦਾ ਕੋਈ ਵੀ ਪੁਆਇੰਟ ਨਹੀਂ ਹੈ। kindly add one more test for both languages, we will do that, don't worry। test ਜਿਹੜੇ ਨੇ it is just a basic schedule, test ਅਸੀਂ ਬਾਅਦ 'ਚ ਹੋਰ ਐਡ ਕਰ ਹੀ ਦੇਣੇ ਨੇ। let me just share these things, note these things down। ਸੋ ਇੱਕ ਦੋ ਬੱਚਿਆਂ ਨੇ ਮੈਨੂੰ ਭੇਜਿਆ ਸੀ ਕਿ ਆਨਸਰ ਸ਼ੀਟਸ, ਮੈਂ ਕੁਝ ਟੌਪਰਸ ਦੀ WhatsApp ਚੈਟ ਵੀ ਉਹਨਾਂ ਨਾਲ ਸ਼ੇਅਰ ਕੀਤੀ ਹੈ। ਹੁਣੇ ਉਹਨਾਂ ਦਾ ਮੈਸੇਜ ਆਇਆ, ਵਨ ਆਫ ਦਾ ਟੌਪਰਸ ਇਜ਼ ਸੇਇੰਗ ਕਿ ਉਹ ਅਪਲਾਈ ਕਰ ਦੇਗਾ। ਲਿੱਤੀਆਂ ਨਹੀਂ ਹੋਈਆਂ ਟੌਪਰਸ ਨੇ ਆਨਸਰ ਸ਼ੀਟਸ ਬਹੁਤ ਸਾਰਿਆਂ ਨੇ, ਸੋ ਉਹ ਵੀ ਆ ਜਾਏਗਾ। ਐਡ ਲੈਂਗੁਏਜ ਪੇਪਰ ਟੈਸਟਸ, ਲੈਂਗੁਏਜ ਪੇਪਰ ਜਿਹੜਾ ਨਾ, ਐਂਡ ਉਹਦੀ ਵੀ ਇੱਕ ਗੱਲ ਕਰ ਲੈਣੇ ਆ। ਲੈਂਗੁਏਜ ਪੇਪਰ 10th ਕਲਾਸ ਦਾ ਇੱਕ ਤਾਂ ਲੈਂਗੁਏਜ ਪੇਪਰ ਆਣਾ ਹੈ, ਪਲੱਸ ਦੂਸਰੀ ਇਹ ਚੀਜ਼ ਹੈ, ਹੁਣ ਮੈਂ ਆਪਾਂ वन on one ही बैठे हुए हैं ऑलमोस्ट, जस्ट आई एम नॉट एबल टू सी यू, बट लेट मी आस्क यू वन थिंग। जे ਤੁਹਾਨੂੰ ਮੰਨ ਲਓ ਪੰਜਾਬੀ ਆਂਦੀ ਹੈ ਜਾਂ ਨਹੀਂ ਆਂਦੀ, ਮੈਂ ਕੁਝ ਬੱਚਿਆਂ ਨੂੰ ਕਿਹਾ ਕਿ ਮੈਨੂੰ ਇਹ ਦੱਸੋ ਵੀ ਇੰਟਰੋਸਪੈਕਟ ਕਰਨ ਨੂੰ ਤੁਸੀਂ ਪੰਜਾਬੀ ਦੇ ਵਿੱਚ ਕੀ ਕਹੋਗੇ? ਕੈਨ ਯੂ ਟੈਲ ਮੀ? ਮਤਲਬ ਸਟੂਡੈਂਟਸ ਆਰ ਸੇਇੰਗ ਕਿ ਸਾਡੀ ਪੰਜਾਬੀ ਅੱਛੀ ਕਰ ਦਿਓ, ਸਾਡੀ ਇੰਗਲਿਸ਼ ਅੱਛੀ ਕਰ ਦਿਓ, ਰਾਈਟ। ਸੋ ਨਿਸ਼ਾਨਤ ਸਿੰਘ ਆਤਮ ਮੰਥਨ, ठीक है, तुसी ਇਹਨੂੰ यूज कर सकते हो, बट ये पंजाबी नहीं है, आप हिंदी यूज कर ली। इट इज स्वै पड़चोल, हाँ सतवीर इज सेइंग दैट, सतवीर ने सही किया। फिर SDM ਉਹਨੂੰ ਤੁਸੀਂ ਕੀ ਕਹੋਗੇ? ਅੰਤਰਝਾਤ इज आल्सो गुड, ਇਹਨੂੰ ਅਸੀਂ ਪੰਜਾਬੀ ਕਹਿੰਦੇ ਆ, ਇਹ ਦਫ਼ਤਰੀ ਪੰਜਾਬੀ ਹੈ ਨਾ। ਜੇ ਮੈਂ ਪੁੱਛ ਲਵਾਂ ਹਾਈਵੇ ਨੂੰ ਕੀ ਕਹੋਗੇ? SDM ਨੂੰ ਤੁਸੀਂ ਉਪ ਮੰਡਲ ਮੈਜਿਸਟ੍ਰੇਟ ਲਿਖ ਦਿਓ ਜੀ, SDM ਦਫ਼ਤਰਾਂ ਦੇ ਬਾਹਰ ਲਿਖਿਆ ਹੋਇਆ, ਰਾਈਟ। ਫਿਰ ਲਾਈਕ ਹਾਈਵੇ ਹੁਣ ਲਿਖਿਆ ਹੋਇਆ ਹੈ ਹਿੰਦੀ ਤੇ ਪੰਜਾਬੀ ਦੇ ਵਿੱਚ, ਹਾਈਵੇਜ਼ ਦੇ ਉੱਤੇ ਲਿਖਿਆ ਹੋਇਆ ਹੈ। ਹੁਣ ਮਾਈ ਪੁਆਇੰਟ ਇਜ਼, ਮੈਂ ਤੁਹਾਨੂੰ ਕੀ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਵੋਕੈਬਲਰੀ ਹੈ ਨਾ, ਚਾਹੇ ਇੰਗਲਿਸ਼ ਜਾਂ ਪੰਜਾਬੀ, ਉਹ ਇੰਨੇ ਘੱਟ ਟਾਈਮ ਦੇ ਵਿੱਚ ਅਪ ਟੂ ਅ ਸਰਟਨ ਐਕਸਟੈਂਟ ਹੀ ਇੰਪਰੂਵ ਹੋ ਸਕਦੀ ਹੈ। ਸੋ ਆਪਾਂ ਜ਼ੋਰ ਕਿੱਥੇ ਲਗਾਈਏ? ਤੁਸੀਂ ਆਪ ਇਸ ਚੀਜ਼ ਨੂੰ ਸਮਝੋ ਕਿ 80 days ਵੀ ਹੈਵ,
ਰਾਈਟ, ਗਿਵਨ ਜਿਹੜੀ ਟੈਂਟੇਟਿਵ ਡੇਟ ਦਿੱਤੀ ਹੋਈ ਹੈ ਉਹਦੇ ਅਕੋਰਡਿੰਗ 80 85 ਸਾਡੇ ਕੋਲ ਦਿਨ ਨੇ, ਸਾਡੇ ਕੋਲ ਸਾਰਾ ਕੁਝ ਪਿਆ ਹੋਇਆ, ਇੰਨੇ ਸਾਰੇ ਕਰੰਟ ਇਸ਼ੂਜ਼ ਆਪਾਂ ਪੜ੍ਹਨੇ ਨੇ। ਪਹਿਲੇ ਅਸੀਂ ਉਹਦੇ ਉੱਤੇ ਜ਼ੋਰ ਲਗਾਈਏ ਜਾਂ ਫਿਰ ਪਹਿਲੇ ਆਪਾਂ ਲੈਂਗੁਏਜ ਪੇਪਰਸ ਦੇ ਉੱਤੇ ਜ਼ੋਰ ਲਗਾਈਏ। ਐਂਡ ਯੂ ਕੈਨ ਟੇਕ ਦਿਸ ਇਨ ਰਾਈਟਿੰਗ ਫਰੋਮ ਮੀ, ਬਿਯੋਂਡ ਅ ਸਰਟਨ ਲੈਵਲ ਤੁਸੀਂ ਲੈਂਗੁਏਜ ਪੇਪਰਸ ਦੇ ਵਿੱਚ ਇੰਪਰੂਵਮੈਂਟ ਨਹੀਂ ਕਰ ਸਕਦੇ। ਪਿਛਲੇ ਜਿਹੜੀ ਟੌਪਰਸ ਦੇ ਰਿਜ਼ਲਟ ਪਏ ਹੋਏ ਨੇ, ਐਨਾਲਿਸਿਸ ਵੀ ਕਰਕੇ ਦੇਖੋਗੇ, ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਅੱਛੇ ਸਕੋਰ ਨਹੀਂ ਆ ਰਹੇ। ਐਂਟੋਨਮਸ ਸਿਨੋਨਮਸ ਜੇ ਤੁਸੀਂ ਚੱਕ ਕੇ ਅਨਲਿਮਿਟਿਡ ਵੀ ਪੜ੍ਹ ਲਓ, ਇਟ ਇਜ਼ ਨਾਟ ਗੋਇੰਗ ਟੂ ਹੈਲਪ ਯੂ ਬਿਯੋਂਡ ਅ ਸਰਟਨ ਐਕਸਟੈਂਟ, ਹੈ ਨਾ, ਬਿਕੋਜ਼ ਮਿਲੀਅਨਸ ਆਫ ਵਰਡਸ ਆਰ देयर। ਸੋ ਤੁਸੀਂ 10th ਕਲਾਸ ਕੋਈ ਵੀ ਗ੍ਰਾਮਰ ਚੱਕ ਕੇ ਪੜ੍ਹ ਸਕਦੇ ਹੋ। ਟੁਵਰਡਸ ਦ ਐਂਡ ਆਫ ਯੋਰ ਡੇ ਹਰ ਰੋਜ਼ 30 ਮਿੰਟ ਤੁਸੀਂ ਲੈਂਗੁਏਜ ਪੇਪਰਸ ਨੂੰ ਲਗਾਓ, ਉਸ ਤੋਂ ਜ਼ਿਆਦਾ ਤੁਹਾਨੂੰ ਉਹਦੇ ਉੱਤੇ ਟਾਈਮ ਮੇਰੇ ਓਪੀਨੀਅਨ ਦੇ ਵਿੱਚ ਨਹੀਂ ਦੇਣਾ ਚਾਹੀਦਾ। ਜ਼ੋਰ ਉੱਥੇ ਲੱਗਣਾ ਚਾਹੀਦਾ ਹੈ ਜਿੱਥੇ ਜਿੱਥੇ ਸਾਡੇ ਸਕੋਰ ਵਧਣ ਦੇ ਚਾਂਸਸ ਨੇ, ਰਾਈਟ। ਆਲਰਾਈਟ, ਇੱਕ ਕੁਐਸਚਨ ਕਿੰਨੇ ਪੇजेस ਤੇ ਕਰਨਾ ਹੈ ਇਹ ਮੈਟਰ ਕਰਦਾ ਹੈ। ਦੇਖੋ ਜਦੋਂ ਹੁਣ ਇਦਾਂ ਨਾ ਕਿ ਦੋ ਬੱਚਿਆਂ ਦੀ ਆਨਸਰ ਸ਼ੀਟ ਮੈਂ ਦਿਖਾਵਾਂ, ਨਾਓ ਸੀ ਵਨ ਇਜ਼ ਦਿਸ, ਆਈ ਹੋਪ ਤੁਹਾਨੂੰ ਕੈਮਰੇ ਦੇ ਵਿੱਚ ਦਿਖ ਰਿਹਾ ਹੋਏਗਾ। ਦੇਖੋ ਰਾਈਟਿੰਗ ਦੇ ਵਿੱਚ ਬਹੁਤ ਡਿਫਰੈਂਸ ਹੈ, ਤੁਸੀਂ ਆਪਣੇ ਇੱਕ ਇੱਕ ਦੋ ਆਨਸਰ ਲਿਖ ਕੇ, ਨਾਓ ਸੀ देयर इज वास्ट डिफरेंस इन द वे दीज पीपल आर राइटिंग। ਹੁਣ ਜੇ ਤੁਸੀਂ ਆਪਣੇ ਆਨਸਰ ਲਿਖੋਗੇ ਨਾ ਤੇ ਤਿੰਨ ਚਾਰ ਲਾਈਨਸ ਕਾਊਂਟ ਕਰ ਲਿਆ ਕਰੋ, ਜਿਵੇਂ 1 2 3 4 5 6 7 1 2 3 4 5 6 7 ਔਨ ਐਨ ਐਵਰੇਜ 7 ਵਰਡਸ ਇੱਕ ਲਾਈਨ ਦੇ ਵਿੱਚ ਆ ਰਿਹਾ। ਕਿੰਨੀ ਲਾਈਨਸ ਦੇ ਵਿੱਚ ਬੱਚਾ ਲਿਖ ਰਿਹਾ ਹੈ? ਤੁਸੀਂ ਜਿਹੜੀ ਵਰਡ ਲਿਮਿਟ ਦਿੱਤੀ ਹੋਏਗੀ 250 ਵਰਡਸ ਜਾਂ ਫਿਰ 120 150 ਵਰਡਸ, ਉਹਨੂੰ ਨਹੀਂ ਐਕਸੀਡ ਕਰਨਾ ਬਸ, ਅਕੋਰਡਿੰਗ ਟੂ ਦ ਰਾਈਟਿੰਗ ਯੂ ਹੈਵ, ਰਾਈਟ। ਕਿੰਨੇ ਪੇजेस ਲਿਖਣਾ ਐਸ ਸੱਚ ਮੈਟਰ ਨਹੀਂ ਕਰਦਾ। ਤੁਹਾਡੇ ਦਿਮਾਗ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਮੈਂ ਇੰਨੇ ਪੇਜ ਤਾਂ ਭਰਨੇ ਹੀ ਨੇ, ਨਹੀਂ, ਇਹ ਨਹੀਂ ਹੋਣਾ ਚਾਹੀਦਾ। ਐਂਡ ਜਿੱਥੇ ਤੁਹਾਡੇ ਕੋਲ ਆਈਡੀਆਜ਼ ਘੱਟ ਨੇ ਨਾ, ਉੱਥੇ ਬਹੁਤ ਜ਼ਿਆਦਾ ਧੱਕਾ ਨਾ ਕਰੀਏ। ਬਿਕੋਜ਼ ਅਗਰ ਖਾਸ ਕਰ ਜੇ ਤੁਸੀਂ ਜਦੋਂ ਸਾਰਾ ਪੇਪਰ ਕਰੋਗੇ ਤੇ ਤੁਹਾਡਾ ਪੇਪਰ ਪੂਰਾ ਨਹੀਂ ਹੋਏਗਾ ਤੇ ਤੁਸੀਂ ਜ਼ਬਰਦਸਤੀ ਬੈਠ ਕੇ ਪੁਆਇੰਟ ਸੋਚ ਰਹੇ ਹੋ, ਤੇ ਜਿਹੜੇ ਅੱਛੇ ਕਰ ਸਕਦੇ ਸੀ ਆਨਸਰ, ਉੱਥੇ ਤੁਹਾਡੀ ਕੁਆਲਿਟੀ ਕੰਪਰੋਮਾਈਜ਼ ਹੋ ਜਾਏਗੀ। ਉੱਥੇ ਟੂ ਸਮ ਐਕਸਟੈਂਟ ਕੁਝ ਲਿਖੋ ਐਂਡ ਮੂਵ ਔਨ, ਕਮ ਬੈਕ ਟੂ दैट क्वेश्चन लेटर ऑन ਐਂਡ ਫਿਰ ਕੋਸ਼ਿਸ਼ ਕਰੋ। ਪਰ ਇਸ ਚੀਜ਼ ਨਾਲ ਆਪਾਂ ਨਹੀਂ ਬੈਠਣਾ, ਇਸ ਸੋਚ ਨਾਲ, ਇਸ ਮਾਈਂਡਸੈਟ ਨਾਲ ਆਪਾਂ ਉੱਥੇ ਨਹੀਂ ਬੈਠਣਾ ਦੈਟ ਵੀ ਨੀਡ ਟੂ ਰਾਈਟ ਕਿ ਇੰਨੇ ਪੇਜ ਤਾਂ ਲਿਖਣੇ ਹੀ ਨੇ ਮਿਨੀਮਮ। ਐਂਡ ਜੀਐਸ ਪੇਪਰਸ ਵਾਸਤੇ ਡੈਡੀਕੇਟਿਡ ਪੇजेस ਹੁੰਦੇ ਨੇ, ਰਾਈਟ, ਜਿਹੜੇ ਐਕਸਟਰਾ ਨਹੀਂ ਹੀ ਹੁੰਦੇ ਜ਼ਿਆਦਾਤਰ ਬੱਚਿਆਂ ਵਾਸਤੇ। ओबीसी ਰਿਜ਼ਰਵੇਸ਼ਨ ਲਈ ਸਿਰਫ ਇੱਕ ओबीसी ਸਰਟੀਫਿਕੇਟ ਇਨਫ ਹੈ ਜਾਂ ਫਿਰ ਵੀ ਨੀਡ ਮੋਰ ਡਾਕੂਮੈਂਟਸ ਆਲਸੋ ਇਫ ਯੂ, ਨਹੀਂ, ओबीसी ਸਰਟੀਫਿਕੇਟ ਇਜ਼ ਇਨਫ, ਇਟ ਸ਼ੁੱਡ ਬੀ ਲੇਟੈਸਟ, इट शुड नॉट बी वेरी ओल्ड, राइट। उस कुछ कास्ट ग्रुप्स वास्ते इस चीज़ की कई बार प्रॉब्लम आ जाती होंगी, और लिस्ट्स वगैरह आर डिफरेंट फॉर सेंटर स्टेट। बिगेस्ट डाउट इज दैट द सिलेबस इज वास्ट एंड द टाइम इज लेस, इट्स कॉजिंग एंगजाइटी, कॉन्सिक्वेंट लेस फोकस। व्हाट्स द सोल्यूशन? सी सिलेबस का एक एक पॉइंट चको। मेरे को एक स्टूडेंट बैठा होया सी, मैं उन्होंने ये भी टिप दी दैट सिलेबस के जोड़े पॉइंट्स लिखे हुए हैं ना, बिकॉज यूपीएससी नाल सेम कॉपी पेस्ट किया होया सिलेबस है, ਉਹਦੇ ਵਿੱਚ ਤੁਸੀਂ ਜੇ ਚੱਕ ਕੇ ਪਾ ਦਿਓਗੇ ਨਾ, ਤੁਹਾਡਾ ਬੁੱਕ ਪੜਨ ਦਾ ਨਾ ਹੀ ਮਨ ਕਰ ਰਿਹਾ ਹੈ ਨਾ ਹੀ ਟਾਈਮ ਕਰ ਰਿਹਾ ਹੈ, ਤੇ ਤੁਸੀਂ ਚੱਕ ਕੇ ਉਹਨੂੰ ਇੰਟਰਨੈਟ ਦੇ ਉੱਤੇ ਪਾ ਦਿਓ, ਪਿੱਛੇ ਯੂਪੀਐਸਸੀ ਲਿਖ ਦਿਓ, ਤੁਹਾਨੂੰ ਤਿੰਨ ਚਾਰ ਵੈਬਸਾਈਟਸ ਦੇ ਜਿਹਦੇ ਵੀ ਬਲੌਗਸ ਆਉਂਦੇ ਨੇ, ਤੁਸੀਂ ਬਲੌਗਸ ਰੀਡ ਕਰ ਲਓ, ਯੂ ਵਿਲ ਗੈਟ ਅ ਬੇਸਿਕ ਆਈਡੀਆ। ਇੱਕ ਇੱਕ ਕਰਕੇ ਸਿਲੇਬਸ ਦੇ ਪੁਆਇੰਟਸ ਕਵਰ ਕਰੀ ਚੱਲੋ। ਖਾਸ ਕਰ जीएस पेपर 1 2 3 4 सब तो हाईएस्ट वेटेज वाला ਜਿਹੜਾ ਸਬਜੈਕਟ ਹੈ, ਜਿਵੇਂ ਕਿ ਇਕਨੋਮੀ ਹੋ ਗਿਆ, ਪੋਲਿਟੀ ਹੋ ਗਿਆ, ਹਿਸਟਰੀ ਹੋ ਗਿਆ, ਇਹ ਵਾਲੇ ਸਬਜੈਕਟਸ ਨੂੰ ਆਪਾਂ ਪਹਿਲੇ ਕਵਰ ਕਰ ਲਈਏ। that can also be one strategy, ਤਾਂ ਕਿ ਹਰ ਇੱਕ ਸਬਜੈਕਟ ਦੀ ਤੁਹਾਡੀ ਕੋਰ ਸਟਰੈਂਥ ਤੁਹਾਡੇ ਦਿਮਾਗ ਦੇ ਵਿੱਚ ਕਲੀਅਰ ਹੋਏ। ਜਿਵੇਂ ਸਮ ਸਟੂਡੈਂਟਸ ਸੇ ਕਿ ਮੈਂ ਜੀਓਗ੍ਰਾਫੀ ਦੇ ਵਿੱਚ ਸਟਰਗਲ ਕਰਦਾ, ਤੇ ਉਹ ਬੱਚਾ ਹਿਸਟਰੀ ਤੇ ਸੋਸਾਇਟੀ ਨੂੰ ਫਿਰ ਅੱਛਾ ਕਰ ਲੇ। ਜਿਹੜਾ ਬੱਚਾ ਪੋਲਿਟੀ ਦੇ ਵਿੱਚ ਅੱਛਾ ਹੈ, ਫਿਰ ਪੋਲਿਟੀ ਦੇ ਵਿੱਚ ਇਹੋ ਜਿਹੇ ਵਰਲਡ ਕਲਾਸ ਆਨਸਰਸ ਲਿਖ ਕੇ ਆਵੇ, ਉਹਦੇ ਵਾਸਤੇ ਫੈਕਟ ਸ਼ੀਟ ਬਣਾਵੇ, ਕੁਝ ਫੈਕਟਸ ਰੈਡੀ ਰੱਖੇ ਔਨ ਦ ਬੇਸਿਸ ਆਫ ਜੋ ਵੀ ਇਸ਼ੂਜ਼ ਪਿਛਲੇ 12 ਮਹੀਨੇ 15 ਮਹੀਨੇ ਕਰੰਟ ਦੇ ਵਿੱਚ ਸੀ। ਸੋ ਕੀਪ ਔਨ ਕਵਰਿੰਗ one point like that। ਸਿਲੇਬਸ ਇਜ਼ ਵਾਸਟ, ਟਾਈਮ ਇਜ਼ ਲੈਸ, ਬਟ ਪ੍ਰੀਲਿਮਸ ਕਲੀਅਰ ਹੋ ਗਿਆ ਤਾਂ ਫਿਰ ਤਾਂ ਸਾਰਾ ਕੁਝ ਛੱਡ ਕੇ ਆਪਾਂ ਨੂੰ ਕਰਨਾ ਹੀ ਪੈਣਾ। ਹਾਈ ਵੇਟੇਜ ਏਰੀਆਜ਼ ਤੇ ਪਹਿਲੇ ਫੋਕਸ ਕਰ ਲੈਣੇ ਆ। ਫॉर ਕਰੰਟ ਅਫੇਅਰਸ ਵਿਜ਼ਨ ਆਈਏਐਸ ਕਰ ਲਈਏ, ਮੰਥਲੀ ਵਾਲੀ ਵਿਜ਼ਨ ਆਈਏਐਸ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਲਿਖੀਆਂ ਹੁੰਦੀਆਂ ਨੇ। ਪ੍ਰੀਲਿਮਸ ਦੇ ਵੀ ਫੈਕਟ ਲਿਖੇ ਹੁੰਦੇ, ਮੇਨਸ ਦੇ ਵੀ ਲਿਖੇ ਹੁੰਦੇ, ਤੇ ਫਿਰ ਕੁਝ ਫੈਕਟਸ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਉਹ ਸਮਝ ਨਹੀਂ ਲੱਗਦਾ ਵੀ ਕਿਉਂ ਲਿਖੇ ਨੇ। ਇੱਕ ਮੇਨਸ
ਦਾ ਵੀ ਡਾਕੂਮੈਂਟ ਆਂਦਾ ਹੈ, that will be better I would say, ਬਟ ਉਹ ਸਾਰੇ ਮਹੀਨਿਆਂ ਵਾਸਤੇ ਨਹੀਂ ਅਵੇਲੇਬਲ ਕਿਉਂਕਿ ਪੀਸੀਐਸ ਦੀ ਡੇਟਸ ਨਾਲ ਉਹਨੂੰ ਨਹੀਂ ਅਲਾਈਨ ਕੀਤਾ ਗਿਆ। ਸੋ ਯੂ ਹੈਵ ਟੂ ਬੀ ਸਿਲੈਕਟਿਵ ਅਗਰ ਤੁਸੀਂ ਕੋਈ ਵੀ ਸੋਰਸ ਰਿਲਾਈ ਕਰ ਰਹੇ ਹੋ। ਬਾਕੀ ਮੈਂ ਇੱਕ ਬਾਰ-ਬਾਰ ਚੀਜ਼ ਕੀ ਕਹਿਣਾ ਕਿ ਇਸ AI ਦੇ ਜ਼ਮਾਨੇ ਦੇ ਵਿੱਚ ਇਫ ਵੀ ਆਰ ਨਾਟ ਯੂਜ਼ਿੰਗ AI ਵੀ ਆਰ ਗੋਇੰਗ ਟੂ ਬੀ ਫਾਰ ਬਿਹਾਈਂਡ ਆਫ ਦ ਕੰਪੀਟੀਸ਼ਨ। ਹੁਣ AI ਦੇ ਉੱਤੇ ਜਾ ਕੇ ਤੁਸੀਂ ਜੇ ਕਹੋਗੇ ਨਾ ਕਿ ਫॉर ਇੰਡੀਅਨ ਇਕਨੋਮੀ next UPSC means give me 20 most expected topics related to current affairs and draft practice questions for answer writing for that। ਇਹੋ ਜੀ ਜੇ ਪ੍ਰੋਮਪਟ ਦਓਗੇ ਬੜੇ ਅੱਛੇ ਅੱਛੇ ਟੌਪਿਕਸ ਤੁਹਾਨੂੰ ਸਾਇੰਸ ਐਂਡ ਟੈਕ ਦੇ, ਇਕਨੋਮੀ ਦੇ, এনवायरमेंट ਦੇ, ਅਸੀਂ ਵੀ ਇਹੀ ਕਰਨਾ ਹੈ ਰਾਈਟ, ਬਿਕॉज nobody at launchpad IAS or anywhere else claims ਕਿ ਉਹ AI ਤੋਂ ਵੀ ਜ਼ਿਆਦਾ ਉਹਦਾ ਦਿਮਾਗ ਹਾਲੇ ਵੀ ਚੱਲੀ ਜਾ ਰਿਹਾ ਹੈ। ਐਸਾ ਨਹੀਂ ਹੈ। ਸੋ ਆਪਾਂ ਵੀ ਉਹੀ ਯੂਜ਼ ਕਰਨਾ ਹੈ, ਤੁਸੀਂ ਵੀ ਉਹੀ ਯੂਜ਼ ਕਰੋ ਐਂਡ ਰਿਲਾਈ ਕਿਸੇ ਦੇ ਉੱਤੇ 100% ਨਹੀਂ ਕਰਨਾ ਚਾਹੀਦਾ, ਆਪਣੇ ਉੱਤੇ ਕਰਨਾ ਚਾਹੀਦਾ ਰਾਈਟ। ਸੋ ਔਨ ਦ ਬੇਸਿਸ ਆਫ ਦਿਸ ਤੁਸੀਂ ਕਰੰਟ ਇਸ਼ੂਜ਼ ਕੱਢੋ, ਇਸ਼ੂ ਬੇਸਡ ਪ੍ਰੈਪਰੇਸ਼ਨ ਕਰੋ, ਫਿਰ ਉਹ ਇੰਟਰਨੈਟ ਸਰਚ ਕਰਕੇ ਹੋ ਜਾਏਗਾ। ਇੰਡੀਅਨ ਐਕਸਪ੍ਰੈਸ ਨੂੰ ਪ੍ਰਾਇੋਰਟਾਈਜ਼ ਕਰਿਓ। ਫॉर एग्जांपल इफ यू आर सर्चिंग गिग इकोनॉमी, सर्च गिग इकोनॉमी इंडियन एक्सप्रेस एक्सप्लेन्ड। सेकंड द हिंदू, ਐਂਡ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਨਿਚੋੜ ਕੱਢਿਆ ਹੋਣਾ ਹੈ, ਖਾਸ ਕਰ ਇੰਡੀਅਨ ਐਕਸਪ੍ਰੈਸ ਨੇ। ਫਿਰ ਤੁਹਾਨੂੰ ਇੱਧਰ ਉੱਧਰ ਕਿਤੇ ਜਾਣ ਦੀ ਲੋੜ ਨਹੀਂ ਹੈ ਰਾਈਟ। ਤੁਸੀਂ ਜੇ ਇਸ ਤਰੀਕੇ ਨਾਲ ਚੱਲਾਂਗੇ ਨਾ ਆਪਾਂ ਕਿ ਆਹ ਵਾਲੀ ਮੈਨੂੰ ਬੁੱਕਲੈਟ ਦੱਸ ਦਿਓ ਜੀ, ਵਿਜ਼ਨ ਦੀ ਮੈਂ ਮੰਥਲੀ ਕਰੰਟ ਅਫੇਅਰ ਪੜ੍ਹ ਲੈਣੀ ਹੈ ਜਾਂ ਮੇਨ 365 ਪੜ੍ਹ ਲੈਣੀ ਹੈ, ਹੋਰ ਨਾ ਮੈਨੂੰ ਦੱਸੋ, ਇਟ ਡਜ਼ਨਟ ਵਰਕ ਨਾਓ ਇਨ ਸਿਵਲ ਸਰਵਿਸਿਜ਼, ਇਟ ਡਜ਼ਨਟ ਵਰਕ। ਤੁਹਾਨੂੰ ਆਪਣਾ ਥੋੜਾ ਜਿਹਾ ਹੱਥ ਪੈਰ ਮਾਰਨੇ ਪੈਂਦੇ। I read that excellent essay provided by you in that group. How to develop that level of language? How to get such introductions? Exactly. I know, right? मतलब ਉਹ ਐਸੇ ਅਗਰ ਤੁਸੀਂ ਪੜੋਗੇ, ਮੈਂ ਉਸ ਬੱਚੇ ਨੂੰ ਵੀ ਇਹੀ ਰਿਵਿਊ ਕੀਤਾ ਵੀ ਇੱਕ ਇੱਕ ਪੈਰਾਗ੍ਰਾਫ ਵਾਸ ਸੋ ਇੰਟਰਸਟਿੰਗ, ਮਜ਼ਾ ਆ ਰਿਹਾ ਸੀ, ਖਤਮ ਹੀ ਨਾ ਹੋਵੇ। ਐਂਡ ਦਿਸ ਇਜ਼ ਵਾਟ ਆਈ ਸੇ ਨਾਓ ਸ਼ੁਭਮ, ਸੈਂਡ ਮੀ ਐਨ ਐਸੇ। ਫॉर एग्जांपल ਇੱਕ ਸਾਡਾ ਸਟੂਡੈਂਟ ਹੈ, ਬਹੁਤ ਹੀ ਮਾਈਂਡ ਬਲੋਇੰਗ ਆਨਸਰਸ ਲਿਖਦਾ ਹੈ, ਬਟ ਫਿਰ ਲਿਖਦਾ ਐਸੇ ਰਾਈਟ, ਉਹਨੇ ਸਮਝ ਹੀ ਜਾਣਾ ਮੇਰੀ ਗੱਲ ਤੋਂ। ਫਿਰ ਉਹ ਲਿਖਦਾ ਐਸੇ ਐਂਡ ਮੈਂ ਉਹਨੂੰ ਕਹਿਣਾ ਕਿ ਯਾਰ ਬਹੁਤ ਜ਼ਿਆਦਾ ਬੋਰਿੰਗ ਐਸੇ ਹੈ, ਬਹੁਤ ਬੋਰਿੰਗ ਐਸੇ ਹੈ। ਸੋ ਅਗਰ ਤੁਹਾਨੂੰ ਆਪ ਪੜ੍ਹ ਕੇ ਮਜ਼ਾ ਨਹੀਂ ਨਾ ਆ ਰਿਹਾ ਜਾਂ ਲਿਖ ਕੇ ਮਜ਼ਾ ਨਹੀਂ ਆ ਰਿਹਾ, ਐਸੇ ਇੱਕ ਇਹੋ ਜੀ ਚੀਜ਼ ਹੈ, ਇਟ ਇਜ਼ ਲਾਈਕ ਯੂ ਆਰ ਰਾਈਟਿੰਗ ਦ ਸਕ੍ਰਿਪਟ ਆਫ ਅ ਮੂਵੀ। ਫਿਰ ਪੜਨ ਵਾਲੇ ਨੂੰ ਵੀ ਨਹੀਂ ਮਜ਼ਾ ਆਏਗਾ। ਐਂਡ ਤੁਸੀਂ ਉਹ ਇੱਕ ਆਨਸਰ ਸ਼ੀਟ ਦੇਖੀ ਸੀਗੀ, ਆਈ ਹੈਵ ਮਲਟੀਪਲ ਸਟੂਡੈਂਟਸ ਜਿਹੜੇ ਮਾਈਂਡ ਬਲੋਇੰਗ ਆਨਸਰ ਰਾਈਟਿੰਗ ਕਰਦੇ ਐਂਡ ਕਈ ਸਾਲਾਂ ਤੋਂ ਕਰਦੇ, ਜਿਨ੍ਹਾਂ ਨੂੰ ਅਸੀਂ ਕਹਿ ਰਹੇ ਸੀ ਵੀ ਤੁਹਾਡਾ ਜੇ ਪ੍ਰੀਲਿਮਸ ਹੋ ਗਿਆ ਨਾ, ਤੁਹਾਨੂੰ ਮੇਨਸ ਦੇ ਵਿੱਚ ਕੋਈ ਨਹੀਂ ਰੋਕ ਸਕਦਾ। ਆਈ ਕੀਪ ਸੈਂਡਿੰਗ, ਇੱਕ ਮੈਂ ਆਨਸਰ ਵੀ ਸ਼ੇਅਰ ਕੀਤਾ ਸੀ, that answer was also a great example of answer writing। ਹੋਰ ਵੀ ਮੈਂ ਸ਼ੇਅਰ ਕਰਦਾ ਰਹੂੰਗਾ। ਹੁਣ don't try to imitate anybody first of all, and ਆਪਣੇ ਦਿਮਾਗ ਦੇ ਵਿੱਚ don't have these fixed notions ਕਿ ਆਪਾਂ ਐਨੈਕਡੋਟ ਤੋਂ ਹੀ ਸਟਾਰਟ ਕਰਨਾ ਹੈ, ਅਸੀਂ ਕੋਟ ਤੋਂ ਹੀ ਸਟਾਰਟ ਕਰਨਾ ਹੈ, ਚਾਹੇ ਅੱਛਾ ਕੋਈ ਦਿਮਾਗ ਦੇ ਵਿੱਚ ਆਈਡੀਆ ਆ ਰਿਹਾ ਜਾਂ ਨਹੀਂ ਆ ਰਿਹਾ, ਅਸੀਂ ਕਰਨਾ ਹੀ ਉਹਦੇ ਤੋਂ ਰਾਈਟ। ਕਈ ਲੋਕਾਂ ਦੇ ਦਿਮਾਗ ਦੇ ਵਿੱਚ ਫਿਕਸੇਸ਼ਨ ਹੋਈ ਹੈ ਕਿ ਜੀ ਕੁਝ ਵੀ ਹੋ ਜਾਏ ਮੈਂ ਤਾਂ ਕੋਈ ਕਹਾਣੀ ਬਣਾ ਕੇ ਹੀ ਸਟਾਰਟ ਕਰਨਾ। ਡੋਂਟ ਡੂ दैट। देयर आर 3-4 डिफरेंट वेज ऑफ स्टार्टिंग एन ऐसे। इट कैन बी एनेक्डोट, स्टोरी हो सकती है, एनेक्डोट दे एक डॉक्यूमेंट भी मैं ਤੁਹਾਡੇ ਨਾਲ ਸ਼ੇਅਰ ਕਰਾਵਾਂਗਾ फॉर ऐसे राइटिंग एंड आंसर राइटिंग। इट कैन बी a quote, it can be a simple fact, and it can be simple introduction which is related to the topic of that essay, right? उस टॉपिक नाल रिलेटेड होना चाहिए, बस इस तो इलावा कुछ भी नहीं चाहिए राइट। हरकिरत इज आस्किंग सर ऑनलाइन इज बेटर, ਲਾਈਕ ਵਟ ਆਨਲਾਈਨ ਵਟ। ਮੈਨੂੰ ਤਾਂ ਲੱਗਦਾ ਇਸ ਟਾਈਮ ਦੇ ਉੱਤੇ ਮੈਂ ਤਾਂ ਬੱਚਿਆਂ ਨੂੰ ਮੈਨੂੰ ਮਿਲਣ ਵੀ ਆ ਜਾਂਦੇ ਨੇ, ਬੱਸ ਦੇ ਵਿੱਚ ਬੈਠ ਕੇ ਬਹੁਤ ਦੂਰੋਂ, ਮੈਂ ਕਹਿਣਾ ਕਿ ਵਾਈ ਯੂ ਵੇਸਟਿੰਗ ਯੋਰ ਟਾਈਮ, ਵੀਡੀਓ ਕਾਲ ਹੀ ਕਰ ਲਓ ਮੇਰੇ ਨਾਲ, ਹੈ ਨਾ। ਬੈਟਰ ਨਹੀਂ ਹੈ? ਕੋਈ 1.5 ਘੰਟਾ ਬੱਸ 'ਚ ਟਰੈਵਲ ਕਰਕੇ ਮੈਨੂੰ ਮਿਲਣ ਆ ਰਿਹਾ ਹੈ, ਜਾਂ ਕਿਸੇ ਨੂੰ ਵੀ ਤੁਸੀਂ ਮਿਲਣ ਜਾ ਰਹੇ ਹੋ, ਡੂ ਅ ਵੀਡੀਓ ਕਾਲ ਵਿਦ them, ਯੂਜ਼ ਟੈਕਨੋਲੋਜੀ। ਮੈਨੂੰ ਇਦਾਂ ਲੱਗਦਾ ਕਿ ਆਨਲਾਈਨ ਇਜ਼ 100% ਇਕੁਅਲੀ ਇਫੈਕਟਿਵ ਅਗਰ ਤੁਸੀਂ ਸੀਰੀਅਸ ਹੋ ਤਾਂ, ਠੀਕ ਹੈ ਜੀ। ਸੋ ਮੈਨੂੰ ਕੋਈ ਫਰਕ ਨਹੀਂ ਮਹਿਸੂਸ ਹੁੰਦਾ। ਲਾਈਕ ਅਸੀਂ ਬਹੁਤ ਜ਼ਿਆਦਾ ਕਨਸਟੈਂਟ ਐਗਜ਼ਾਮਪਲਸ ਦਿੰਨੇ ਆ। ਆਰੂਸ਼ੀ ਸ਼ਰਮਾ, ਉਸ ਕੁੜੀ ਦਾ UPSC ਕਲੀਅਰ ਹੋਇਆ ਸੀ, ਇੰਟਰਵਿਊ ਤੋਂ ਪਿਛਲੀ ਰਾਤ ਤੱਕ ਸ਼ੀ ਵਾਸ ਔਨ ਫੋਨ ਕਾਲ ਵਿਦ ਅਸ, ਐਂਕਸ਼ੀਅਸ, ਐਂਡ ਵੀ ਨੈਵਰ ਮੈਟ ਹਰ ਫਿਜ਼ੀਕਲੀ ਬਿਫੋਰ ਦ ਰਿਜ਼ਲਟ ਕੇਮ, ਹੈ ਨਾ। ਉਹਨੂੰ ਕਦੇ ਮਿਲੇ ਹੀ ਨਹੀਂ ਅਸੀਂ। ਉਹ ਆਫਟਰ ਦ ਰਿਜ਼ਲਟ ਸ਼ੀ ਕੇਮ ਟੂ ਦ ਇੰਸਟੀਟਿਊਟ 100% ਆਨਲਾਈਨ।
ਆਨਸਰ ਸ਼ੀਟ ਪ੍ਰੋਵਾਈਡ ਬਾਈ ਯੂ ਇਜ਼ ਨਾਟ ਸਿਮਿਲਰ ਟੂ ਪੀਪੀਐਸਸੀ ਮਾਰਜਨ ਇਜ਼ ਔਨ ਵਨ ਸਾਈਡ ਐਂਡ ਮਾਰਜਨ ਵੱਡਾ ਹੈ ਇਹਦੇ ਵਿੱਚ ਨਾਓ ਸੀ ਯਾਰ ਲਾਈਕ ਦਿਸ ਇਜ਼ ਆਈ ਫਾਈਂਡ ਹੁਣ ਆਈ ਡੋਨਟ ਨੋ ਆਈ ਸ਼ੁਡ ਸੇ ਦਿਸ ਔਰ ਨਾਟ ਬੱਚੇ ਡਿਸਐਗਰੀ ਵੀ ਕਰ ਜਾਣਗੇ ਮੇਰੇ ਨਾਲ ਇੰਨਾ ਕੁ ਜ਼ਿਆਦਾ ਇੰਨੀ ਕੁ ਐਡਜਸਟਮੈਂਟ ਅਸੀਂ ਕਰ ਸਕਦੇ ਹਾਂ ਹੈ ਨਾ ਨਾਓ ਇਫ ਦਿਸ ਪਰਸਨ ਇਜ਼ ਰਾਈਟਿੰਗ ਆਨਸਰ ਔਨ ਸਮ ਬੰਗ ਬੀ ਸ਼ੀਟ ਕਿਸੇ ਨੇ ਨਵਨੀਤ ਦੀ ਕੋਈ ਸ਼ੀਟਸ ਆਉਂਦੀਆਂ ਨੇ ਉਹ ਲਿਖੀਆਂ ਹੋਈਆਂ ਨੇ ਇਟ ਇਜ਼ ਨਾਟ ਮੇਕਿੰਗ दैट ਬਿਗ ਡਿਫਰੈਂਸ ਮਤਲਬ ਇੰਨਾ ਕੁ ਤਾਂ ਆਪਾਂ ਐਡਜਸਟਮੈਂਟ ਮੈਨੂੰ ਲੱਗਦਾ ਵੀ ਕਰ ਲੈਨੇ ਆ ਉਸ ਤੋਂ ਬਾਅਦ ਇੱਕ ਸਿਮਿਲਰ ਆਨਸਰ ਸ਼ੀਟ ਵੀ ਤੁਹਾਨੂੰ ਭੇਜ ਦਿੱਤੀ ਹੈ ਬਿਕੋਜ਼ ਮੈਨੀ ਸਟੂਡੈਂਟ ਸੈਡ दैट ਕਿ ਇੱਕਦਮ ਸਿਮਿਲਰ ਆਨਸਰ ਸ਼ੀਟ ਜਿਹੜੀ ਹੈ ਉਹ ਭੇਜੋ ਐਂਡ ਆਈ ਥਿੰਕ ਆਨਸਰ ਸ਼ੀਟ ਜਿਹੜੀ ਹੈ ਉਹ ਫਿਰ ਅਕੋਰਡਿੰਗਲੀ ਅਸੀਂ ਡਿਜ਼ਾਈਨ ਕਰਵਾ ਕੇ ਭੇਜ ਵੀ ਦਿੱਤੀ ਆਈ ਹੋਪ ਯੂ ਗॉट दैट ਇਸ ਤੋਂ ਇਲਾਵਾ ਤੁਸੀਂ ਜਿੱਦਾਂ ਦੀ ਆਨਸਰ ਸ਼ੀਟ ਬਣਵਾਉਣਾ ਚਾਹੁੰਦੇ ਹੋ ਬਈ ਮੈਨੂੰ ਦੱਸ ਦਿਓ ਇੱਥੇ ਡਿਜ਼ਾਈਨਰਸ ਬੈਠੇ ਹੋਏ ਨੇ ਵਿਹਲੇ ਨੇ ਤੇ ਮੈਂ ਉਹਨਾਂ ਨੂੰ ਦੱਸ ਦਿਆਂਗਾ ਕਿ ਇਧਰਲੇ ਖੱਬੇ ਪਾਸੇ ਇੰਨੇ ਸੈਂਟੀਮੀਟਰ ਪਾ ਦਿਓ ਇਧਰਲੇ ਪਾਸੇ ਜੋ ਜਿੱਦਾਂ ਤੁਸੀਂ ਕਹੋਗੇ ਮੈਨੂੰ WhatsApp ਕਰ ਦਿਓ ਤੇ ਆਈਲ ਗੈਟ that ਆਨਸਰ ਸ਼ੀਟ ਮੇਡ ਫॉर ਯੂ ਰਾਈਟ ਉੱਤੇ ਮੈਂ ਤੁਹਾਡਾ ਨਾਮ ਵੀ ਲਿਖਵਾਵਾਂਗਾ ਬਹੁਤ ਅੱਛੇ ਫੌਂਟ ਦੇ ਵਿੱਚ can we get printed blank sheets directly from the Ludhiana Institute? No, we don't provide printing services. We can provide PDF. हाँ वाटरमार्क एलिमिनेट करवा के भेजा ਸੀ आई थिंक ਸੈਕਿੰਡ ਕੈਨ ਐਨੀਬਡੀ ਕਨਫਰਮ ਮੈਂ ਸੈਕਿੰਡ ਜਿਹੜੀ ਆਨਸਰ ਸ਼ੀਟ ਆਈ ਹੈ ਉਹਦੇ ਵਿੱਚ ਮੈਂ ਵਾਟਰਮਾਰਕ ਵੀ ਉਹਨਾਂ ਨੂੰ ਕਿਹਾ ਸੀ ਐਲੀਮੀਨੇਟ ਕਰ ਦਿਓ ਉੱਪਰ ਸਾਈਡ ਦੇ ਉੱਤੇ ਲਾਂਚਪੈਡ ਆਈਐਸ ਲਿਖ ਦਿਓ ਬਿਕੋਜ਼ ਉਹ ਵੀ ਜ਼ਰੂਰੀ ਹੈ ਉਹ ਤੁਹਾਨੂੰ ਨਹੀਂ ਮਿਲੀ ਆਈ ਥਿੰਕ ਹੈ ਨਾ ਐਂਡ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਆਨਸਰ ਸ਼ੀਟਸ ਨਵੀਆਂ ਵਾਲੀਆਂ ਤੇ ਵੀ ਆਨਸਰਸ ਆਣੇ ਸਟਾਰਟ ਹੋ ਗਏ ਆਈ ਡੋਂਟ ਥਿੰਕ ਕੋਈ ਪ੍ਰਿੰਟਿੰਗ ਦੇ ਵਿੱਚ ਇਸ਼ੂ ਹੋਏਗਾ ਯੂ ਕੈਨ ਵਿਜ਼ਿਟ institute and take offline test exactly you can visit the institutes any institute you can visit chandigarh patiala ludhiana but ਤੁਸੀਂ ਉੱਥੋਂ ਦੇ official number google check-in ਦੇ ਉੱਤੇ search ਕਰੋਗੇ launchpad ies whatever city ਉੱਥੋਂ ਦੇ branch managers ਨਾਲ ਤੁਸੀਂ coordinate ਕਰਨਾ ਵੀ ਕਲਾਸ ਕਦੋਂ free ਹੈ ਅਦਰਵਾਈਜ਼ ਰੀਡਿੰਗ ਰੂਮਸ ਦੇ ਵਿੱਚ ਬੈਠ ਕੇ ਤੁਹਾਨੂੰ ਟੈਸਟ ਦੇਣੇ ਪੈਣਗੇ ਐਂਡ ਸਮਟਾਈਮਸ ਇਟ ਕੈਨ ਬੀ ਅ ਬਿਟ ਡਿਸਟਰਬਿੰਗ ਬਿਕੋਜ਼ ਬੱਚੇ ਪੜ੍ਹ ਰਹੇ ਹੁੰਦੇ ਉੱਥੇ ਮੋਡਲ ਆਨਸਰਸ ਫॉर ਮੌਕ ਟੈਸਟਸ ਆਰ ਅਵੇਲੇਬਲ ਜੀ a lot of misinformation in the doubts. Would there be any discussion videos on mock tests? No, there will be discussion with the student individual because different people different answers ਅਲੱਗ-ਅਲੱਗ ਬੱਚਿਆਂ ਦੀ ਅਲੱਗ-ਅਲੱਗ ਗਲਤੀਆਂ ਨੇ ਜਿਹੜੀ ਬਹੁਤ ਕਾਮਨ ਮਿਸਟੇਕਸ ਹੁੰਦੀਆਂ ਨੇ ਉਹ ਤੁਹਾਨੂੰ YouTube ਦੇ ਉੱਤੇ ਸ਼ਾਰਟਸ ਦਿਖ ਜਾਂਦੇ ਨੇ ਟੈਸਟ ਦੇ ਡਿਸਕਸ਼ਨਸ ਦਾ ਇਟ ਮੇਕਸ ਨੋ ਸੈਂਸ ਐਟ ਲੀਸਟ ਟੂ ਮਾਈ ਮਾਈਂਡ ਆਫਟਰ ਪ੍ਰੀਲਿਮਸ ਬਿਫੋਰ ਪ੍ਰੀਲਿਮਸ ਜਦੋਂ ਸਿਖਾਣਾ ਹੈ ਕਿ ਆਨਸਰ ਰਾਈਟਿੰਗ ਕਿੱਦਾਂ ਹੁੰਦੀ ਹੈ ਇੰਟਰੋਡਕਸ਼ਨ ਉਹਦੇ ਆਨਸਰ ਰਾਈਟਿੰਗ ਤੁਹਾਨੂੰ YouTube ਦੇ ਉੱਤੇ ਵੀ ਮਿਲ ਜਾਏਗੀ ਬਹੁਤ ਸਾਰੀਆਂ ਇਨ ਦ ਪਾਸਟ ਆਲਸੋ ਵੀ ਕੀਪ ਔਨ ਡੂਇੰਗ ਬਟ ਹੁਣ ਨਹੀਂ ਉਹ ਕਰਨੀ ਚਾਹੀਦੀ ਨਾ ਹੀ ਅਸੀਂ ਕਰਾਂਗੇ ਵੁੱਡ देयर ਬੀ ਐਨੀ ਡਿਸਕਸ਼ਨ ਓਕੇ ਰੈਲੇਵੈਂਸ ਆਫ UPSC PYQs 100% ਰੈਲੇਵੈਂਟ ਯੂ ਸ਼ੁੱਡ ਪ੍ਰੈਕਟਿਸ UPSC PYQs ਤੁਹਾਨੂੰ ਬਿਲਕੁਲ ਕਰਨੇ ਚਾਹੀਦੇ ਨੇ ਪੰਜਾਬ ਸਪੈਸਿਫਿਕ ਮੇਨਸ ਓਰੀਐਂਟਡ ਕੰਟੈਂਟ ਸੋਰਸ देयर इज नो ਪਾਰਟਿਕੂਲਰ ਸੋਰਸ ਤੁਹਾਨੂੰ ਆਰਟੀਕਲਸ ਸਰਚ ਕਰ ਕਰਕੇ ਲੱਭ ਕੇ ਰੀਡ ਕਰਨੇ ਪੈਣਗੇ ਜਾਂ ਫਿਰ ਕੁਝ ਕਰੰਟ ਅਫੇਅਰਸ ਅਸੀਂ ਵੀ ਪ੍ਰਿਪੇਅਰ ਕਰਾਵਾਂਗੇ ਜਿਵੇਂ ਗਰਾਊਂਡ ਵਾਟਰ ਦੇ ਵਿੱਚ ਪੋਲੂਸ਼ਨ ਹੈ ਉਹਦੇ ਉੱਤੇ ਲੇਟੈਸਟ ਜਿਹੜੇ ਆਰਟੀਕਲਸ ਨੇ ਦੇ ਆਰ ਅਵੇਲੇਬਲ ਫॉर ਦ ਟ੍ਰਿਬਿਊਨ ਮੋਸਟਲੀ ਰਾਈਟ ਸਮਟਾਈਮਸ ਹਿੰਦੁਸਤਾਨ ਟਾਈਮਸ ਇੰਡੀਅਨ ਐਕਸਪ੍ਰੈਸ ਵੀ ਪੰਜਾਬ ਰਿਲੇਟਡ ਇਸ਼ੂਜ਼ ਕਵਰ ਕਰਦੀਆਂ ਨੇ ਗਵਰਨੈਂਸ ਲਾਅ ਐਂਡ ਆਰਡਰ these kind of things ਪੰਜਾਬ ਦੀ ਇਕਨੋਮੀ ਗਵਰਨਮੈਂਟ ਇਨੀਸ਼ੀਏਟਿਵਸ ਇਹ ਸਾਰੀਆਂ ਚੀਜ਼ਾਂ ਆਪਾਂ ਪ੍ਰੀਲਿਮਸ ਵਾਸਤੇ ਵੀ ਕੀਤੀਆਂ ਸੀ ਬਿਫੋਰ ਪ੍ਰੀਲਿਮਸ ਉਹ ਤੋਂ ਵੀ ਆਪਾਂ ਯੂਜ਼ ਕਰ ਸਕਦੇ ਹਾਂ ਵੀ ਹੈਡ ਸਮ ਡਿਸਕਸ਼ਨ ਪੰਜਾਬ ਸਪੈਸਿਫਿਕ ਆਲਸੋ any example of how to smartly answer when one has inadequate knowledge about a topic I'll have to take some example because in the past I had certain questions ਮੇਰੇ ਕੋਲ questions ਵੀ ਨਹੀਂ ਵਾਪਸ ਚਲੇ ਜਾਂਦੇ ਨੇ ਸੋ ਮੈਂ ਕੁਝ ਐਗਜ਼ਾਮਪਲ ਵਗੈਰਾ ਨਾਲ ਜ਼ਰੂਰ ਦੱਸ ਸਕਦਾ ਜੈਵੀਰ ਯੂ ਆਰ ਰਾਈਟਿੰਗ ਆਨਸਰਸ ਆਈ ਥਿੰਕ ਸੋ ਆਪਾਂ ਉਦੋਂ ਜ਼ਰੂਰ ਡਿਸਕਸ ਕਰ ਲਾਂਗੇ ਹਾਊ ਮੈਨੀ ਸਬ ਹੈਡਿੰਗਸ ਆਰ ਐਕਸਪੈਕਟਡ ਇਨ ਐਨ ਆਈਡੀਅਲ ਆਨਸਰ ਦੇਰ ਇਜ਼ ਨੋ ਸੱਚ ਥਿੰਗ ਐਸਪੈਸ਼ਲੀ ਇਨ ਐਸੇ ਦੇ ਵਿੱਚ ਵੈਸੇ ਟੈਕਨੀਕਲੀ ਕਹਿੰਦੇ ਨੇ ਹੈਡਿੰਗਸ ਪਾਈ ਦੀਆਂ ਨਹੀਂ ਬਟ ਇਨ ਦ ਪਾਸਟ ਆਈ ਨੋ ਦੈਟ ਕੁਝ ਬੱਚਿਆਂ ਨੇ ਹੈਡਿੰਗਸ ਦਾ ਇਸਤੇਮਾਲ ਕੀਤਾ ਸੀ ਐਂਡ ਉਹਨਾਂ ਦਾ ਵੀ ਐਗਜ਼ਾਮ ਕਲੀਅਰ ਹੋਇਆ ਵਿਦ ਗੁੱਡ ਮਾਰਕਸ ਇਨ ਐਸੇ ਬਟ ਦੇਰ ਇਜ਼ ਨੋ such thing ਕਿ ਕਿੰਨੀ ideal number of headings ਤੁਸੀਂ use ਕਰਨੀਆਂ ਨੇ as many different dimensions of ideas you can bring in your essay right ਉਹ ਵੀ ਪਲੀਜ਼ YouTube ਦੇ ਸ਼ਾਰਟਸ ਜ਼ਰੂਰ ਦੇਖਿਓ ਬਿਕੋਜ਼ ਮੇਰੇ ਕੋਲ ਐਸੇ ਹੈ ਨਹੀਂ
ਨਹੀਂ ਤਾਂ ਮੈਂ ਐਗਜ਼ੈਂਪਲੀਫਾਈ ਕਰ ਦਿੰਦਾ ਤੁਹਾਨੂੰ ਵੀ ਕੀ ਕਹਿਣ ਦੀ ਮੈਂ ਕੋਸ਼ਿਸ਼ ਕਰ ਰਿਹਾ। ਇੱਕ ਐਸੇ ਸੀਗਾ ਜਿਹੜਾ ਮੈਂ ਤੁਹਾਨੂੰ ਸੈਂਡ ਕੀਤਾ ਸੀ, ਐਂਡ ਇੱਕ ਬੱਚੇ ਨੇ ਉਹਦਾ ਥੀਮ ਕੱਢਿਆ ਵੀ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਨਹੀਂ ਪਾਉਣਾ ਚਾਹੀਦਾ, ਬੱਚੇ ਜੋ ਕਰਨਾ ਚਾਹੁੰਦੇ ਉਹਨਾਂ ਨੂੰ ਕਰ ਲੈਣ ਦੇਣਾ ਚਾਹੀਦਾ। ਇਸ ਸਿੰਗਲ ਚੀਜ਼ ਦੇ ਉੱਤੇ ਇੰਨਾ ਐਸੇ ਲਿਖ ਦਿੱਤਾ। ਫਿਰ ਮੈਂ ਉਸ ਬੱਚੇ ਨੂੰ ਇਹ ਰਿਵਿਊ ਭੇਜਿਆ ਕਿ ਤੂੰ ਇਸ ਚੀਜ਼ ਨੂੰ ਇਹਦੇ ਨਾਲ ਵੀ ਜੋੜ ਸਕਦਾ ਸੀ ਕਿ ਜਦੋਂ ਅਸੀਂ ਬੱਚਿਆਂ ਨੂੰ ਫੋਰਸ ਕਰਦੇ ਹਾਂ ਤੇ ਸਾਰੀ ਇੱਕੋ ਜਿਹੀ ਜਨਰੇਸ਼ਨ ਅਸੀਂ ਪੈਦਾ ਕਰ ਦਿੰਦੇ ਹਾਂ ਤੇ ਕ੍ਰੀਏਟੀਵਿਟੀ ਮਾਰ ਦਿੰਦੇ ਹਾਂ, ਤੇ ਉਹਦੇ ਨਾਲ ਹੁੰਦਾ ਕੀ ਹੈ, ਅਸੀਂ ਆਪਣੇ ਬੱਚਿਆਂ ਨੂੰ ਸਕਿੱਲ ਓਰੀਐਂਟਡ ਕੋਰਸਸ ਵੱਲ ਜਾਣ ਤੋਂ ਵੀ ਰੋਕ ਦਿੱਤਾ ਇਨ ਦ ਪਾਸਟ ਵੀ ਹੈਵ ਸੀਨ। ਨਹੀਂ ਤਾਂ ਬਹੁਤ ਸਾਰੇ ਬੱਚੇ ਗ੍ਰਾਫਿਕ ਡਿਜ਼ਾਈਨਿੰਗ, ਗੇਮਿੰਗ ਇਹ ਕਰ ਰਹੇ ਹੁੰਦੇ। ਫਿਰ ਅਸੀਂ ਇਹ ਡਾਇਮੈਂਸ਼ਨ ਲਿਆ ਸਕਦੇ ਸੀ ਇਸ ਐਸੇ ਦੇ ਵਿੱਚ ਕਿ ਐਜੂਕੇਸ਼ਨ ਜਿਹੜਾ ਹੈ ਉਹ ਨੇਸ਼ਨ ਬਿਲਡਿੰਗ ਦਾ ਕੰਮ ਹੈ, ਰਾਈਟ। ਉਹਦੇ ਵਿੱਚ ਕੀ ਸੀ, ਪੇਰੈਂਟਸ ਪ੍ਰੈਸ਼ਰ ਬਹੁਤ ਪਾਉਂਦੇ ਨੇ, ਰੈਟ ਰੇਸ ਦੇ ਵਿੱਚ ਬੱਚਾ ਫਸ ਜਾਂਦਾ ਹੈ, ਐਂਡ ਦੈਟਸ ਇਟ। ਇਸ ਥੀਮ ਨੂੰ ਰਿਪੀਟ ਕੀਤਾ ਗਿਆ, 7-8 ਐਗਜ਼ਾਮਪਲਸ ਉਹਦੇ ਵਿੱਚ ਪਾਣੀਆਂ ਪਈਆਂ, ਰਾਈਟ। ਸੋ ਫਿਰ ਅਸੀਂ ਦਿਸ ਨਿਊ ਐਜੂਕੇਸ਼ਨ ਪਾਲਿਸੀ ਦਾ ਉਹਦੇ ਵਿੱਚ ਡਾਇਮੈਂਸ਼ਨ ਲੈ ਕੇ ਆ ਸਕਦੇ ਸੀ। ਸੋ ਈਵਨ ਐਜੂਕੇਸ਼ਨ ਦੀ ਵੀ ਅਸੀਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਵੀ ਅਸੀਂ ਮਲਟੀਪਲ ਲੇਅਰਸ ਆਫ ਡਾਇਮੈਂਸ਼ਨਸ ਲੈ ਕੇ ਆਈਏ। ਅਦਰਵਾਈਜ਼ ਐਸੇ ਲਿਖਣ ਦਾ ਇੱਕ ਬੜਾ ਸਿੰਪਲ ਜਿਹਾ ਮਾਡਲ ਹੈ ਜਿਹੜਾ ਕੁਝ ਟੌਪਿਕਸ ਦੇ ਵਿੱਚ ਇੰਪਲੀਮੈਂਟ ਹੁੰਦਾ ਹੈ। ਉਹ ਕੀ ਹੈ, ਹਿਸਟੋਰੀਕਲ ਡਾਇਮੈਂਸ਼ਨ, ਪੋਲੀਟੀਕਲ ਡਾਇਮੈਂਸ਼ਨ, ਕੌਨਸਟੀਟਿਊਸ਼ਨਲ ਡਾਇਮੈਂਸ਼ਨ, ecological environmental dimension, ethical dimension, societal dimension, international dimension। ਸੋ ਇਦਾਂ ਤੁਸੀਂ ਆਪਣੇ ਸਬਜੈਕਟਸ ਦੇ ਅਕੋਰਡਿੰਗ ਸੋਚਣ ਦੀ ਕੋਸ਼ਿਸ਼ ਕਰਦੇ ਹੋ ਐਂਡ ਡਿਫਰੈਂਟ ਡਾਇਮੈਂਸ਼ਨਸ ਲੈ ਕੇ ਆਉਂਦੇ ਹੋ। ਹੈਡਿੰਗਸ ਦੇਣੀ ਹੈ, ਦੈਟ ਇਜ਼ ਫਾਈਨ। ਅਦਰਵਾਈਜ਼ ਜਦੋਂ ਆਈਡੀਆ ਚੇਂਜ ਕਰਨਾ ਹੈ ਐਸੇ ਦੇ ਵਿੱਚ, ਉਦੋਂ ਪੈਰਾਗ੍ਰਾਫ ਚੇਂਜ ਕਰਨਾ ਬਹੁਤ ਜ਼ਰੂਰੀ ਹੈ, ਰਾਈਟ। ਬਿਕੋਜ਼ ਦੈਟ ਇਜ਼ ਵੈਨ ਦ ਰੀਡਰ ਐਕਸਪੈਕਟਸ ਕਿ ਨਾਓ ਆਈ ਸ਼ੁਡ ਐਕਸਪੈਕਟ ਸਮਥਿੰਗ ਨਿਊ ਕਮਿੰਗ ਮਾਈ ਵੇ। ਠੀਕ ਗੱਲ ਹੈ ਜੀ। ਵਰਲਡ ਹਿਸਟਰੀ, ਯੂ ਆਰ ਆਸਕਿੰਗ ਕਿ ਵਰਲਡ ਹਿਸਟਰੀ ਕਿੱਥੋਂ ਪ੍ਰਪੇਅਰ ਕਰਨੀ ਹੈ। ਦੇਖੋ ਜਿਹੜਾ 2021 ਦਾ ਕੁਐਸਚਨ ਆਇਆ ਹੋਇਆ, ਦੈਟ ਇਜ਼ ਫਰੋਮ ਅਰਜੁਨ ਦੇਵ, ਓਲਡ ਐਨਸੀਈਆਰਟੀ। ਔਨ ਦ ਬੇਸਿਸ ਆਫ ਦੈਟ, ਤੇ ਹੋਰ ਕੋਈ ਬੁੱਕ ਇਨੀ ਡਿਟੇਲ ਦੇ ਵਿੱਚ ਡਿਸਕਸ ਵੀ ਨਹੀਂ ਕਰਦੀ, ਇਨੀ ਡਿਟੇਲ ਦੇ ਵਿੱਚ ਡਿਸਕਸ ਵੀ ਨਹੀਂ ਕਰਦੀ ਥਿੰਗਸ ਲਾਈਕ ਕੋਲੋਨਾਈਜੇਸ਼ਨ, ਡੀਕੋਲੋਨਾਈਜੇਸ਼ਨ, ਸਕ੍ਰੈਂਬਲ ਫॉर ਅਫਰੀਕਾ, ਇਹ ਸਾਰੀਆਂ ਚੀਜ਼ਾਂ ਉੱਥੇ ਹੈਡਿੰਗਸ ਵਗੈਰਾ ਪਾ ਕੇ ਕੀਤੀਆਂ ਹੋਈਆਂ ਨੇ। ਸੋ ਦੈਟ ਇਜ਼, ਅਗਰ ਤੁਸੀਂ ਇੱਕ ਸਿੰਗਲ ਅੱਛਾ ਸੋਰਸ ਫੋਲੋ ਕਰਨਾ ਹੈ ਤੇ ਉਹੀ ਹੈ ਅਰਜੁਨ ਦੇਵ ਦੀ ਪੁਰਾਣੀ ਐਨਸੀਈਆਰਟੀ ਕਿਤਾਬ, ਨਹੀਂ ਉਹਦੀ। ਸੇਮ ਇਸ਼ੂ ਲਾਈਕ ਪ੍ਰਦੀਪ, ਆਈ ਥਿੰਕ ਆਈ ਹੈਵ ਐਡਰੈਸਡ। हाँ वही, ओके, बहुत सारे सब्जेक्ट्स ਤੁਸੀਂ ਨਹੀਂ ਕੀਤੇ ਹੋਏ, आई हैव ऑलरेडी एड्रेस दैट। पॉलिटी, ये सब्जेक्ट्स की पाई जा रहे हो सारे, क्या पॉलिटी का की करना है? इट्स माय फर्स्ट मेंस, आई वांट टू क्लियर इट इन फर्स्ट अटेम्प्ट, सो जस्ट डोंट मेक दीज मिस्टेक्स। ਆਨਸਰ ਰਾਈਟਿੰਗ ਪ੍ਰੈਕਟਿਸ ਕਰਨੀ ਸਟਾਰਟ ਕਰ ਦਿਓ, ਸੋ ਦੈਟ ਬਹੁਤ ਸਾਰੀ ਮਿਸਟੇਕਸ ਜਿਹੜੀਆਂ ਤੁਸੀਂ ਹੁਣ ਰਿਅਲਾਈਜ਼ ਕਰਨੀਆਂ ਉਹ ਐਗਜ਼ਾਮ ਦੇ ਵਿੱਚ ਰਿਅਲਾਈਜ਼ ਨਾ ਕਰਿਓ। ਇੰਗਲਿਸ਼ ਜਾਂ ਪੰਜਾਬੀ ਲੈਂਗੁਏਜ ਦੇ ਨਾਲ, ਆਰ ਯੂ ਆਸਕਿੰਗ ਕਿ ਮੀਡੀਅਮ ਆਫ ਆਨਸਰਸ ਜੇ ਤੁਸੀਂ ਪੰਜਾਬੀ ਚੂਜ਼ ਕਰ ਲੈਣੋ ਕਿ ਉਹਦੇ ਨਾਲ ਕੋਈ ਨੈਗੇਟਿਵ ਇੰਪੈਕਟ ਪਏਗਾ, ਕਿ ਇਹ ਚੀਜ਼ ਆਪਾਂ ਪੁੱਛ ਰਹੇ ਹਾਂ ਜੀ। ਸੋ ਅਗਰ ਇਹ ਕੁਐਸਚਨ ਹੈ, ਇਫ ਆਈ ਹੈਵ ਇੰਟਰਪ੍ਰੀਟਡ ਦ ਕੁਐਸਚਨ ਰਾਈਟ, ਸੋ ਆਈਡੀਆਜ਼ ਅਗਰ ਅੱਛੇ ਹੋਣ ਤੇ ਇੰਪੈਕਟ ਨਹੀਂ ਪੈਣਾ ਚਾਹੀਦਾ। ਬਟ ਆਈਡੀਆਜ਼ ਜਦੋਂ ਪੰਜਾਬੀ ਮੀਡੀਅਮ ਦੇ ਬੱਚਿਆਂ ਨਾਲ ਗੱਲ ਕਰੀਦੀ ਹੈ ਤੇ ਉਹਨਾਂ ਨੂੰ ਕਹੀਦਾ ਵੀ ਤੁਸੀਂ ਕਿੱਥੋਂ ਪੜ੍ਹਦੇ ਹੋ, ਰਾਈਟ। ਲਾਈਕ ਇਫ ਫॉर ਐਨੀ ਇਸ਼ੂ ਇਨਫਰਾਸਟ੍ਰਕਚਰ ਰਿਲੇਟਡ ਰੀਸੈਂਟ ਇਨੀਸ਼ੀਏਟਿਵਸ ਬਾय ਗਵਰਨਮੈਂਟ ਆਫ ਇੰਡੀਆ, ਅਗਰ ਮੈਂ ਇਹ ਚੀਜ਼ ਸਰਚ ਕਰ ਲਵਾਂ ਮੈਨੂੰ 10 ਆਪਸ਼ਨਸ ਮਿਲ ਜਾਣਗੇ ਅੱਛੇ ਰੀਡ ਕਰਨ ਵਾਸਤੇ। ਹੁਣ ਇਹ ਚੀਜ਼ ਜਦੋਂ ਮੈਂ ਪੰਜਾਬੀ ਲੈਂਗੁਏਜ ਦੇ ਵਿੱਚ ਰੀਡ ਕਰਨੀ ਹੈ ਤੇ ਮੈਂ ਕੀ ਕਰਾਂਗਾ, ਮੇਰੇ ਮਾਈਂਡ ਦੇ ਵਿੱਚ ਇਹ ਚੀਜ਼ ਬਹੁਤ ਕਲੀਅਰ ਨਹੀਂ ਹੈ। ਸੋ ਬੱਚੇ ਕਿੱਥੋਂ ਰਿਸਰਚ ਕਰਦੇ ਨੇ, ਕਰੰਟ ਅਫੇਅਰਸ ਕਿੱਥੋਂ ਪ੍ਰਪੇਅਰ ਕਰਦੇ ਨੇ, ਆਈ ਹੈਵ ਨੋ ਆਈਡੀਆ। ਸੋ ਔਨ ਦ ਬੇਸਿਸ ਆਫ ਦੈਟ, ਹਿੰਦੀ ਮੀਡੀਅਮ ਵਾਲੇ ਬੱਚੇ ਵੀ ਸਟਰਗਲ ਕਰ ਰਹੇ, ਪੰਜਾਬੀ ਮੀਡੀਅਮ ਦਾ ਕੰਟੈਂਟ ਤਾਂ ਹੋਰ ਥੋੜਾ ਹੈ। ਸੋ ਉਹਦੇ ਕਰਕੇ ਕੀ ਹੁੰਦਾ, ਆਈਡੀਆਜ਼ ਦੀ ਕੁਆਲਿਟੀ ਥੋੜੀ ਜੀ ਕਈ ਵਾਰ ਘਟ ਜਾਂਦੀ ਹੈ। ਬਟ ਜੇ ਕੋਈ ਬੱਚਾ ਹੋਵੇ ਜਿਹੜਾ ਬੜੀ ਅੱਛੀ ਰਿਸਰਚ ਵਗੈਰਾ ਕਰ ਲਵੇ, ਬੜੀ ਅੱਛੀ ਰੀਡਿੰਗ ਕਰ ਰਿਹਾ ਹੈ, ਇੰਗਲਿਸ਼ ਦੇ ਵਿੱਚ ਵੀ ਕੁਝ ਪੜ੍ਹਨਾ ਪੈ ਰਿਹਾ ਤੇ ਉਹਨੂੰ ਪੰਜਾਬੀ ਦੇ ਵਿੱਚ ਉਹਦਾ ਤਰਜਮਾ ਅੱਛਾ ਕਰ ਲੈ ਰਿਹਾ, ਸੋ ਦੈਨ ਆਈ ਡੋਂਟ ਥਿੰਕ ਦੇयर शुड बी एनी प्रॉब्लम। What to follow for Punjab related stuff like history, geography, economics, internal security of Punjab, etc., and Punjabi and English language, grammars. I am UPSC aspirant prepared for UPSC mains. I have notes of overlapping subjects, but the extra portion is pending. Now, see, earlier we used to say कि BA ਤੇ MA ਦੀਆਂ ਕਿਤਾਬਾਂ ਨੇ ਉਹਦੇ ਵਿੱਚ sectional ਤੁਸੀਂ history ਵਗੈਰਾ cover ਕਰ ਲੈਣੇ ਹੋ। But this time, at least to the students that I know, ਉਹਨਾਂ ਨੂੰ ਮੈਂ ਇਹ ਕਹਿ ਰਿਹਾ ਕਿ AI ਜਿਹੜੀ ਹੈ ਉਹਨੇ ਇੰਟਰਨੈਟ ਦੇ ਉੱਤੇ ਅਵੇਲੇਬਲ ਹਰ ਇੱਕ ਕਿਤਾਬ ਦਾ ਨਿਚੋੜ ਕੱਢ ਕੇ ਤੁਹਾਨੂੰ ਐਨਾਲਿਸਿਸ ਦੇ ਦੇਣਾ ਹੈ। Even if you will say ਕਿ ਮਹਾਰਾਜਾ ਰਣਜੀਤ ਸਿੰਘ ਬਾਰੇ complete background history about his administration, civil affairs, his warfare, everything, his administration, inclusion of
ਪੀਪਲ ਫਰੋਮ ਡਿਫਰੈਂਟ ਕਮਿਊਨਿਟੀ, ਸਾਨੂੰ ਇੰਨੀ ਚੀਜ਼ ਦਾ ਬੈਕਗਰਾਉਂਡ ਪਤਾ ਹੈ ਨਾ। ਅਸੀਂ ਪ੍ਰੋਮਪਟ ਜੇ ਅੱਛਾ ਦਈਏ ਤੇ ਉਹਨੇ ਇੱਕ ਜਾਂ ਦੋ ਬੁੱਕ ਨਹੀਂ, ਉਹਨੇ ਮਲਟੀਪਲ ਬੁੱਕਸ ਜਿਹੜੀਆਂ ਅਵੇਲੇਬਲ ਨੇ ਔਨ ਇੰਟਰਨੈਟ, ਉਹਨੂੰ ਐਨਾਲਾਈਜ਼ ਕਰਕੇ ਸਾਨੂੰ ਬਹੁਤ ਅੱਛਾ, ਚਾਹੇ ਤੁਸੀਂ 1000 ਵਰਡਸ ਪੜ੍ਹਨੇ ਆ 1000 ਵਰਡਸ ਦੇ ਵਿੱਚ ਉਹਨੂੰ ਕਹਿ ਦਿਓ ਲਿਖਣ ਨੂੰ, ਐਜ਼ ਮਚ ਡਿਟੇਲ ਔਰ ਐਜ਼ ਕੰਸਾਈਜ਼ ਦੈਟ ਯੂ ਵਾਂਟ। ਸੋ ਆਈ ਵਾਂਟ ਦ ਸਟੂਡੈਂਟਸ ਕਿ ਇਸ ਵਾਰ ਉਹ ਬੀਏ ਦੀ ਜਿਹੜੀ ਹਿਸਟਰੀ ਐਂਡ ਕਲਚਰ ਆਫ ਪੰਜਾਬ ਉਹ ਕਿਤਾਬ ਹੈਗੀ ਹੈ, ਉਹਨੂੰ ਤਾਂ ਤੁਸੀਂ ਚਲੋ ਰੱਖ ਲਓ ਜਸਟ ਟੂ ਬੀ ਸੇਫ ਐਂਡ ਫੀਲ ਕੌਨਫੀਡੈਂਟ, ਬਟ ਤੁਸੀਂ AI ਤੋਂ ਇੱਕ ਵਾਰ ਪ੍ਰੋਮਪਟ ਦੇ ਕੇ ਦੇਖੋ। ਹੁਣ ਤਾਂ ਬੁੱਕਸ ਲਿਖਵਾਈਆਂ ਜਾ ਰਹੀਆਂ ਨੇ ਯੂਜ਼ਿੰਗ ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਪੰਜਾਬ ਦਾ ਇਕੋਨਮੀ, ਹਿਸਟਰੀ, ਜੋਗਰਾਫੀ, ਇਹ ਸਾਰਾ ਕੁਝ ਤੁਹਾਨੂੰ ਉੱਥੋਂ ਬਹੁਤ ਅੱਛਾ ਆ ਜਾਏਗਾ। ਬਾਕੀ ਕੋਈ ਵੀ ਪੰਜਾਬ ਜੀ ਕੇ ਬੁੱਕ ਯੂ ਕੈਨ ਰੀਡ ਫॉर द बेसिक्स, ਰਾਈਟ, ਅਗਰ ਬੇਸਿਕ ਕੁਐਸਚਨ ਪੁੱਛਿਆ ਜਾਂਦਾ ਤਾਂ। ਐਂਡ ਵੀ ਨੋ ਕਿ ਉਹ ਬੇਸਿਕ ਜਿਹੜਾ ਹੈ ਉਹ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਮਿਲਦਾ ਪੰਜਾਬ ਜੀਕੇ ਦੀ ਬੁੱਕਸ ਦੇ ਵਿੱਚ। ਡੋਮਿਸਾਈਲ ਨੀਡਡ ਹੈ ਮੇਨਸ ਫਾਰਮ ਲਈ, आई डिडंट गेट योर क्वेश्चन। डोमिसाइल नीडेड है मतलब आई यू फ्रॉम पंजाब और हिमाचल और हरियाणा, ਤੇ ਜੇ ਹਰਿਆਣੇ ਚੋਂ ਤੇ ਡੋਮਿਸਾਈਲ ਚਾਹੀਦਾ ਹੈ। ਜੋ ਦੇਖੋ ਹੁਣ ਡਾਕੂਮੈਂਟਸ ਦੀ ਲਿਸਟ ਜਿਹੜੀ ਆ ਉਹ ਪਿਛਲੇ, ਜਿਹੜਾ ਨੋਟਿਸ ਮੈਂ ਤੁਹਾਨੂੰ ਭੇਜਿਆ ਜਿਹਦੇ ਵਿੱਚ ਲਿਖਿਆ ਹੋਇਆ 2021 ਦੇ ਵਿੱਚ ਵੀ ਇਸ ਨੋਟਿਸ ਦੇ ਨਾਲ ਡਾਕੂਮੈਂਟਸ ਦੀ ਲਿਸਟ ਲੱਗੀ ਹੋਈ ਹੈ, ਅਸਲ ਦੇ ਵਿੱਚ ਲੱਗੀ ਨਹੀਂ ਹੋਈ ਉਸ ਡਾਕੂਮੈਂਟ ਦੇ ਨਾਲ। ਸੋ ਹੋਇਆ ਕੀ ਸੀ, ਜਦੋਂ ਐਪਲੀਕੇਸ਼ਨ ਫਾਰਮ ਖੁੱਲਿਆ ਸੀ ਮੇਨਸ ਵਾਸਤੇ, ਉਹਦੇ ਨਾਲ ਇੱਕ ਡਾਕੂਮੈਂਟ ਦੀ ਲਿਸਟ ਸੀਗੀ, ਉਹ ਮੰਗਿਆ ਸੀ ਜਿਹੜੇ ਬੇਸਿਕ ਡਾਕੂਮੈਂਟਸ ਹੁੰਦੇ ਨੇ, ਕਾਸਟ, ਡਿਸੇਬਿਲਿਟੀ ਸਰਟੀਫਿਕੇਟ, ਵਾਟਐਵਰ ਇਜ਼ ਰੈਲੇਵੈਂਟ ਫॉर ਯੂ, ਕਾਲਜ ਡਿਗਰੀ ਐਂਡ ਆਲ ਥੀਸ ਥਿੰਗਸ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਰੱਖਣੀਆਂ ਨੇ। ਇਫ ਯੂ ਆਰ ਫਰਮ ਅਨਦਰ ਸਟੇਟ, ਫਿਰ ਤੁਹਾਡੇ ਕੋਲ ਡੋਮਿਸਾਈਲ ਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਰਵਿੰਦਰ ਜੀ, you are saying how to manage preparation of main while doing government duty posted as naib tahsildar, right? From, are you from Gill Tehsil, लुधियाना? सो सी, अब टाइम ਤਾਂ ਦੇਣਾ ਪਏਗਾ। ਤੁਸੀਂ ਆਪਣੀ ਪੜ੍ਹਾਈ ਨੂੰ ਹੋਰ ਪ੍ਰਾਇੋਰਟਾਈਜ਼ ਕਰ ਸਕਦੇ ਹੋ, ਹੈ ਨਾ। ਹੋਰ ਪ੍ਰਾਇੋਰਟਾਈਜ਼ ਕਰਨ ਦਾ ਮਤਲਬ ਕੀ ਹੈ ਕਿ ਤੁਸੀਂ ਬਿਲਕੁਲ ਹੀ ਬੇਸਿਕਸ ਇਕੋਨਮੀ ਦਾ ਨਾ ਪੜੋ, ਟੱਚ ਵੀ ਨਾ ਕਰੋ ਬੇਸਿਕ ਇਕੋਨਮੀ ਸਬਜੈਕਟ ਦਾ, ਬਿਕੋਜ਼ ਪਿਛਲੀ ਵਾਰ 10 ਚੋਂ 9 ਕੁਐਸਚਨ ਕਰੰਟ ਅਫੇਅਰਸ ਤੋਂ ਆਏ ਹੋਏ ਸੀ, ਔਰ 10ਵਾਂ ਕੁਐਸਚਨ ਵੀ ਇਹੋ ਜਿਹਾ ਸੀ ਕਿ ਜੇ ਤੁਸੀਂ ਪ੍ਰੀਲਿਮਸ ਵਾਸਤੇ ਇਕੋਨਮੀ ਪੜ੍ਹੀ ਹੈ ਤੁਸੀਂ ਉਹਨੂੰ ਮੈਨੇਜ ਕਰ ਲੋਗੇ। ਸੋ ਤੁਸੀਂ ਸਿਰਫ ਤੇ ਸਿਰਫ ਕਰੰਟ ਅਫੇਅਰਸ ਦੀ ਪ੍ਰੈਪਰੇਸ਼ਨ ਕਰੋ ਫॉर GS ਪੇਪਰ 2 3 4, ਐਂਡ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਨੇ ਉਹਨਾਂ ਨੂੰ ਪ੍ਰੈਕਟਿਸ ਕਰੋ, ਐਂਡ ਆਨਸਰ ਰਾਈਟਿੰਗ ਜਿਹੜੀ ਉਹ ਇਵੈਲੂਏਟ ਕਰਵਾਓ ਰੈਲੇਵੈਂਟ ਟੀਚਰਸ ਕੋਲੋਂ। ਫॉर एग्जांपल ਜਿਹੜੇ ਟੀਚਰਸ एथिक्स ਦੀ ਕਲਾसेस ਲੈ ਰਹੇ ਨੇ, ਯੂ ਡਿਸਕਸ एथिक्स ਵਿਦ them, ਯੂ ਕੈਨ ਕ੍ਰਾਸ ਡਿਸਕਸ ਥਿੰਗਸ, ਦੈਟ ਇਜ਼ ਨਾਟ ਅ ਪ੍ਰੋਬਲਮ। ਤੁਸੀਂ ਕੋਈ ਕਿਸੇ ਵੀ ਟੀਚਰ ਨਾਲ ਕੋਈ ਵੀ ਚੀਜ਼ ਡਿਸਕਸ ਕਰ ਲਓ, ਉਹ ਕੋਈ ਪ੍ਰੋਬਲਮ ਨਹੀਂ ਹੈ। ਬਟ ਮੈਨੂੰ ਲੱਗਦਾ ਟੀਚਰਸ ਵੀ ਤੁਹਾਨੂੰ ਇਹੀ ਕਹਿਣਗੇ। ਸੋ ਤੁਸੀਂ ਆਪਣੇ ਆਨਸਰਸ ਦਿਖਾਓ, ਕਿਉਂਕਿ ਇਹਦੇ ਇਸ ਕੁਐਸਚਨ ਨੂੰ ਅਸਲ ਦੇ ਵਿੱਚ ਆਨਸਰ ਕਰਨ ਵਾਸਤੇ ਵੀ ਨੀਡ ਟੂ ਹੈਵ ਯੋਰ ਆਨਸਰ ਇਨ ਫਰੰਟ ਆਫ ਅਸ। ਜੇ ਤੁਹਾਡਾ ਆਨਸਰ ਹੋਏਗਾ ਨਾ ਅਕੋਰਡਿੰਗ ਟੂ, ਕਈ ਵਾਰ ਕੀ ਹੁੰਦਾ ਹੈ ਆਨਸਰ ਦੇਖ ਕੇ ਬਹੁਤ ਅੱਛਾ ਲੱਗਦਾ ਹੈ ਕਿ ਦਿਸ ਚਾਈਲਡ ਇਜ਼ ਡੂਇੰਗ ਗੁੱਡ, ਇਹਨੂੰ ਖਿੱਚਿਆ ਜਾ ਸਕਦਾ ਹੈ ਅਗਲੇ 70-80 ਦਿਨਾਂ ਦੇ ਵਿੱਚ। ਸਮਟਾਈਮਸ ਵੀ ਫੀਲ ਕਿ ਲੈਕ ਆਫ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ, ਉਹਦੇ ਵਾਸਤੇ ਫਿਰ ਕੀ ਕਰਨਾ ਹੈ, ਅਕੋਰਡਿੰਗ ਟੂ ਦ ਆਨਸਰ ਰਾਈਟਿੰਗ ਐਂਡ ਦ ਸਟੇਜ ਆਫ ਪ੍ਰੈਪਰੇਸ਼ਨ ਫਿਰ ਸੁਜੈਸਟ ਕੀਤਾ ਜਾ ਸਕਦਾ ਹੈ। ਮਾਈ ਪਲੇਨ ਐਂਡ ਸਿੰਪਲ ਸੁਜੈਸ਼ਨ ਫॉर ਆਲ ਦ ਸਬਜੈਕਟਸ ਇਜ਼ ਕਿ ਫੋਕਸ ਓਨਲੀ ਔਨ ਦ ਮੋਸਟ ਇੰਪੋਰਟੈਂਟ ਥਿੰਗਸ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹਦੇ ਬਾਰੇ ਕੁਝ ਵੀ ਨਾ ਪੜ੍ਹ ਕੇ ਜਾਈਏ, ਤੇ ਜਿਹੜੀ ਰੈਜ਼ੀਡਲ ਰੀਡਿੰਗ ਆਪਾਂ ਕੀਤੀ ਹੁੰਦੀ ਹੈ ਪਿਛਲੇ ਕਈ ਸਾਲਾਂ ਤੋਂ, ਤੁਸੀਂ ਵੀ ਤਿਆਰੀ ਕਰ ਰਹੇ ਹੋਗੇ, ਉਹਦੇ ਨਾਲ ਆਪਾਂ ਕੁਝ ਨਾ ਕੁਝ ਡੀਸੈਂਟਲੀ ਲਿਖ ਸਕਦੇ ਹਾਂ। ਆਨਸਰ ਦਾ ਸਟਰਕਚਰ ਜਿਹੜਾ ਹੈ ਉਹ ਅਸੀਂ ਬੈਟਰ ਕਰ ਲਈਏ, ਹੈ ਨਾ। नंबर ऑफ पेजेस, सो देखो व्हेन इट इज रिटन, सिंपल रूल, बेसिक रूल की होता है कि वी मार्क्स करीब करीब 200 वर्ड्स, नॉट मोर देन 200 वर्ड्स यू कैन से, और you can exceed 20 plus minus. Similarly 15 you are supposed to write 150 words, but question paper ਦੇ ਵਿੱਚ ਲਿਖਿਆ ਹੋਏਗਾ ਵੀ ਤੁਸੀਂ ਕਿੰਨੇ words ਜਿਹੜੇ ਨੇ ਉਹਦਾ ਆਨਸਰ ਲਿਖਣਾ ਹੈ। 15 ਦੇਖੋ ਤੁਹਾਡੇ ਕੋਲ ਕੁਐਸਚਨਸ ਨੇ, ਤੁਸੀਂ ਇਹ ਤਿਆਰੀ ਜਦੋਂ ਘਰ ਦੇ ਵਿੱਚ ਕਰਕੇ ਜਾਣੀ ਹੈ ਤਾਂ ਤੁਸੀਂ 10 ਕੁ ਮਿੰਟ ਲਗਾਣੇ ਇੱਕ ਕੁਐਸਚਨ ਦੇ ਉੱਤੇ, ਨਾਟ ਮੋਰ ਦੈਨ ਦੈਟ, ਹੈ ਨਾ। 10 ਕੁ ਮਿੰਟ ਦੀ ਐਵਰੇਜ ਤੁਸੀਂ ਲੈ ਕੇ ਚੱਲਣੀ ਹੈ, ਉੱਥੇ ਥੋੜੀ ਜੀ ਵੱਧ ਵੀ ਜਾਂਦੀ ਹੁੰਦੀ ਹੈ। ਸਮਥਿੰਗ ਹੈਪਨਸ ਟੂ ਐਵਰੀਬਡੀ। ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਕੁਆਲਿਟੀ ਆਫ ਆਈਡੀਆਜ਼ ਐਂਡ ਦ ਟਾਈਮ ਟੇਕਨ ਉਹ ਥੋੜਾ ਜਿਹਾ ਵੱਧ ਜਾਂਦਾ ਹੈ ਨਾ। ਇਸ ਲਈ ਮੈਂ ਅੱਜ ਆਈ ਥਿੰਕ ਉਹ ਸ਼ਾਰਟ ਪਤਾ ਨਹੀਂ ਅਪਲੋਡ ਹੋਇਆ YouTube ਦੇ ਉੱਤੇ ਜਾਂ ਨਹੀਂ, 2:30 ਤੋਂ 5:30 ਵਜੇ ਤੁਹਾਡਾ ਪੇਪਰ ਹੁੰਦਾ ਹੈ। ਤੁਸੀਂ 2:30 ਤੋਂ 5:30 ਵਜੇ ਵਾਲਾ ਟਾਈਮ ਸਲੋਟ ਹੈ, ਉਹ ਰੋਜ਼ ਤੁਸੀਂ ਆਨਸਰ ਰਾਈਟਿੰਗ ਕਰਨ ਵਾਸਤੇ ਯੂਜ਼ ਕਰੋ। ਡੇਲੀ ਰਾਈਟ ਆਨਸਰਸ ਡਿਊਰਿੰਗ ਦੈਟ ਟਾਈਮ।
ਹੁਣ ਤੁਸੀਂ ਅਗਰ ਟਾਈਮ ਦੇ ਰਹੇ ਹੋ ਜ਼ਿਆਦਾ ਰੀਡਿੰਗ ਵਾਸਤੇ, ਸੋ ਸਲੋਲੀ ਗ੍ਰੈਜੂਅਲੀ ਤੁਸੀਂ 2.5 ਤੋਂ 3.5 ਯੂਜ਼ ਕਰੋ, ਫਿਰ 2.5 ਤੋਂ 4.5 ਹੋ ਜਾਓ, 2.5 ਤੋਂ 5.5। ਇਫ ਯੂ ਫੀਲ ਸਲੀਪੀ ਡਿਊਰਿੰਗ दैट ਪੀਰੀਅਡ, ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਉੱਥੇ ਹੀ ਪ੍ਰੈਕਟਿਸ ਕਰੋ। Alright, kindly share test series schedule again. Alright, so I'll just show you. There are so many messages. मैं ਤੁਹਾਨੂੰ ਟੈਸਟ ਸੀਰੀਜ਼ ਦਾ ਸ਼ਡਿਊਲ ਦਿਖਾਣਾ ਹੀ ਹੈ ਤੇ ਡਰਾਈਵ ਵੀ ਦਿਖਾਣੀ ਹੈ ਗੂਗਲ ਦੀ। ਪਹਿਲੇ ਦਿਖਾ ਲਈਏ ਜੀ ਪਹਿਲੇ ਉਹ। Let me just first of all show you the drive. Alright, see, ਤੁਹਾਨੂੰ ਸਕਰੀਨ ਸ਼ੇਅਰ ਹੋ ਰਹੀ ਹੋਏਗੀ, ਹੋ ਰਹੀ ਹੈ ਜੀ? Screen sharing is paused. हाँ जी, you can come offline for the test जी। I have said that just coordinate with the branch manager and ਉਹ ਤੁਹਾਨੂੰ ਟਾਈਮ ਦੱਸ ਦੇਣਗੇ ਕਿ ਕਦੋਂ ਟਾਈਮ ਅਵੇਲੇਬਲ ਹੈ। Now you can see the screen, right? Just confirm quickly they can you see the screen? Now see this, ਇਹ ਹੈ ਜੀ ਡਰਾਈਵ। ਤੁਹਾਨੂੰ ਇਸ ਡਰਾਈਵ ਦਾ ਐਕਸੈਸ ਸ਼ੇਅਰ ਹੋਏਗਾ। ਬਹੁਤ ਸਿੰਪਲ ਜੀ ਚੀਜ਼ ਹੈ। ਆ ਦੇਖੋ, ਸਭ ਤੋਂ ਪਹਿਲੇ ਤੁਹਾਨੂੰ ਦਿਖ ਰਿਹਾ ਹੈ ਇੱਥੇ ਆਨਸਰ ਰਾਈਟਿੰਗ ਪ੍ਰੋਗਰਾਮ, ਰਾਈਟ? ਵੀ ਆਰ ਨਾਟ ਕਾਲਿੰਗ ਦਿਸ ਟੈਸਟ ਸੀਰੀਜ਼ ਬਿਕੋਜ਼ ਦਿਸ ਇਜ਼ ਅ ਪ੍ਰੋਗਰਾਮ। ਮਤਲਬ ਇਹਦੇ ਵਿੱਚ ਕੀ ਹੈ ਕਿ ਜਿਹੜੀ ਸਾਡੀ ਕਲਾਸਿਸ YouTube ਦੇ ਉੱਤੇ ਲੱਗ ਰਹੀਆਂ ਨੇ ਡਿਫਰੈਂਟ ਸਬਜੈਕਟਸ ਦੀਆਂ, ਐਂਡ ਉਹਨਾਂ ਕਲਾਸਿਸ ਦੇ ਐਂਡ ਦੇ ਵਿੱਚ ਜਾਂ ਫਿਰ ਮਿਡਲ ਦੇ ਵਿੱਚ ਸਮਟਾਈਮਸ ਇੱਕ ਕੁਐਸਚਨ ਸ਼ੇਅਰ ਕੀਤਾ ਜਾਂਦਾ ਹੈ ਜਿਹਦੀ ਤੁਸੀਂ ਪ੍ਰੈਕਟਿਸ ਕਰਕੇ ਸਾਨੂੰ ਸੈਂਡ ਕਰ ਦਿਓ, ਹੈ ਨਾ? ਇਹਦੇ ਵਿੱਚ ਉਹਦੇ ਮਾਡਲ ਆਨਸਰਸ ਇਸ ਤਰੀਕੇ ਨਾਲ, ਕਿਹੜੇ ਟੀਚਰ ਨੇ ਕਿਹੜੀ ਕਲਾਸ ਦੇ ਵਿੱਚ ਕਿਹੜਾ ਟੌਪਿਕ ਦਿੱਤਾ ਸੀ, ਉਹ ਤੁਹਾਨੂੰ ਇਦਾਂ ਮਿਲ ਜਾਂਦਾ ਹੈ, right? For example, I'll show this. See, write the differences between Gandhara, Mathura, Amravati, schools of sculpture. So, eda discuss the architectural innovations during Mughal period, focusing on fusion of Persian and Indian style. So, ਇਹ ਵਿਜੇ ਸਰ ਨੇ questions ਦਿੱਤੇ ਹੋਏ ਨੇ। Similarly, ਇਦਾਂ ਹੀ ਸਾਰੇ ਤੁਹਾਨੂੰ ਇੱਥੇ ਮਾਡਰਨ ਹਿਸਟਰੀ, ਆਰਟ ਐਂਡ ਕਲਚਰ ਵਿਜੇ ਸਰ ਨੇ ਕਲਾਸਿਸ ਲਿੱਤੀਆਂ ਨੇ ਹੁਣ ਤੱਕ। ਅਭਿਨਵ ਸਰ ਦੇ ਇੰਟਰਨਲ ਸਿਕਿਉਰਿਟੀ ਦੇ ਇੱਥੇ ਕੁਐਸਚਨਸ ਤੇ ਆਨਸਰਸ ਪਏ ਹੋਏ ਨੇ। ਸੋ ਇਹ ਤਾਂ ਹੋ ਗਏ ਆਨਸਰ ਰਾਈਟਿੰਗ ਇਵੈਲੂਏਸ਼ਨ ਵਾਲੇ ਕੁਐਸਚਨਸ ਜਿਹੜੇ ਤੁਸੀਂ ਪ੍ਰੈਕਟਿਸ ਕਰਕੇ ਸਾਨੂੰ ਭੇਜ ਸਕਦੇ ਹੋ। ਮੂਵਿੰਗ ਔਨ, ਸੈਕੰਡ ਮੇਨਸ ਆਨਸਰ ਰਾਈਟਿੰਗ ਟੈਸਟ ਸੀਰੀਜ਼। ਇਹਦੇ ਵਿੱਚ ਆਪਾਂ ਚਲੇ ਗਏ। ਸਭ ਤੋਂ ਪਹਿਲੇ ਕੁਐਸਚਨ ਸੈਕਸ਼ਨ ਦੇ ਵਿੱਚ ਨੀਚੇ ਆ ਦਿੱਤੀ ਹੋਈ ਹੈ ਜੀ ਟੈਸਟ ਸੀਰੀਜ਼ ਦਾ ਸ਼ਡਿਊਲ। ਨਾਓ ਦ ਥਿੰਗ ਵਾਸ, ਬਹੁਤ ਸਾਰੇ ਬੱਚਿਆਂ ਨੇ ਜਦੋਂ ਪ੍ਰੀਲਿਮਸ ਦਿੱਤਾ ਉਹਨਾਂ ਨੇ ਕਿਹਾ ਜੀ ਸਾਡਾ ਤਾਂ ਪ੍ਰੀਲਿਮਸ ਕਲੀਅਰ ਹੈ ਫॉर श्योर ਐਂਡ ਵੀ ਵਾਂਟ ਟੂ ਸਟਾਰਟ ਰਾਈਟਿੰਗ ਟੈਸਟ, ਵੀ ਆਰ ਪ੍ਰੀਪੇਅਰਡ ਫॉर ਮੇਨਸ ਆਲਸੋ। ਸੋ ਉਹਨਾਂ ਵਾਸਤੇ ਟੈਸਟ ਸੀਰੀਜ਼ ਸਟਾਰਟ ਹੋ ਗਈ ਸੀ। ਤੁਸੀਂ ਜਿਹੜੇ ਟੈਸਟ ਹੁਣ ਤੱਕ ਮਿਸ ਕਰ ਚੁੱਕੇ ਹੋ ਬਿਕੋਜ਼ ਟੁਡੇ ਇਜ਼ 14th ਆਫ ਜਨਵਰੀ, ਸੋ 11th ਆਫ ਜਨਵਰੀ ਤੱਕ ਦੇ ਟੈਸਟ ਜਿਹੜੇ ਨੇ ਉਹ ਸਾਰੇ ਇਸ ਡਰਾਈਵ ਦੇ ਵਿੱਚ ਜਿਹੜੀ ਤੁਹਾਡੇ ਨਾਲ ਸ਼ੇਅਰ ਹੋਈ ਹੈ ਇੱਥੇ, ਇਫ ਯੂ ਕੈਨ ਸੀ ਦਿਸ, ਦੇ ਆਰ ਅਵੇਲੇਬਲ ਹੇਅਰ। ਸੋ ਇਫ ਯੂ ਫਾਈਂਡ ਕਿ ਮੈਨੂੰ ਸੁਸਾਇਟੀ ਦਾ ਟੈਸਟ ਦੇ ਲੈਣਾ ਚਾਹੀਦਾ ਹੈ ਤੇ ਇੱਥੇ ਸੁਸਾਇਟੀ ਦਾ ਟੈਸਟ ਖੋਲੋ, ਇਹਨੂੰ ਪ੍ਰਿੰਟ ਕਰੋ, ਆਨਸਰ ਸ਼ੀਟ ਚੱਕੋ ਐਂਡ ਸਟਾਰਟ ਗਿਵਿੰਗ ਦਾ ਟੈਸਟ। ਸਮਝ ਗਏ ਜੀ ਇਸ ਗੱਲ ਨੂੰ? ਸੋ that is about the test series after answer writing program, right? ਸੋ ਇਹ ਸਟੈਟਿਸਟਿਕਸ ਦੇ ਫੋਲਡਰ ਨੇ, ਇਹਦੇ ਵਿੱਚ ਪ੍ਰੈਕਟਿਸ ਕੁਐਸਚਨ ਤੇ ਸਟੈਟਿਸਟਿਕ ਦੇ ਟੈਸਟ ਸਰ ਨੇ ਤੁਹਾਡੇ ਨਾਲ, ਪੰਕਜ ਸਰ ਨੇ ਸ਼ੇਅਰ ਕੀਤੇ ਹੋਏ ਨੇ। ਐਂਡ ਦਿਸ ਇਜ਼ ਸਮ ਵੈਲਿਊ ਐਡਡ ਮਟੀਰੀਅਲ। ਫॉर ਐਗਜ਼ਾਮਪਲ ਇੰਟਰੋਡਕਸ਼ਨ ਐਂਡ ਕਨਕਲੂਜਨ ਵਾਲਾ ਇੱਕ ਡਾਕੂਮੈਂਟ ਤੁਹਾਡੇ ਨਾਲ ਸ਼ੇਅਰ ਹੋਇਆ ਸੀ ਕਿ ਤੁਸੀਂ ਇਹਨਾਂ ਟੌਪਿਕਸ ਦੇ ਉੱਤੇ ਜੇ ਕੋਈ ਐਸੇ ਜਾਂ ਆਨਸਰ ਰਾਈਟਿੰਗ ਕਰਨੀ ਹੈ ਤੇ ਤੁਸੀਂ ਇਹ ਕੁਝ ਇੰਟਰੋਡਕਸ਼ਨ ਐਂਡ ਕਨਕਲੂਜਨ ਤੋਂ ਇੰਸਪੀਰੇਸ਼ਨ ਲੈ ਸਕਦੇ ਹੋ। ਇਜ਼ ਦਿਸ ਕਲੀਅਰ? ਰਾਈਟ, ਬਸ ਦੈਟਸ ਇਟ। ਇਹ ਤਿਆਰੀ ਹੈ ਜੀ ਸਿੰਪਲ ਜੀ ਮੇਨਸ ਦੀ। ਸੋ ਹੁਣ ਤੁਸੀਂ ਕੀ ਕਰਨਾ ਹੈ,
ਤੁਸੀਂ ਤੁਸੀਂ ਜਦੋਂ ਤੁਸੀਂ ਟੈਸਟ ਵਾਸਤੇ ਆਪਣੇ ਆਪ ਨੂੰ ਪ੍ਰਿਪੇਅਰਡ ਨਹੀਂ ਫੀਲ ਕਰਦੇ ਤੇ ਤੁਸੀਂ ਆਨਸਰ ਚੱਕੋ ਕੋਈ ਵੀ ਐਂਡ ਇੱਕ ਉਹਨੂੰ ਚੈੱਕ ਕਰਵਾਉਣਾ ਸਟਾਰਟ ਕਰ ਦਿਓ। ਦੈਨ ਯੂ ਆਰ ਸੇਇੰਗ ਕਿ ਕੀ ਕੋਈ ਅਦਰਵਾਈਜ਼ ਆਨਸਰ ਅਸੀਂ ਚੈੱਕ ਕਰਵਾ ਸਕਦੇ ਹਾਂ? ਕਰਵਾ ਸਕਦੇ ਹੋ, ਵਾਈ ਨਾਟ? ਐਜ਼ ਆਈ ਟੋਲਡ ਯੂ ਕਿ ਪਹਿਲੇ ਵੀ ਮੈਂ ਤੁਹਾਨੂੰ ਦੱਸਿਆ ਵੀ ਜ਼ਰੂਰ ਕਰਵਾ ਸਕਦੇ ਹਾਂ, ਬਟ ਜਿਹੜੇ ਅਸੀਂ ਕੁਐਸਚਨਸ ਦੇ ਰਹੇ ਹਾਂ ਸਾਡੇ ਕੋਲ ਬਹੁਤ ਜ਼ਿਆਦਾ ਸੈਂਪਲ ਹੈ ਕੰਪੇਅਰ ਕਰਨ ਵਾਸਤੇ, ਸੋ ਵੀ ਕੈਨ ਕੰਪੇਅਰ ਐਜ਼ ਵੈਲ। ਲੈਂਗੁਏਜ ਪੇਪਰਸ ਆਰ ਨਾਟ ਆਫ ਕੁਆਲੀਫਾਈਂਗ ਨੇਚਰ ਜੀ। यूपीएससी ਦੇ ਵਿੱਚ ਲੈਂਗੁਏਜ ਪੇਪਰਸ ਆਰ ਕੁਆਲੀਫਾਈਂਗ ਨੇਚਰ, ਇੱਥੇ ਕੁਆਲੀਫਾਈਂਗ ਨੇਚਰ ਨਹੀਂ ਹੈ। टेस्ट सीरीज का शेड्यूल असी दिखा देता। लास्ट 12 to 15 months विजन मैगजीन विल बी इनफ। एज आई ऑलरेडी टोल्ड यू कि विजन मैगजीन मैं इनफ नहीं मानता। यू विल हैव टू डू सम हार्ड सर्चिंग फॉर इंपॉर्टेंट इशूज, and if you will stick to that magazine you will be reading some extra things which are not important, not relevant, which are marginally important only, right? And enough word is very difficult to answer in yes। ਸੋ ਜਦੋਂ ਇਨਫ ਜਾਂ ਸਫੀਸ਼ੀਐਂਟ ਤੁਸੀਂ ਪੁੱਛਦੇ ਹੋ, ਅਫਰਮੇਟਿਵ ਦੇ ਵਿੱਚ ਆਨਸਰ ਕਰਨਾ ਇਜ਼ ਵੈਰੀ ਡਿਫਿਕਲਟ। ਸੋ ਵਾਟ ਆਈ ਕੈਨ ਸੇ ਇਜ਼ ਕਿ ਤੁਸੀਂ ਮੈਕਸਿਮਾਈਜ਼ ਕਰਨਾ ਚਾਹੁੰਦੇ ਹੋ, ਦੈਟ ਇਜ਼ ਅ ਡੀਸੈਂਟ ਸੋਰਸ, ਗੁੱਡ ਸੋਰਸ, ਸੋ ਯੂ ਕੈਨ ਫੋਲੋ दैट। आई कैन स्टार्ट आंसर राइटिंग, पर कुछ सेंटेंसेस तो बाद आई फील कि माई आंसर्स आर लाइफलेस एंड आई फील लॉस्ट। इट इज अ मेंटली टॉर्चरस थिंग वैन यू स्टार्ट राइटिंग आंसर। बहुत डिफिकल्ट चीज़ है। ਜਦੋਂ ਬੱਚੇ यूपीएससी ਦਾ ਮੇਨਸ ਦੇਣ ਜਾਂਦੇ ਆ ਨਾ, ਮੈਂ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਤੁਹਾਡਾ ਹੱਥ ਤੇ ਤੁਹਾਡਾ ਮਾਈਂਡ ਇਹਦੀ ਕੋਆਰਡੀਨੇਸ਼ਨ ਕਰਨੀ ਹੈ, ਐਂਡ ਦ ਮੋਰ ਡਿਫਿਕਲਟ ਪਾਰਟ ਇਜ਼ ਕੰਟਰੋਲਿੰਗ ਦ ਬ੍ਰੇਨ। ਦ ਓਨਲੀ ਸੋਲੂਸ਼ਨ ਇਜ਼ ਪ੍ਰੈਕਟਿਸ ਐਂਡ ਅ ਲੋਟ ਆਫ ਪ੍ਰੈਕਟਿਸ। ਐਂਡ ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਤਾਂ ਇਹ ਡਰ ਪੈਦਾ ਹੋ ਜਾਣਾ ਹੈ ਕਿ ਆਨਸਰ ਰਾਈਟਿੰਗ ਚਲੋ ਬਾਅਦ ਚ ਕਰ ਲਾਂਗੇ, ਬਾਅਦ ਚ ਕਰ ਲਾ, ਉਹ ਬਾਅਦ ਚ ਕਦੇ ਨਹੀਂ ਆਣਾ, ਉਹ ਬਾਅਦ ਆਣਾ ਹੀ ਨਹੀਂ। ਸੋ ਆਨਸਰ ਰਾਈਟਿੰਗ ਇਦਾਂ ਹੀ ਤੁਹਾਨੂੰ ਟਰਾਮਾ ਦਿੰਦੀ ਹੈ, बहुत डिफिकल्ट चीज है, आई नो दैट, बट यू हैव टू स्टार्ट। मैनी स्टूडेंट्स आई हैव देयर आंसर्स जेडे पिछले 12-15 महीने तो आंसर राइटिंग कर रहे हैं, कई बार 2-2 साल तो कर रहे हैं, एंड दे स्टार्टेड लाइक दिस ओनली। दिस इज हाउ एवरीबडी स्टार्ट्स। सो ਤੁਸੀਂ ਮਿਨੀਮਮ ਟਾਈਮ ਦੇ ਵਿੱਚ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਡੀ ਤਾਂ ਹੋਰ ਜ਼ਿਆਦਾ ਆਨਸਰ ਰਾਈਟਿੰਗ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ, ਰਾਈਟ ਜੀ। which book to be used for English and Punjabi language? I've told that ਨਰਿੰਦਰ ਦੁੱਗਲ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਦੇਖੋ ਕੋਈ ਵੀ, ਇਟ ਇਜ਼ ਆਲ ਫਾਈਨ। ਪਿਛਲੀ ਵਾਰ ਕੀ ਹੋਇਆ ਸੀ, 2-2 3-3 ਪੰਜਾਬੀ ਗ੍ਰਾਮਰਸ ਦੇ ਵਿੱਚੋਂ ਮੁਹਾਵਰੇ ਤੇ ਅਖਾਣ ਬੱਚੇ ਕਰ ਗਏ, ਹੈ ਨਾ, ਤੇ ਗ੍ਰਾਮਰ ਕਰ ਗਏ ਪ੍ਰੀਲਿਮਸ ਵਾਸਤੇ, ਮੇਨਸ ਵਾਸਤੇ। ਇਟ ਡਿਡਨਟ ਹੈਲਪ। ਉਹਨਾਂ ਨੇ ਐਡਾ ਹੀ ਡਿਫਿਕਲਟ ਪਾ ਦਿੱਤਾ। ਤੁਸੀਂ ਵੀ ਦੇਖੋਗੇ ਉਹ ਟ੍ਰਾਂਸਲੇਸ਼ਨ ਵਾਲੇ ਜਿਹੜੇ ਕੁਐਸਚਨਸ ਦੇਖੋਗੇ, ਮੈਂ ਕਹਿੰਦਾ ਪੰਜਾਬੀ ਦੇ ਪ੍ਰੋਫੈਸਰਸ ਨੇ ਵੀ ਸਟਰਗਲ ਕੀਤਾ ਉਹਦੇ ਵਿੱਚ। ਯੂ ਕੈਨ ਨਾਟ ਹੈਲਪ ਇਟ। ਐਂਡ ਇਹਦੇ ਵਾਸਤੇ ਜੇ ਮੈਨੂੰ ਤੁਸੀਂ ਪੁੱਛੋ, ਨਾਰਮਲ ਸੋਲੂਸ਼ਨ ਮੇਰਾ ਇਹ ਹੁੰਦਾ ਵੀ ਤੁਸੀਂ ਪੰਜਾਬੀ ਕਿਸੇ ਅਖਬਾਰ ਦਾ ਸੰਪਾਦਕੀ ਯਾਨੀ ਐਡੀਟੋਰੀਅਲ ਪੜ੍ਹੋ, ਕੁਝ ਆਰਟੀਕਲਸ ਪੜ੍ਹੋ ਇਕੋਨਮੀ ਦੇ ਉੱਤੇ, ਜੀਓਪੋਲਿਟਿਕਸ ਦੇ ਉੱਤੇ, ਪੰਜਾਬੀ ਦੇ ਵਿੱਚ। ਅਗਰ ਤੁਸੀਂ ਆਪਣੀ ਵੋਕੈਬਲਰੀ ਡਿਵੈਲਪ ਕਰਨਾ ਚਾਹੁੰਦੇ ਹੋ, ਹੁਣ ਵੀ ਤੁਸੀਂ ਕਰ ਸਕਦੇ ਹੋ, ਬਿਕੋਜ਼ ਰਸਤਾ ਤਾਂ ਉਹੀ ਹੈ ਵੋਕੈਬਲਰੀ ਪੰਜਾਬੀ ਦੀ ਡਿਵੈਲਪ ਕਰਨ ਦਾ। ਗ੍ਰਾਮਰ ਵਾਲਾ ਪਾਰਟ ਜਿਹੜਾ ਉਹਦੇ ਵਿੱਚ ਲੈਟਰ ਕਿੱਦਾਂ ਲਿਖਣੀ ਹੈ, ਐਸੇ ਕਿੱਦਾਂ ਲਿਖਣੀ ਹੈ, ਉਹਦਾ ਤੁਸੀਂ ਫਾਰਮੈਟ ਦੇਖਣਾ ਹੈ। ਇੰਗਲਿਸ਼ ਤੇ ਪੰਜਾਬੀ ਦੇ ਐਸੇਸ ਦੇ ਵਿੱਚ ਦੇ ਆਰ ਨਾਟ ਗੋਇੰਗ ਟੂ ਜੱਜ ਯੂ ਫॉर योर ਆਈਡੀਆਜ਼। ਤੁਹਾਡੀ ਗ੍ਰਾਮਰ ਸਹੀ ਹੋਣੀ ਚਾਹੀਦੀ ਹੈ, ਤੁਹਾਡੀ ਬਿੰਦੀ, ਟਿੱਪੀ, ਅੱਧਕ, ਸਿਹਾਰੀ ਬਿਹਾਰੀ ਇਹ ਨਹੀਂ ਗਲਤ ਹੋਣੀ ਚਾਹੀਦੀ। ਉੱਥੇ ਉਹਦਾ ਟੈਸਟ ਹੋ ਰਿਹਾ, ਰਾਈਟ। ਉੱਥੇ ਬਹੁਤ ਜ਼ਿਆਦਾ ਇੰਟੈਲੈਕਚੁਅਲ ਗੱਲਾਂ ਕਰਨੀਆਂ ਵੀ ਨਹੀਂ ਚਾਹੀਦੀਆਂ। So Monica is saying I've appeared in PCS for the first time and cleared the prelims. It's my first mains, but I'm married, working woman and have son of 3 years of age. I'm unable to align according to schedule given by your team. If I submit my answers later and not according to the schedule, can my answers get evaluated? Hanji, 100%. For everybody, whenever you feel ready, ਤੁਸੀਂ ਆਪਣੇ ਆਨਸਰਸ ਦੇ ਸਕਦੇ ਹੋ, ਬਟ ਇਫ ਯੂ ਡਿਲੇ ਇਟ ਟੂ ਮਚ, ਮੈਨੂੰ ਇਦਾਂ ਲੱਗਦਾ ਯੂ ਵਿਲ ਨਾਟ ਰਾਈਟ ਯੋਰ ਟੈਸਟਸ ਐਟ ਆਲ, ਰਾਈਟ, ਬਿਕੋਜ਼ ਦਿਸ ਇਜ਼ ਦ ਜਨਰਲ ਟੈਂਡੈਂਸੀ। ਇਦਾਂ ਹੀ ਕਰਦੇ ਬੱਚੇ, ਡਿਲੇ ਕਰਦੇ ਨੇ ਫॉर ਜਸਟੀਫਾਈਡ ਵਟਐਵਰ ਐਕਸਕਿਊਜ਼ ਔਰ ਰੀਜ਼ਨ, ਬਟ ਉਹ ਲਿਖਦੇ ਨਹੀਂ ਫਿਰ। we are ready to evaluate the answers to answer your question. For applying main exam, any other supporting documents for serving candidates? Haji, NOC is necessary as of now। See, we don't have any list of documents। ਉਹਨਾਂ ਨੇ ਉਸ ਨੋਟਿਸ ਦੇ ਵਿੱਚ ਵੀ ਨਹੀਂ ਪਾਈਆਂ ਹੋਈਆਂ। NOC, departmental NOC is the most important thing, right? ਹੁਣ ਇਦਾਂ ਹੈ ਕਿ 2021 ਦੇ ਵਿੱਚ ਪੇਪਰ ਹੋਇਆ ਸੀ UPSC ਦਾ, ਜਿਹੜਾ ਪੈਟਰਨ ਹੈ ਨਾ, ਅਸੀਂ ਉਹ ਤੋਂ ਬਹੁਤ ਕੁਝ ਸਿੱਖਦੇ ਹਾਂ। ਉਹਦੇ ਵਿੱਚ ਕੀ ਹੁੰਦਾ ਸੀ, ਬਹੁਤ ਸਾਰੇ ਡਾਕੂਮੈਂਟਸ ਬਾਅਦ ਦੇ ਵਿੱਚ ਮੰਗਵਾਏ ਜਾਂਦੇ ਸੀ।
ਕੁਝ ਚੀਟਿੰਗ ਕੇਸਿਸ ਵਗੈਰਾ ਹੋਏ ਨੇ ਤੇ ਹੁਣ ਯੂਪੀਐਸਸੀ ਨੇ ਪਹਿਲੇ ਮੰਗਵਾਣੇ ਸਟਾਰਟ ਕਰ ਦਿੱਤੇ। ਸੋ ਆਈ ਐਮ ਨਾਟ ਏਬਲ ਟੂ ਆਨਸਰ ਦਿਸ ਕੁਐਸਚਨ ਇਨ ਦ ਗਰੁੱਪਸ ਐਜ਼ ਵੈਲ ਕਿ ਹੁਣ ਜੇ ਪਹਿਲੇ ਮੰਗਵਾ ਲੈਣ। ਅਦਰਵਾਈਜ਼ ਜਨਰਲ ਸਟੈਂਡਰਡ ਪ੍ਰੋਸੀਜਰ ਕੀ ਸੀ, ਮੇਨਸ ਕਲੀਅਰ ਜਿੱਦਾਂ ਹੁੰਦਾ ਸੀ ਉਹਦੇ ਕਾਗਜ਼ ਇਕੱਠੇ ਕੀਤੇ ਜਾਂਦੇ ਸੀ। ਨਾਓ ਦੇ ਡੂ ਇਨ ਡੈਪਥ ਵੈਰੀਫਿਕੇਸ਼ਨ। ਹੁਣ ਫੇਸ ਅਥੈਂਟੀਕੇਸ਼ਨ ਵੀ ਯੂਪੀਐਸਸੀ ਨੇ ਇੰਟਰੋਡਿਊਸ ਕਰ ਦਿੱਤਾ ਹੈ। ਸੋ ਕੀ ਹੁਣ ਇਹ ਵੀ ਕਰ ਦੇਣਗੇ? ਐਜ਼ ਆਫ ਨਾਓ ਵੀ ਆਰ ਨਾਟ ਰੈਡੀ ਵਿਦ ਥੀਸ ਆਂਸਰਸ। ਹਾਂਜੀ ਹਾਂਜੀ, ਇੰਟਰਨੈਸ਼ਨਲ ਰਿਲੇਸ਼ਨਸ ਕਲਾसेस ਕਰੰਟ ਅਫੇਅਰਸ ओरिएंटेड ਵਿਲ ਬੀ ਡਨ ਔਨ YouTube। ਬਾਕੀ ਮੈਂ ਤੁਹਾਨੂੰ ਬਿਲਕੁਲ ਰਿਕੁਐਸਟ ਵੀ ਕਰਦਾ ਤੇ ਲਿਬਰਟੀ ਨਾਲ ਵੀ ਕਹਿ ਰਿਹਾ ਦੈਟ ਇਫ ਯੂ ਫੀਲ ਦੈਟ ਤੁਹਾਨੂੰ ਕੋਈ ਕਲਾसेस ਚਾਹੀਦੀਆਂ ਨੇ, ਡਾਇਰੈਕਟਲੀ ਤੁਸੀਂ ਟੀਚਰਸ ਨੂੰ ਮੈਸੇਜ ਕਰ ਦਿਓ। ਇਹ ਜਿਹੜਾ ਗਰੁੱਪ ਅਸੀਂ ਬਣਾਇਆ ਜਿਹਦੀ ਐਡਮਿਨ ਸੈਟਿੰਗਸ ਆਪਾਂ ਚੇਂਜ ਕੀਤੀਆਂ ਨੇ ਬਿਕੋਜ਼ ਸਟੂਡੈਂਟਸ ਵਰ ਰਿਕੁਐਸਟਿੰਗ ਕਿ ਉਹਦੇ ਵਿੱਚ ਬਹੁਤ ਸਾਰੇ ਮੈਸੇजेस ਆ ਰਹੇ। ਸੋ ਵਾਟ ਵੀ ਵਿਲ ਬੀ ਡੂਇੰਗ ਇਜ਼ ਅਸੀਂ ਵਿੱਚ ਵਿੱਚ ਇਹਨੂੰ ਖੋਲ ਦਿਆ ਕਰਾਂਗੇ। ਟੀਚਰਸ ਦੇ ਨੰਬਰ ਉੱਥੇ ਆਪਾਂ ਸ਼ੇਅਰ ਕਰ ਦਿੱਤੇ ਨੇ। ਵਿੱਚ ਅਸੀਂ ਵੀ ਵਿਲ ਗਿਵ ਦਿਸ ਓਪਰਚੁਨਿਟੀ ਵੀ 1 ਘੰਟਾ ਵੀ ਵਿਲ ਹੈਵ ਸਮ ਟਾਈਮ ਐਂਡ ਉਦੋਂ ਜੋ ਵੀ ਤੁਸੀਂ ਵੀ ਮੈਸੇजेस ਕਰਨਾ ਚਾਹੋ ਉਦੋਂ ਤੁਸੀਂ ਮੈਸੇजेस ਕਰ ਲਿਓ, ਫਿਰ ਆਪਾਂ ਦੁਬਾਰਾ ਸੈਟਿੰਗਸ ਚੇਂਜ ਕਰ ਲਾਂਗੇ। ਸੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਇੰਟਰਨੈਸ਼ਨਲ ਰਿਲੇਸ਼ਨਸ ਦੀ ਕੋਈ ਟੀਚਰ ਕਲਾसेस ਲੈ ਰਿਹਾ ਤੇ ਡਿਮਾਂਡ ਇਟ, ਰਿਕੁਐਸਟ ਇਟ। ਯੂ ਹੈਵ ਨਾਟ ਪੇਡ ਮਨੀ, ਦੈਟ ਇਜ਼ ਆਰ ਚੋਇਸ, ਨਾਟ ਯੋਰ ਮਿਸਟੇਕ। ਸੋ ਤੁਸੀਂ ਮੰਗੋ, ਰਾਈਟ। ਐਂਡ ਯੂ ਹੈਵ ਆਰ ਨੰਬਰ, ਤੁਸੀਂ ਸਾਡੇ WhatsApp ਕਰ ਦਿਓ ਮੈਨੂੰ, ਅਭਿਨਵ ਸਰ ਨੂੰ, ਵਿਜੇ ਸਰ ਨੂੰ, ਐਵਰੀ ਦਿਲਾਵਰ ਸਰ ਨੂੰ। ਐਂਡ ਆਸ਼ੀਸ਼ ਸਰ ਇਜ਼ ਆਲਸੋ ਗੋਇੰਗ ਟੂ ਬੀ ਪਾਰਟ ਆਫ ਦ ਟੀਮ। ਉਹ ਵੀ ਤੁਹਾਡੀ ਬੜੀ ਅੱਛੀ ਕਲਾसेस ਲੈਣ ਵਾਲੇ ਨੇ ਅਨ ਅਕੈਡਮੀ ਤੋਂ। ਹੀ ਇਜ਼ ਕਮਿੰਗ ਐਂਡ ਜੁਆਇਨਿੰਗ ਅਸ ਵੈਰੀ ਸੂਨ। ਸੋ ਉਹ ਵੀ ਤੁਹਾਡੀ ਕੁਝ ਕਲਾसेस ਲੈਣਗੇ। ਸੋ ਤੁਸੀਂ ਯੂ ਕੈਨ ਡਿਮਾਂਡ ਆਊਟਰਾਈਟਲੀ। ਆਈ ਐਮ ਸੇਇੰਗ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈ ਕਿ ਵੀ ਆਰ ਨਾਟ ਡੂਇੰਗ ਚੈਰਿਟੀ ਹੇਅਰ। ਯੂ ਅੰਡਰਸਟੈਂਡ, ਯੂ ਪੀਪਲ ਆਰ ਵੈਰੀ ਮੈਚੁਰ ਤੇ ਤੁਸੀਂ ਡਿਮਾਂਡ ਕਰਨਾ, ਅਸੀਂ ਕਰਾਂਗੇ। ਵੀ ਵਿਲ ਡੂ ਦੈਟ। ਪਰ ਇੱਕ ਗੱਲ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ, ਇਟ ਇਜ਼ ਨਾਟ ਪ੍ਰੈਕਟੀਕਲੀ ਪੋਸੀਬਲ। ਜੇ ਮੇਰਾ ਵੀ ਮਨ ਕਰੇ ਨਾ ਕਿ ਮੈਂ ਹੁਣ ਤੋਂ ਲੈ ਕੇ ਟਿਲ ਦ ਡੇ ਆਫ ਯੋਰ ਮੇਨਸ ਹਰ ਰੋਜ਼ ਇੱਕ ਕਲਾਸ ਲਵਾਂ ਤੇ ਤੁਹਾਡੇ ਸਾਰੇ ਪੋਸੀਬਲ ਟੌਪਿਕਸ ਜਿਹੜੇ ਕਵਰ ਕਰਨੇ ਚਾਹੀਦੇ ਨੇ ਉਹ ਸਾਰੇ ਕਲਾਸਿਸ ਦੇ ਵਿੱਚ ਕਵਰ ਹੋ ਜਾਣਗੇ, ਇਹ ਪੋਸੀਬਲ ਨਹੀਂ ਹੈ, ਰਾਈਟ। ਉੱਥੋਂ ਡਾਇਰੈਕਸ਼ਨ ਲੈਣੀ ਹੈ ਤੁਸੀਂ ਆਪ ਆਪਣੇ ਵੀ ਹੱਥ ਪੈਰ ਬੜੇ ਜ਼ੋਰਦਾਰ ਮਾਰਨੇ। Right? I think I've answered how to do preparation with a government job. Do only the important things, ਰਵਿੰਦਰ ਜੀ। ਸਾਰੀਆਂ ਚੀਜ਼ਾਂ ਨਾ ਕਰੋ, ਇੰਪੋਰਟੈਂਟ ਚੀਜ਼ਾਂ ਕਰੋ। ਇਹੀ ਕਰ ਸਕਦੇ ਆ, ਪਰ ਜਿਹੜੀ ਚੀਜ਼ ਨੂੰ ਟਾਈਮ ਲੱਗਣਾ ਉਹਨੂੰ ਟਾਈਮ ਲੱਗਣਾ ਹੈ। ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਕਿ ਜੇ ਬੱਚਾ 9 ਮਹੀਨਿਆਂ ਦੇ ਵਿੱਚ ਹੀ ਜੰਮਣਾ ਹੈ ਨਾ, ਤੇ 9 ਤਾਂ ਲੱਗਣਗੇ, ਫਿਰ ਉਹਨੂੰ ਆਪਾਂ 3 ਮਹੀਨੇ ਦੇ ਵਿੱਚ ਕਰਨਾ ਚਾਹੀਏ ਵੀ ਨਹੀਂ ਕਰ ਸਕਦੇ। ਸੋ ਆਪਾਂ ਨੂੰ ਡਬਲ ਟ੍ਰਿਪਲ ਐਫਰਟ ਲਾਣਾ ਪੈਣਾ ਹੈ। ਜੇ ਛੁੱਟੀ ਮਿਲ ਸਕਦੀ ਹੈ ਤੇ ਬਹੁਤ ਚੰਗੀ ਗੱਲ ਹੈ, ਰਾਈਟ। ਆਨਸਰ ਸ਼ੀਟ ਦੇ ਕਿੰਨੇ ਪੇਜ ਹੁੰਦੇ ਨੇ? ਆਈ ਥਿੰਕ ਆਈ ਐਮ ਨਾਟ ਸ਼ੋਰ 30 33 ਕੁਝ ਇਹੋ ਜਿਹੇ ਪੇजेस ਹੁੰਦੇ ਨੇ ਫॉर 15 ਕੁਐਸਚਨਸ ਐਂਡ ਪਾਰਟਸ ਦੇ ਵਿੱਚ ਵੀ ਕੁਐਸਚਨ ਹੁੰਦੇ ਨੇ। ਸੋ ਆਈ ਐਮ ਨਾਟ ਸ਼ੋਰ, ਮਤਲਬ 2 ਪੇਜ ਇੱਕ ਕੁਐਸਚਨ ਨੂੰ ਤੁਹਾਨੂੰ ਮਿਲਣੇ ਆ। ਉਸ ਤੋਂ ਜ਼ਿਆਦਾ ਜੇ ਤੁਹਾਨੂੰ ਪੇਜ ਮਿਲਣਗੇ ਵੀ, ਤੁਸੀਂ ਜੇ ਲੰਬਾ ਆਨਸਰ ਲਿਖੋਗੇ ਤੁਹਾਡਾ ਪੇਪਰ ਨਹੀਂ ਪੂਰਾ ਹੋਣਾ। ਇਫ ਵਰਡਸ ਐਕਸੀਡ ਦ ਵਰਡ ਲਿਮਿਟ, ਕੀ ਨੈਗੇਟਿਵ ਮਾਰਕਿੰਗ ਹੁੰਦੀ ਹੈ? ਨੋਬਡੀ ਇਜ਼ ਗੋਇੰਗ ਟੂ ਕਾਊਂਟ ਦੈਟ। ਕੋਈ ਵੀ ਉਹਨੂੰ ਕਾਊਂਟ ਨਹੀਂ ਕਰਦਾ, ਬਟ ਤੁਹਾਡਾ ਪੇਪਰ ਜ਼ਰੂਰ ਰਹਿ ਜਾਂਦਾ ਹੈ ਤੇ ਤੁਹਾਨੂੰ ਐਕਸਟਰਾ ਮਾਰਕਸ ਨਹੀਂ ਮਿਲਦੇ ਜੇ ਤੁਸੀਂ ਸੋਚੋ ਕਿ ਇੱਕ ਅੱਧਾ ਪੇਪਰ ਛੱਡ, ਇੱਕ ਅੱਧਾ ਕੁਐਸਚਨ ਛੱਡ ਕੇ ਬਾਕੀ ਸਾਰੇ ਮੈਂ ਆਨਸਰਸ ਲੰਬੇ ਲੰਬੇ ਲਿਖ ਦੇਵਾਂ, ਤੇ ਇਹ ਹਮੇਸ਼ਾ ਬੈਕਫਾਇਰ ਕਰਨ ਵਾਲੀ ਸਟ੍ਰੈਟਜੀ ਹੈ। 10 ਮਾਰਕ ਕੁਐਸਚਨ, ਹਾਂਜੀ, ਆਲਮੋਸਟ 1 ਪੇਜ, ਮਤਲਬ ਥੋੜਾ ਜਿਹਾ ਐਕਸੀਡ ਕਰ ਜਾਏਗਾ ਤੇ ਕੋਈ ਐਸੀ ਗੱਲ ਨਹੀਂ ਹੈ। 15 ਮਾਰਕ ਬਿਲकुल 2 पेजेस, 2 full pages at least। सुनंदन गर्ग is from Himachal, resident proof is required। हाँ जी, they will ask for it। how much weightage will be given Punjab GS this time? I don't want to do the mistake ਜਿਹੜੀ ਪਹਿਲੇ prelims ਤੋਂ ਪਹਿਲੇ ਆਪਾਂ ਬਹੁਤ ਸਾਰੀ ਦੇਖੀ ਹੈ ਕਿ ਬਹੁਤ ਜ਼ਿਆਦਾ ਆਏਗਾ, ਬਹੁਤ ਜ਼ਿਆਦਾ ਆਏਗਾ, ਫਿਰ ਆਇਆ ਨਹੀਂ, ਹੈ ਨਾ। ਇਟ ਇਜ਼ ਅ ਪੋਸਿਬਿਲਿਟੀ, ਬਟ ਜਦੋਂ ਲਿਖਿਆ ਹੋਇਆ ਹੈ ਤੇ ਕੁਝ ਪਿਛਲੀ ਵਾਰ ਨਾਲੋਂ ਥੋੜੇ ਜ਼ਿਆਦਾ ਕੁਐਸਚਨਸ ਆਣਗੇ। ਦਿਸ weightage ਤਾਂ ਦੇਖੋ ਕੋਈ ਵੀ ਪ੍ਰੈਡਿਕਟ ਨਹੀਂ ਕਰ ਸਕਦਾ, ਇਟਸ ਨਾਟ ਪੋਸੀਬਲ। ਕਰੰਟ ਅਫੇਅਰਸ ਲਈ ਗਾਈਡ ਕਰ ਦਿਓ। ਦੇਖੋ, ਇਫ ਐਨੀ ਮੰਥਲੀ ਕਰੰਟ ਅਫੇਅਰ ਮੈਗਜ਼ੀਨ ਯੂ ਕੈਨ ਪਿਕ ਅਪ। ਵਿਜ਼ਨ ਤੁਸੀਂ ਚੱਕਣਾ ਚਾਹੋ ਤੇ ਯੂ ਵਿਲ ਫੀਲ ਮੋਰ ਕੌਨਫੀਡੈਂਟ, ਬਟ ਡੋਂਟ ਰਿਲਾਈ ਕੰਪਲੀਟਲੀ ਔਨ ਦੈਟ, ਰਾਈਟ। ਸੋ ਦੈਟ ਇਜ਼ ਨਾਟ ਸਮਥਿੰਗ ਕਿ ਤੁਸੀਂ ਉਹੀ ਕਰਨਾ ਹੈ। ਐਂਡ ਦਿਸ ਇਜ਼ ਦ ਲਾਸਟ ਲਾਈਕ ਡਾਊਟ ਕਲੀਅਰਿੰਗ ਸੈਸ਼ਨ। ਉਸ ਤੋਂ ਬਾਅਦ ਆਪਾਂ ਸਿਰਫ ਆਨਸਰ ਰਾਈਟਿੰਗ ਇਵੈਲੂਏਸ਼ਨ ਹੀ ਕਰਨੀ ਹੈ। ਇਸ ਤੋਂ ਬਾਅਦ ਆਪਾਂ ਸੇਮ ਕੁਐਸਚਨਸ ਰਿਪੀਟਡ ਨਹੀਂ ਆਨਸਰ ਕਰਾਂਗੇ। what should be the criteria for self evaluation of answers? I don't think that is possible। किसी ने
यूपीएससी दा मेंस कम से कम, इफ इंटरव्यू ग्रेट, या फिर एटलीस्ट दो पंजाब सिविल सर्विसेज दे मेंस एंड ਡੀਸੈਂਟ ਸਕੋਰ, ਸੋ ਉਹੀ ਇਵੈਲੂਏਟ ਕਰ ਸਕਦਾ ਹੈ। ਇਦਾਂ ਸੈਲਫ ਇਵੈਲੂਏਸ਼ਨ ਜਾਂ ਪੀਅਰ ਇਵੈਲੂਏਸ਼ਨ ਇਸ ਸਟੇਜ ਦੇ ਉੱਤੇ ਇਜ਼ ਨਾਟ ਅ ਗੁੱਡ ਆਈਡੀਆ। What should be the ideal daily schedule for distributing subject? What are the sources to cover Punjab related topics? I think Jasleen is not in the meeting anymore. So, बाकी students वास्ते I can answer. What should be the ideal schedule? Like, I would say कि 2 to 3 subjects per day, main subjects, because मैं ਇਹਦੇ ਵਿੱਚ ਕੀ assume ਕਰ ਰਿਹਾ ਕਿ you are doing nothing else. You are just preparing and now every minute of your day is spent for preparation. Apart from ਅੱਧਾ ਪੌਣਾ 1 ਘੰਟਾ break recreation, right? ਉਸ ਤੋਂ ਇਲਾਵਾ ਤੁਸੀਂ 2 ਤੋਂ 3 ਸਬਜੈਕਟਸ ਦਾ ਮਿਨੀਮਮ ਕਰੋ ਪਲੱਸ ਸਮਥਿੰਗ ਐਕਸਟ੍ਰੀਮਲੀ ਈਜ਼ੀ, ਜਿਵੇਂ ਲੈਂਗੁਏਜ ਪੇਪਰਸ, ਜਿਵੇਂ ਜੇ ਤੁਹਾਨੂੰ ਕੋਟੇਸ਼ਨਸ ਐਸੇ ਵਾਸਤੇ ਪੜ੍ਹ ਕੇ ਮਜ਼ਾ ਆਉਂਦਾ ਤਾਂ ਤੁਸੀਂ ਉਹ ਪੜ੍ਹ ਲਓ। ਇਹੋ ਜਿਹੀ ਚੀਜ਼ ਐਂਡ ਵਾਸਤੇ ਤੁਸੀਂ ਰੱਖ ਸਕਦੇ ਹੋ। Sources to cover Punjab related topics, internet research. There is no source. Even ਜਿਹੜੇ ਅਸੀਂ ਪੰਜਾਬ ਦੇ ਕਰੰਟ ਅਫੇਅਰਸ ਵੀ ਪ੍ਰਪੇਅਰ ਕੀਤੇ ਸੀ ਪ੍ਰੀਲਿਮਸ ਵਾਸਤੇ, we had to research websites ਵੀ ਇਹੋ ਜਿਹੀਆਂ babushahi.com etc ਉੱਥੇ ਜਾ ਕੇ ਤੁਹਾਨੂੰ ਕਰੰਟ ਅਫੇਅਰਸ ਮਿਲਦੇ ਨੇ। What amount of focus needs to be given to Punjab related issues? What would be the source? I've just told the source. Punjab static part of Punjab, history and culture of Punjab books, traditional source ਸੀ। ਮੇਰੀ ਰეკਮੈਂਡੇਸ਼ਨ ਹੈ AI ਬੇਸਡ ਰਿਸਰਚ, ਰਾਈਟ? ਉਹ ਤੁਸੀਂ ਅੱਛੇ ਪ੍ਰੌਂਪਟਸ ਦਿਓਗੇ ਤੇ ਤੁਹਾਨੂੰ ਅੱਛੇ ਆਨਸਰਸ ਮਿਲਣਗੇ। ਫॉर ਕਰੰਟ ਅਫੇਅਰਸ ਯੂ ਵਿਲ ਹੈਵ ਟੂ ਸਰਚ ਇੰਟਰਨੈਟ, ਇੰਡੀਅਨ ਐਕਸਪ੍ਰੈਸ, ਹਿੰਦੁਸਤਾਨ ਟਾਈਮਸ, ਟ੍ਰਿਬਿਊਨ, ਇਹ ਤਿੰਨ ਬਹੁਤ ਅੱਛੇ ਆਰਟੀਕਲਸ ਲਿਖਦੇ ਨੇ ਪੰਜਾਬ ਦੇ ਕੰਟੈਂਪਰੇਰੀ ਇਸ਼ੂਜ਼ ਬਾਰੇ, ਰਾਈਟ? ਲਾਈਕ PAU ਰਿਸਰਚ, ਇਹੋ ਜਿਹਾ ਤੁਸੀਂ ਨਿਊਜ਼ ਸੈਕਸ਼ਨ ਦੇ ਵਿੱਚ ਜਾ ਕੇ ਜਦੋਂ ਦੇਖੋਗੇ ਤੁਹਾਨੂੰ ਬਹੁਤ ਸਾਰੇ ਲੇਟੈਸਟ PAU ਨੇ ਕੀ ਕੀਤਾ, ਫਾਰਮਰ ਸੁਸਾਈਡਸ, ਫਾਰਮ ਕ੍ਰਾਈਸਿਸ ਪੰਜਾਬ, ਇਕਨੋਮਿਕ ਕ੍ਰਾਈਸਿਸ ਪੰਜਾਬ, ਗਵਰਨਮੈਂਟ ਸਕੀਮ ਪੰਜਾਬ, ਇਦਾਂ ਦੇ ਤੁਸੀਂ ਸਰਚ ਕੀਵਰਡਸ ਯੂਜ਼ ਕਰੋਗੇ ਜਦੋਂ ਗੂਗਲ ਦੇ ਉੱਤੇ ਜਾ ਕੇ, ਐਂਡ ਇਨ ਦ ਨਿਊਜ਼ ਸੈਕਸ਼ਨ ਸਪੈਸੀਫਿਕਲੀ ਤੁਹਾਨੂੰ ਲੇਟੈਸਟ ਡੇਟ ਦੇਖਣੀ ਹੈ, ਆਰਟੀਕਲ ਥੋੜਾ ਜਿਹਾ ਲੇਟੈਸਟ ਹੋਵੇ, ਉਹਨੂੰ ਤੁਸੀਂ ਰੀਡ ਕਰਨਾ, ਯੂ ਵਿਲ ਗੈਟ ਗੁੱਡ ਆਈਡੀਆ ਟੂ ਰਾਈਟ ਗੁੱਡ ਪੁਆਇੰਟਸ। If we use one extra page in GS, will it not count? I don't think they are going to allow that to you. ਪੂਰੇ ਕੁਐਸਚਨਸ ਜਿਹੜੇ ਨੇ ਉਹ ਮਾਰਕਡ ਹੋਣਗੇ ਕਿ ਇਸ ਪੇਜ ਦੇ ਉੱਤੇ ਇੰਨਾ, ਇਹ ਵਾਲਾ ਕੁਐਸਚਨ ਤੇ ਇਹ ਵਾਲਾ ਕੁਐਸਚਨ ਵਾਸਤੇ ਇਹ ਵਾਲਾ ਪੇਜ ਹੈ। Dedicated pages are going to be there. Will the current affairs classes from Launchpad IAS will be sufficient? Now see, again you are asking sufficient and enough. ਮੋਸਟ ਇੰਪੋਰਟੈਂਟ ਟੌਪਿਕਸ ਆਪਾਂ ਕਵਰ ਕਰ ਰਹੇ ਹਾਂ, ਜਿਹੜੇ ਸਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਚਾਂਸਸ ਹੋਣਗੇ। ਇਹੋ ਜਿਹੇ ਟੌਪਿਕਸ ਦੀ ਆਪਾਂ ਲਿਸਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਠੀਕ ਗੱਲ ਹੈ ਜੀ? While doing government duty, okay, I've answered this 2-3 times. Will release, okay, so that is good. I'll have to see, let the magazine come out, ਮੈਂ ਦੇਖ ਲਾਂਗਾ। ਸੋ ਮੰਥਲੀ ਕਰੰਟ ਅਫੇਅਰ ਹੁਣ ਤੁਸੀਂ ਸਾਰੇ ਇੰਸਟੀਟਿਊਟਸ ਦਾ ਨਾਮ ਪਾ ਕੇ ਪੁੱਛੋਗੇ ਤੇ ਆਈ ਹੈਵ ਨਾਟ ਸੀਨ ਨਾ ਸਾਰੇ, ਮੈਂ ਮੰਥਲੀ ਕਰੰਟ ਅਫੇਅਰ ਨਹੀਂ ਦੇਖ ਰਿਹਾ ਬੈਠ ਕੇ। ਐਸੇ ਪੇਪਰ ਲਈ ਕੀ ਕੀਤਾ ਜਾਵੇ? ਆਨਸਰ ਲਿਖ ਕੇ, ਐਸੇ ਲਿਖ ਕੇ ਭੇਜਿਆ ਜਾਵੇ। ਕਰੰਟ ਦੇ ਟੌਪਿਕ ਵੀ ਹੁਣ ਪੁਰਾਣੇ ਹੋ ਚੁੱਕੇ ਨੇ, ਹੁਣ ਫਿਲਾਸਫੀਕਲ ਟੌਪਿਕਸ ਜਿਹੜੇ ਨੇ ਉਹਦੀ ਤਿਆਰੀ ਕਰਨੀ ਪਏਗੀ। ਜਿਵੇਂ ਮੈਂ ਇੱਕ ਬੜਾ ਈਜ਼ੀ ਜਿਹਾ ਟੌਪਿਕ ਤੁਹਾਨੂੰ ਐਸੇ ਰਾਈਟਿੰਗ ਵਾਸਤੇ ਭੇਜਿਆ ਵੀ ਸੀ 2-3 ਦਿਨ ਪਹਿਲੇ, ਜਿਹੜੇ ਬੱਚੇ ਗਰੁੱਪਸ ਦੇ ਵਿੱਚ ਆ ਚੁੱਕੇ ਨੇ। How many years UPSC PYQs should be targeted for PCS mains? Last 3 years, and that too ਕੋਈ ਉਹਦੇ ਵਿੱਚ ਟੌਪਿਕ ਹੈ ਜਿਹੜਾ 3 ਸਾਲ ਪਹਿਲੇ ਕਰੰਟ ਦੇ ਵਿੱਚ ਸੀ ਤੇ ਹੁਣ ਵੀ ਹੈ, ਉਹਨੂੰ ਤਾਂ ਤੁਸੀਂ ਪ੍ਰੈਕਟਿਸ ਕਰ ਲਓ। But if there was certain topic which was in current 3 years back but now it is not that much in current, ਉਹਨੂੰ ਤੁਸੀਂ ਇਗਨੋਰ ਵੀ ਕਰ ਸਕਦੇ ਹੋ। How many years UPSC PYQs should be targeted? Okay, that we have covered. Last 1 year the current affairs, they are good, right? They are good. ਤੇ ਅਗਰ ਟਾਈਮ ਹੋਏਗਾ ਤੇ ਉਸ ਤੋਂ ਪਿੱਛੇ ਵੀ ਆਪਾਂ ਕੁਝ ਇਸ਼ੂਜ਼ ਕਵਰ ਕਰ ਲਾਂਗੇ ਤੇ ਅੱਛਾ ਰਹੇਗਾ। ਬਿਕੋਜ਼ ਇੱਕ ਅੱਧਾ ਕੁਐਸਚਨ ਫਸ ਜਾਂਦਾ ਹੁੰਦਾ। ਇਫ ਯੂ ਹੈਵ ਸੀਨ ਹੋਲੋਗ੍ਰਾਮੈਟਿਕ ਟੈਰਰਿਜ਼ਮ, ਇਹੋ ਜਿਹੀ ਵੀ ਕੋਈ ਚੀਜ਼ ਉਹਨਾਂ ਨੇ ਹਰ ਪੇਪਰ 'ਚ ਕਰਨੀ ਹੈ। ਇੱਕ ਨਾ ਇੱਕ ਬੌਂਬ ਦੇ ਵਿਲ ਟਰਾਈ ਟੂ ਥਰੋ ਔਨ ਅਸ। once we are done with 12 months current affairs, we will go back and find issues, ਖਾਸ ਕਰ ਉਹਨਾਂ ਸਬਜੈਕਟਸ ਦੇ ਜਿੱਥੇ ਬਹੁਤ ਜ਼ਿਆਦਾ ਕੁਐਸਚਨਸ ਆਉਂਦੇ ਨੇ, ਬਿਕੋਜ਼
ਉੱਥੇ ਫਿਰ देयर आर ਚਾਂਸਸ ਕਿ ਮਲਟੀਪਲ ਇਸ਼ੂਜ਼ ਦੇ ਉੱਤੇ ਕੁਐਸਚਨਸ ਪੁੱਛੇ ਜਾਣਗੇ। यूपीएससी ਦੇ PYQs ਤੁਸੀਂ ਜਦੋਂ ਯੂਜ਼ ਕਰਨੇ ਨੇ ਉੱਥੇ ਤੁਸੀਂ ਟ੍ਰੈਂਡ ਐਨਾਲਿਸਿਸ ਵੀ ਕਰਨਾ ਹੈ। ਫੋਰ ਐਗਜ਼ਾਮਪਲ यूपीएससी ਦਾ ਜਿਹੜਾ ਇਕਨੋਮੀ ਦਾ ਸਿਲੇਬਸ ਹੈ ਉਹਦਾ ਕੋਰਿਲੇਸ਼ਨ ਜਦੋਂ ਤੁਸੀਂ ਦੇਖਦੇ ਹੋ PYQs ਦੇ ਨਾਲ ਕਿ ਐਗਰੀਕਲਚਰ ਤੋਂ ਕੁਐਸਚਨ ਪਾਣਾ ਹੈ, ਫੂਡ ਪ੍ਰੋਸੈਸਿੰਗ ਇੰਡਸਟਰੀ ਤੋਂ ਪਾਣਾ ਹੈ, ਇਨਫਰਾਸਟ੍ਰਕਚਰ ਤੋਂ ਪਾਣਾ ਹੈ, ਇਨਵੈਸਟਮੈਂਟ ਮਾਡਲਸ ਤੋਂ ਪਾਣਾ ਹੈ। ਸੋ ਇਹ ਡਿਫਰੈਂਟ ਟੌਪਿਕਸ ਉਹਨਾਂ ਨੇ ਕਵਰ ਕਰਨੇ ਹੀ ਨੇ। ਸੋ ਆਪਾਂ ਵੀ ਸਿਲੇਬਸ ਦੇ ਵਿੱਚ ਜਿੰਨੇ ਵੀ ਕੀਵਰਡਸ ਨੇ ਉਹਨਾਂ ਦਾ ਥੋੜਾ ਜਿਹਾ ਬੇਸਿਕ ਐਂਡ ਜ਼ਿਆਦਾ ਕਰੰਟ ਕਵਰ ਕਰੀਏ। ਮਾਰਜਿਨ ਇੰਨੀ ਵੱਡੀ ਪ੍ਰੋਬਲਮ ਬਣਾਈ ਪਈ ਹੈ। Jatin is saying, my approach for the essay is to imitate the editorial writers' style of various newspapers. Is that approach good? Hanji, that is definitely good. Even some writers, if I can name Faizan Mustafa the articles ਤੁਸੀਂ ਪੜ੍ਹ ਸਕਦੇ ਹੋ, ਸ਼ਸ਼ੀ ਥਰੂਰ's article you can read, C ਰਾਜਾ ਮੋਹਨ ਦੇ articles ਤੁਸੀਂ read ਕਰੋਗੇ, the introductions they are so nice ਕਿ ਤੁਹਾਨੂੰ ਫਿਰ ਕਿਊਰੀਓਸਿਟੀ ਪੈਦਾ ਹੋ ਜਾਂਦੀ ਹੈ ਕਿ ਅੱਗੇ ਕੀ ਆਏਗਾ ਇਸ ਆਰਟੀਕਲ ਦੇ ਵਿੱਚ। ਸੋ ਦੈਟ ਸੌਰਟ ਆਫ ਥਿੰਗ ਐਂਡ ਫਿਰ ਉਹ ਸਾਰਾ ਇਸ਼ੂ ਡਿਸਕਸ ਕਰਦੇ ਨੇ, ਸਲੋਲੀ ਦੇ ਬ੍ਰਿੰਗ ਟੂ ਦ ਸਬਜੈਕਟ ਐਂਡ ਫਿਰ ਵੇ ਫਾਰਵਰਡ ਐਂਡ ਸੋਲੂਸ਼ਨਸ ਦੇ ਨਾਲ ਐਂਡ ਕਰਦੇ ਨੇ। ਸੋ that is one way of writing answers also, essay also. ਆਨਸਰ ਸ਼ੀਟਸ ਆਰ ਨਾਟ ਬਲੈਂਕ ਜੀ। ਆਨਸਰ ਸ਼ੀਟਸ ਅਸੀਂ ਟੈਲੀਗ੍ਰਾਮ ਚੈਨਲ ਦੇ ਉੱਤੇ ਲੇਟੈਸਟ ਵੀ ਭੇਜੀਆਂ, ਤੁਹਾਡੇ WhatsApp ਗਰੁੱਪ ਦੇ ਉੱਤੇ ਵੀ ਭੇਜੀਆਂ ਨੇ ਮਿਸ਼ਰਾ ਜੀ। ਨੋ ਕੁਐਸਚਨ ਵਿਲ ਬੀ ਰਿਟਨ ਓਵਰ ਇਟ like UPSC. No, not till now. What should be the criteria for self-evaluation? I have already discussed that. ਦਿੱਤੇ ਗਏ ਫੁੱਲ ਟੈਸਟ ਤੋਂ ਇਲਾਵਾ ਵੀ ਡੇਲੀ ਕੁਝ ਆਨਸਰਸ ਇਵੈਲੂਏਟ ਕਰਵਾ ਸਕਦੇ ਆ। ਬਿਲਕੁਲ ਕਰਵਾ ਸਕਦੇ ਹੋ ਜੀ ਉਪਨੀਤ। ਆਈ ਹੈਵ ਆਲਰੇਡੀ ਟੋਲਡ ਦੈਟ ਤੁਸੀਂ ਜੇ ਆਨਸਰ ਭੇਜੋਗੇ ਇਨਸਟਰਕਸ਼ਨਸ ਦੀ ਪਾਲਣਾ ਕਰਦੇ ਹੋਏ, ਨਾਮ, ਫੋਨ ਨੰਬਰ, ਕਿਉਂਕਿ ਕੀ ਹੁੰਦਾ ਕਈ ਵਾਰ ਬਹੁਤ ਕੁਝ ਕਹਿਣ ਦਾ ਮਨ ਕਰ ਰਿਹਾ ਹੁੰਦਾ ਬੱਚੇ ਨੂੰ, ਫੋਨ ਨੰਬਰ ਨਹੀਂ ਹੁੰਦਾ, ਰੋਲ ਨੰਬਰ, ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤੇ ਤੁਸੀਂ ਆਨਸਰਸ ਆਪਣੇ ਕਰਵਾ ਸਕਦੇ ਹੋ। ਵੇਅਰ ਇਜ਼ ਦ ਬ੍ਰਾਂਚ ਇਨ ਲੁਧਿਆਣਾ? ਇਟ ਇਜ਼ ਇਨ ਮਾਡਲ ਟਾਊਨ ਐਕਸਟੈਂਸ਼ਨ ਡੀ ਬਲਾਕ। ਗੂਗਲ ਸਰਚ ਇਜ਼ ਗੋਇੰਗ ਟੂ ਟੈਲ ਯੂ। Any example how to smartly answer a question when I think एक questions repeat हो रहे ने? Inadequate knowledge, जयवीर, as I told you कि एक बेसिक तरीका की है, मेरे को कोई एग्जाम्पल नहीं है, मैं ਤੁਹਾਨੂੰ ਇੱਕ ਫੇਰ ਵੀ ਬੇਸਿਕ ਦੱਸ ਦਿੰਦਾ ਕਿ ਜਿਵੇਂ ਹੁਣ ਜੀਐਸ ਪੇਪਰ ਕਿਹੜਾ ਹੈ ਉਹਦੇ ਹਿਸਾਬ ਨਾਲ ਤੁਸੀਂ ਸਬਜੈਕਟ ਦਾ ਆਈਡੀਆ ਲਾਣੇ ਹੋ, ਫਿਰ ਤੁਸੀਂ ਉਸ ਸਿਲੇਬਸ ਦੇ ਵਿੱਚ ਉਸ ਸਬਜੈਕਟ ਦੇ ਰਿਲੇਟਡ ਕਿਹੜਾ ਟੌਪਿਕ ਲਿਖਿਆ ਹੋਇਆ ਤੁਸੀਂ ਆਈਡੀਆ ਲਗਾਣੇ ਹੋਗੇ, ਕੁਝ ਨਾ ਕੁਝ ਉਹਦੇ ਰਿਲੇਟਡ ਪੁੱਛ ਰਹੇ ਨੇ, ਹੈ ਨਾ। ਹੁਣ ਐਗਜ਼ਾਮਪਲ ਹੁੰਦੀ ਐਂਡ ਸੀਗੀ, ਕੁਝ ਐਗਜ਼ਾਮਪਲ ਸੀਗੀ ਟੈਸਟ ਦੇ ਵਿੱਚ, ਇੱਕ ਬੱਚੇ ਨੇ ਬਹੁਤ ਸਮਾਰਟਲੀ ਸੋਸਾਇਟੀ ਦੇ ਟੈਸਟ ਦੇ ਵਿੱਚ ਇਹੋ ਜਿਹੀ ਇੱਕ ਤਰਕੀਬ ਖੇਡੀ ਸੀ ਕਿ ਸ਼ਾਇਦ ਉਹਨੂੰ ਸਮਝ ਨਹੀਂ ਆਇਆ ਕੁਐਸਚਨ ਲਿਖਿਆ ਕੀ ਹੋਇਆ, ਬਟ ਉਹਨੇ ਇੱਕ ਤੁੱਕਾ ਜਿਹਾ ਮਾਰਿਆ ਐਂਡ ਦੈਟ ਵਾਸ ਸਮਵਟ ਰੈਲੇਵੈਂਟ, ਰਾਈਟ। ਆਈ ਹੈਵ ਦ ਸੋਸਾਇਟੀ, ਹਾਂ ਸੋਸਾਇਟੀ ਦਾ ਜਿਹੜਾ ਟੈਸਟ ਹੈ ਨਾ, ਸ਼ਾਇਦ ਇਟ ਵਾਸ ਦਿਸ ਕੁਐਸਚਨ। So the question was, in the era of social media, echo chambers are deepening the social cleavages of religion and caste in India. Right? Maybe ਉਸ ਆਨਸਰ ਤੋਂ ਮੈਨੂੰ ਲੱਗ ਰਿਹਾ ਸੀ ਪਰ ਉਹ ਸ਼ੱਕ ਪੱਕਾ ਨਹੀਂ ਹੋਇਆ ਕਿ ਉਸ ਬੱਚੇ ਨੂੰ ਐਕੋ ਚੈਂਬਰ ਸਮਝ ਨਹੀਂ ਆਇਆ ਕੀ ਹੈ, ਰਾਈਟ। ਬਟ ਉਹਨੂੰ ਬਾਕੀ ਚੀਜ਼ਾਂ ਸਮਝ ਆ ਗਈਆਂ ਕਿ ਇਨ ਐਰਾ ਆਫ ਸੋਸ਼ਲ ਮੀਡੀਆ ਐਕੋ ਚੈਂਬਰ ਸਮਥਿੰਗ ਆਰ ਡੀਪਨਿੰਗ ਦ ਸੋਸ਼ਲ ਕਲੀਵੇजेस, ਮਤਲਬ ਲੋਕਾਂ ਦੇ ਵਿੱਚ ਰਿਲੀਜਨ ਤੇ ਕਾਸਟ ਦੇ ਆਧਾਰ ਦੇ ਉੱਤੇ ਡਿਵੀਜ਼ਨਸ ਪੈਦਾ ਕਰ ਰਹੇ ਆ। ਉਹਨੇ ਫਿਰ ਕੁਝ ਬਣਾ ਲਈ ਗੱਲ, ਹੈ ਨਾ। ਐਕੋ ਚੈਂਬਰਸ ਕੀ ਹੁੰਦੇ ਆ ਕਿ ਐਲਗੋਰਿਦਮ ਜਿਹੜਾ ਉਹ ਜਿਹੜੀ ਚੀਜ਼ ਨੂੰ ਅਸੀਂ ਲਾਈਕ ਕਰਦੇ ਹਾਂ ਉਹੀ ਸਾਨੂੰ ਦਿਖਾਉਂਦਾ ਰਹਿੰਦਾ, ਸੇਮ ਚੀਜ਼ ਐਂਡ ਵੀ ਆਰ ਸਰਾਊਂਡਡ ਇਨ ਅ ਸ਼ੈਲ। ਜਿਵੇਂ ਇੱਕ ਚੂਹੇ ਦਾ ਪਿੰਜਰਾ ਹੁੰਦਾ ਹੈ, ਅਸੀਂ ਉਸੇ ਥਾਟ ਪ੍ਰੋਸੈਸ ਨੂੰ ਰੀਐਮਫਸਾਈਜ਼ ਕਰਦੇ ਰਹਿੰਦੇ ਹਾਂ। ਰਾਈਟ, ਸੋ ਦੈਟ ਇਜ਼ ਵਨ ਐਗਜ਼ਾਮਪਲ ਕਿ ਕਿੱਦਾਂ ਆਪਾਂ ਜਦੋਂ ਸਾਡੇ ਕੋਲ ਇਨਐਡੁਕੇਟ ਨੌਲੇਜ ਹੋਵੇ ਅਸੀਂ ਯੂਜ਼ ਕਰ ਸਕਦੇ ਹਾਂ। ਬਟ ਸੋਸਾਇਟੀ ਵਾਸਤੇ ਦਿਸ ਕੈਨ ਵਰਕ, ਇਕੋਨਮੀ, ਪੋਲਿਟੀ, ਇਨਵਾਇਰਮੈਂਟ, ਕੁਝ ਫੈਕਟਸ ਸਾਡੇ ਕੋਲ ਰੈਡੀ ਹੋਣੇ ਚਾਹੀਦੇ ਨੇ। ਬਲੂ ਔਰ ਬਲੈਕ ਪੈਨ, ਬਲੂ ਪੈਨ, ਰਾਈਟ। ਬਾਕੀ ਹਾਂ ਚਲੋ ਜੋਤਸ਼ੀ ਤੋਂ ਵੀ ਸਲਾਹ ਲੈ ਲਿਓ ਆਪਣੀ, ਲਾਲ ਹੀ ਨਾ ਕਹਿ ਦੇਵੇ ਉਹ। So if can we have discussion on the individual answers and test series? We are having discussion, we are sending audio notes, right? Sometimes it takes a lot of time. How do you call the student, है ना, ये possible नहीं हो पाएगा। हाँ ਅਸੀਂ audio notes बहुत ज़्यादा भेज रहे हैं। If there is any issue with the documents, does the commission allow us to sit in the exam? What kind of issue? Are the documents fake? I think they allow you in the exam, but then later on they are going to disqualify if there is some major
problem. So Harpreet is saying you're guiding us very well. I'm really fully on Launchpad team. Relying, relying ਜਿਹੜਾ ਉਹ ਰਹਿ ਗਿਆ ਚਲੋ that we are trying our best, but you also do your part. I don't want anyone to say that. Can give us weightage attempt exam in Punjabi medium. ਆਪਣੇ ਪੰਜਾਬੀ ਮੀਡੀਅਮ ਦੇ ਵਿੱਚ ਅਟੈਂਪਟ ਕਰਕੇ ਤੁਹਾਨੂੰ ਕੋਈ ਐਡੀਸ਼ਨਲ ਬੈਨੀਫਿਟ ਮਿਲੇਗਾ ਇਹੋ ਜੀ ਕੋਈ ਗੱਲ ਨਹੀਂ ਹੈ। ਸੋਸ਼ਲ ਜਸਟਿਸ ਕਿੰਨਾ ਪ੍ਰਪੇਅਰ ਕਰੀਏ, ਜਿਹੜੇ ਸਿਲੇਬਸ ਦੇ ਵਿੱਚ ਕੀਵਰਡਸ ਦਿੱਤੇ ਹੋਏ ਨੇ, ਲਾਈਨਸ ਦਿੱਤੀਆਂ ਹੋਈਆਂ ਨੇ, ਇੰਟਰਨੈਟ ਦੇ ਉੱਤੇ ਪਾਓ, ਉਹਦੇ ਬਾਰੇ ਕੋਈ ਵੀ 2-3 ਵੈਬਸਾਈਟਸ ਤੋਂ ਤੁਸੀਂ ਬੇਸਿਕਸ ਸਮਝ ਜਾਓਗੇ। ਉਸ ਤੋਂ ਬਾਅਦ ਕਰੰਟ ਇਸ਼ੂਜ਼ ਜਿਹੜੇ ਨੇ ਤੁਹਾਡੇ ਪ੍ਰਿਪੇਅਰਡ ਹੋਣਗੇ, ਵੈਲਫੇਅਰ ਸਕੀਮਸ, ਇਨੀਸ਼ੀਏਟਿਵ, ਸੈਂਟਰਲ ਗਵਰਨਮੈਂਟ, ਸਟੇਟ ਗਵਰਨਮੈਂਟ, ਤੇ ਤੁਸੀਂ ਅੱਛਾ ਆਨਸਰ ਕਰ ਪਾਓਗੇ। ओल्ड NCERT shared on the drive. Share old NCERT on the drive. ਅਰਜੁਨ ਦੇਵ। ਚਲੋ ਹੁਣ ਇਸ ਸੇਮ ਡਰਾਈਵ ਦੇ ਵਿੱਚ ਤੁਹਾਨੂੰ ਇੱਕ NCERT ਦਾ ਵੀ ਫੋਲਡਰ ਬਣ ਜਾਏਗਾ। ਸਰ ਐਸਏ ਤੇ GS ਡਿਫਰੈਂਟ ਲੈਂਗੁਏਜ ਵਿੱਚ ਲਿਖ ਸਕਦੇ ਹਾਂ। ਹਾਂਜੀ, ਐਸਏ ਦੀ ਤਾਂ ਇੰਸਟਰਕਸ਼ਨ ਦੇ ਵਿੱਚ ਹੀ ਲਿਖਿਆ ਹੁੰਦਾ ਵੀ ਤੁਸੀਂ ਪੰਜਾਬੀ ਦੇ ਵਿੱਚ ਲਿਖਣਾ ਹੈ, ਪੰਜਾਬੀ 'ਚ ਲਿਖੋ, ਇੰਗਲਿਸ਼ ਲਿਖਣਾ ਹੈ, ਇੰਗਲਿਸ਼ ਲਿਖੋ, ਚਾਹੇ ਤੁਹਾਡਾ ਮੀਡੀਅਮ ਆਫ ਐਗਜ਼ਾਮ ਕੁਝ ਵੀ ਹੈ। ਬਟ ਜਿਹੜੇ ਵੀ ਤੁਸੀਂ ਲੈਂਗੁਏਜ ਦੇ ਵਿੱਚ ਇੱਕ ਐਸੇ ਲਿਖੋਗੇ, ਉਸੇ ਲੈਂਗੁਏਜ ਸਾਰੇ ਐਸੇ ਲਿਖਿਓ। ਜਸਲੀਨ, ਯੋਰ ਕੁਐਸਚਨ ਆਈ ਥਿੰਕ ਆਈਵ ਆਨਸਰਡ, it's getting repeated. Where to stay during main schedule in Patiala? 100% in Patiala. You cannot travel, you will go mad. In hotels, rent the room or travel back to home. Travel back to home ta bilkul bhi nahi, unless until you are from Patiala, Nabha or surrounding areas. But that too, you should not be wasting much time. Most of the people, they stay in hotels in Patiala. ਐਂਡ ਉਹਦੀ ਪ੍ਰੀ ਬੁਕਿੰਗ ਕਰਵਾ ਲੈਣੀ ਚਾਹੀਦੀ ਹੈ, ਬਿਕੋਜ਼ ਉਸ ਟਾਈਮ ਦੇ ਉੱਤੇ ਕੰਫਰਟੇਬਲ ਹੋਟਲਸ ਜਿਹੜੇ ਨੇ ਉਹ ਪ੍ਰੀ ਬੁਕਡ ਹੋ ਜਾਂਦੇ ਨੇ। ਬਟ ਹਾਲੇ ਪਟਿਆਲਾ ਦਾ ਸ਼ਡਿਊਲ ਨਹੀਂ ਆਇਆ, ਰੁਕ ਜਾਓ, ਲੈਟ ਦ ਬ੍ਰਿਜ ਕਮ ਬਿਫੋਰ ਯੂ ਕ੍ਰਾਸ ਇਟ। ਮੈਂ ਵੀ ਗਵਰਨਮੈਂਟ ਜੌਬ ਤੇ ਹਾਂ ਤੇ ਟਾਈਮ ਬਹੁਤ ਘੱਟ ਹੁੰਦਾ ਹੈ, ਤਾਂ ਇਹੀ ਸੋਚ ਰਹੇ ਵੀ ਕਿੱਦਾਂ ਹੋ। ਸੋ ਦੇਖੋ, ਮੈਂ ਤਾਂ ਇਹ ਕਹਿਣਾ ਕਿ ਜਾਂ ਤਾਂ ਛੁੱਟੀ ਲੈ ਲਓ, ਫਰਲੂ ਮਾਰ ਲਓ, ਹੈ ਨਾ। ਡਿਪਾਰਟਮੈਂਟ ਆਪਣੇ ਸੀਨੀਅਰਸ ਨਾਲ ਗੱਲ ਕਰੋ ਕਿ ਪ੍ਰੀਲਿਮਸ ਕਲੀਅਰ ਹੋਇਆ ਇਸ ਟਾਈਮ ਦੇ ਉੱਤੇ, ਤਾਂ ਦੇ ਸ਼ੁੱਡ ਅੰਡਰਸਟੈਂਡ, ਬਿਕੋਜ਼ ਟਾਈਮ ਤਾਂ ਲੱਗਣਾ ਹੀ ਹੈ। ਯੂ ਵਿਲ ਹੈਵ ਟੂ ਵਰਕ ਹਾਰਡ ਐਂਡ ਗਿਵ ਟਾਈਮ ਟੂ ਥੀਸ ਥਿੰਗਸ। ਹਾਂਜੀ, ਡਾਕੂਮੈਂਟਸ ਵਗੈਰਾ ਅਪਲੋਡ ਕਰਨੇ ਹੈ, PPSC ਉਹ ਸਾਰਾ ਕੁਝ ਦੱਸ ਦੇਗੀ, ਨੋਟੀਫਾਈ ਕਰੇਗੀ ਜਦੋਂ ਡੇਟ ਸ਼ੀਟ ਆਏਗੀ, ਐਗਜ਼ਾਮਸ ਦੇ ਡੇਟਸ ਆਣਗੇ। NOC ਮਸਟ ਬੀ ਰਿਕੁਆਇਰਡ ਵੈਨ ਟੂ ਅਪਲਾਈ ਫॉर ਮੇਨ। ਹਾਂਜੀ, ਅਗੇਨ ਐਜ਼ ਆਈ ਗੇਵ ਦ ਆਂਸਰ ਕਿ UPSC change the criteria, they might change. प्री वर्कआउट लेके जाऊंगा मैं तो। ठीक है, प्री वर्कआउट ही लियो। देखो, प्री OBC certificate will be valid or not. Your OBC certificate, ask PPSC or visit your DC office. Can we send you any answer? Hanji, I have said that also. You can come offline for the tests. अजय नहीं हुई। अच्छा, स्क्रीन ओके। रिजल्ट लेके आना है, गुड। So language papers are of qualifying nature. नहीं जी नहीं, I'm answering the same things multiple times. Language paper qualifying नहीं है जी, UPSC ਦੇ ਵਿੱਚ ਹੁੰਦਾ ਹੈ। Which certificates are required for OBC reservation? देखो, ਤੁਹਾਡਾ presently valid certificate ਹੋਣਾ ਚਾਹੀਦਾ ਹੈ, right? That the SDM office, DC office has the right authority to attest that. ਐਸੇ ਲਈ ਬੇਸਿਕ ਪੁਆਇੰਟਸ ਰਿਟਨ ਮੇ ਸ਼ੇਅਰ ਕਰ ਦੇਣਾ। ਡਾਕੂਮੈਂਟਸ ਜਿਹੜੇ ਨੇ ਵੈਲਿਊ ਐਡਡ ਮਟੀਰੀਅਲ ਕਰਕੇ ਡਰਾਈਵ ਦੇ ਵਿੱਚ ਫੋਲਡਰ ਬਣ ਗਿਆ ਹੋਇਆ, ਉੱਥੇ ਸ਼ੇਅਰ ਹੋ ਰਹੇ ਨੇ, ਉੱਥੋਂ ਤੁਸੀਂ ਚੱਕੀ ਜਾਣੇ ਨੇ। ਆਲਰੇਡੀ ਇੰਟਰੋਡਕਸ਼ਨ ਐਂਡ ਕੰਕਲੂਜਨ ਆਈਡੀਆਜ਼ ਸ਼ੇਅਰ ਹੋਏ ਨੇ। ਵੀ ਆਰ ਗੋਇੰਗ ਟੂ ਸ਼ੇਅਰ ਮੈਨੀ ਸੱਚ ਥਿੰਗਸ। ਨਹੀਂ, ਯੂ ਡੋਂਟ ਹੈਵ ਰਫ ਪੇजेस। who should attempt essay in Punjabi? Whose daftari Punjabi and Punjabi vocabulary is very good, better than English? थोड़ा ਜਿਹਾ ट्राई करके देख लियो, ਤੁਹਾਨੂੰ ਪਤਾ ਲੱਗ ਜਾਏਗਾ। ਸਜੈਸ਼ਨਸ ਫॉर बैड हैंड राइटिंग, कीप द स्पेसिंग वेरी गुड। ਲਾਈਨਸ ਦੇ ਵਿੱਚ ਸਪੇਸ, ਲੈਟਰਸ ਦੇ ਵਿੱਚ ਸਪੇਸ should be very good, but ਨਿਸ਼ਾਂਤ ਆਨਸਰ ਦੇ ਵਿੱਚ ਕੁਝ ਲਿਖੋ ਵੀ। You're not writing
much in the answers. I remember your answer, मैं ਤੁਹਾਡਾ ਆਨਸਰ ਚੈੱਕ ਕੀਤਾ ਸੀ, ਉਹਦੇ ਵਿੱਚ ਕੋਈ ਕੰਟੈਂਟ ਪਾਣਾ ਵੀ ਪੈਣਾ ਹੈ ਸਾਨੂੰ। ਹੈਂਡ ਰਾਈਟਿੰਗ ਵਾਸ ਨਾਟ that big a problem. I have even worse हैंड राइटिंग, ਲੈਟਰ ਦੇ ਉੱਤੇ ਲੈਟਰ ਚਾੜ ਕੇ ਵੀ ਬੱਚਿਆਂ ਨੇ ਭੇਜੇ ਹੋਏ ਨੇ, ਹੈ ਨਾ, ਕੁਝ ਸਮਝ ਨਹੀਂ ਆਂਦਾ। ਤੁਹਾਡੀ ਹੈਂਡ ਰਾਈਟਿੰਗ ਵਾਸ ਨਾਟ that bad, ਪ੍ਰੈਕਟਿਸ ਕਰਦੇ ਰਹੋਗੇ ਅੱਛੀ ਹੋ ਜਾਏਗੀ। ਹੈਂਡ ਰਾਈਟਿੰਗ ਇੰਨਾ ਜ਼ਿਆਦਾ ਮਸਲਾ ਨਹੀਂ ਹੈ, ਬਟ ਇਹ ਮਾਈਂਡਸੈਟ ਕਿ ਆਪਣੇ ਪੇਪਰ ਦੇ ਐਸਥੈਟਿਕਸ ਨੂੰ, ਨੀਟਨੈਸ ਨੂੰ, ਕਲੀਨਲੀਨੈਸ ਨੂੰ ਸੀਰੀਅਸਲੀ ਨਹੀਂ ਲੈਣਾ, that is a problem। ਐਂਡ ਕੁਝ ਬੱਚੇ ਤਾਂ ਕਲੀਅਰਲੀ ਇਸ ਮਾਈਂਡਸੈਟ ਨਾਲ ਪੇਪਰ ਲਿਖਦੇ ਵੀ ਛੱਡ ਪਰਾਂ, ਸੋ ਵਾਟ, है ना, ਉਹ ਵਾਲਾ ਐਟੀਟਿਊਡ ਨਹੀਂ ਦਿਖਣਾ ਚਾਹੀਦਾ ਆਨਸਰ ਦੇ ਵਿੱਚ। हैंड राइटिंग ਇੰਨਾ ਵੱਡਾ ਮਸਲਾ ਨਹੀਂ ਹੈ। ਥੈਂਕ ਯੂ ਮੋਨਿਕਾ। ਇਫ ਸਟੂਡੈਂਟਸ ਅੰਡਰ ਰਿਜ਼ਰਵ ਕੈਟਾਗਰੀ ਅਨਰਿਜ਼ਰਵ ਕਟ ਆਫ ਕਲੀਅਰ ਕਰਦੇ ਆ ਤੇ ਉਹ ਕਿਸ ਕੈਟਾਗਰੀ ਦੇ ਵਿੱਚ ਕਾਊਂਟ ਹੋਏਗਾ? ਅਨਰਿਜ਼ਰਵਡ ਦੇ ਵਿੱਚ ਹੋ ਜਾਏਗਾ ਜੀ। ਲੈਟ, ਹਾਲੇ ਤਾਂ ਮੇਨਸ ਐਂਡ ਇੰਟਰਵਿਊ ਵੀ ਪਿਆ ਨਾ, ਹਾਲੇ ਤਾਂ ਪ੍ਰੀਲਿਮਸ ਦੀ ਗੱਲ ਕਰ ਰਹੇ ਹੋਗੇ ਤੁਸੀਂ। ਤੁਹਾਨੂੰ ਕੈਟਾਗਰੀ ਬੈਨੀਫਿਟ ਮਿਲੇਗਾ ਚਾਹੇ ਤੁਹਾਡੇ ਜਨਰਲ ਤੋਂ ਜ਼ਿਆਦਾ ਮਾਰਕਸ ਵੀ ਨੇ, it still stays with you। could you please tell her category ਤੇ ਕਿੰਨੇ ਕਿੰਨੇ ਸਟੂਡੈਂਟਸ ਬੁਲਾਏ ਆ ਮੇਨਸ ਵਾਸਤੇ? and I am not in a position to tell that, and I don't think we should be counting that, just let's just give our best। ਨਵਾਂ ਨਵਾਂ ਆਨਸਰ ਜਿਹੜਾ ਉਹ ਨਵੇਂ ਪੇਜ ਤੇ ਹੀ ਸਟਾਰਟ ਹੋਣਾ ਚਾਹੀਦਾ ਹੈ। ਆਨਸਰ ਪੇਜ ਅਗਰ ਐਕਸਟੈਂਡ ਕਰ ਗਏ ਤੇ ਨਵਾਂ ਕੁਐਸਚਨ ਨਿਊ ਪੇਜ ਤੇ, ਆਈ ਐਮ ਟੈਲਿੰਗ ਯੂ ਰਾਈਟ, ਕਿ ਤੁਹਾਡਾ ਆਨਸਰ ਪੇਜ ਨਹੀਂ ਐਕਸਟੈਂਡ ਕਰਨਾ ਚਾਹੀਦਾ। ਦੈਟ ਇਜ਼ ਅ ਵੈਰੀ ਬਿਗ ਮਿਸਟੇਕ, ਬਹੁਤ ਸਾਰੇ ਬੱਚੇ ਕਰਦੇ ਨੇ, ਖਾਸ ਕਰ ਯੂਪੀਐਸਸੀ ਦੇ ਵਿੱਚ। ਉਹਨਾਂ ਦਾ ਪੇਪਰ ਪੂਰਾ ਨਹੀਂ ਹੁੰਦਾ, ਬਹੁਤ ਜ਼ਿਆਦਾ ਲਿਖ ਕੇ ਤੁਹਾਨੂੰ ਬਹੁਤ ਜ਼ਿਆਦਾ ਮਾਰਕਸ ਨਹੀਂ ਮਿਲਣੇ। ਤੁਹਾਡੇ ਆਈਡੀਆਜ਼ ਅੱਛੇ ਹੋਣੇ ਚਾਹੀਦੇ ਨੇ। ਇਨਫੈਕਟ ਜਦੋਂ ਤੁਸੀਂ ਘੱਟ ਸ਼ਬਦਾਂ ਦੇ ਵਿੱਚ ਜ਼ਿਆਦਾ ਆਈਡੀਆਜ਼ ਨਹੀਂ ਪ੍ਰੈਜ਼ੈਂਟ ਕਰ ਪਾਉਂਦੇ, ਦੈਟ ਇਜ਼ ਕੰਸੀਡਰਡ ਐਜ਼ ਅ ਵੀਕਨੈਸ। ਜਦੋਂ ਤੁਹਾਡੀ ਇੰਟਰੋਡਕਸ਼ਨ ਬਹੁਤ ਲੰਬੀਆਂ ਹੁੰਦੀਆਂ ਨੇ, ਕਨਕਲੂਜਨਸ ਬਹੁਤ ਲੰਬੇ ਹੁੰਦੇ ਨੇ, ਦੈਟ ਇਜ਼ ਨਾਟ ਗੁੱਡ। So you have read Hindu and Indian Express editorials of last 1 year. Will it help me or not? 100% it will help you. ਤੁਹਾਡੀ answer writing is going to be much better than anybody who's not read। Sorry all of you ਜਿਨ੍ਹਾਂ ਨੇ ਨਹੀਂ ਰੀਡ ਕੀਤੇ newspapers, but ਹੁਣ ਨਾ ਪੜਨ ਲੱਗ ਜਿਓ, ਪਿੱਛੇ ਜੇ ਪੜੇ ਹੋਏ ਨੇ, that is fine। One essay 800 words, ਘੰਟਾ। 3 ऐसे लिखने हैं ना, 3 घंटे ने, 15 मिनट प्लानिंग करो। First 15 minutes plan the first essay, second 15 minutes plan the second essay, third 15 minutes plan the third essay, then start writing। ਇਹ ਸਾਰੀਆਂ ਗੱਲਾਂ ਮੈਂ YouTube ਦੇ ਉੱਤੇ ਵੀ ਕਰ ਚੁੱਕਿਆ। ਬਹੁਤ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ YouTube ਵਾਲੀ ਜੇ ਤੁਸੀਂ ਦੇਖੋਗੇ ਨਾ ਵੀਡੀਓਜ਼ ਐਂਡ ਸ਼ਾਰਟਸ, ਤੁਹਾਡੇ ਬਹੁਤ ਸਾਰੇ ਡਾਊਟਸ ਕਲੀਅਰ ਹੋ ਜਾਣਗੇ। करंट अफेयर्स कवर अप टू Feb 26 लास्ट, क्यों? आई डोंट थिंक सो इदा करना चाहिए, बिकॉज लेट्स से टैरिफ वॉर पिछले साल तो न्यूज़ ਦੇ ਵਿੱਚ ਹੈ, ਉਹਦੇ ਉੱਤੇ ਹੁਣ ਵੀ ਆਰਟੀਕਲ ਆ ਜਾਂਦਾ ਹੈ। ਇਟ ਇਜ਼ ਗੋਇੰਗ ਟੂ ਹੈਲਪ ਆਰ ਆਨਸਰ ਰਾਈਟਿੰਗ। ਦਿਸ ਇਜ਼ ਨਾਟ ਕਿ ਫੈਕਟਸ ਯਾਦ ਕਰਨੇ ਆ ਨਾ ਆਪਾਂ ਨਿਊਜ਼ਪੇਪਰ ਤੋਂ। ਅਰਬਨਾਈਜੇਸ਼ਨ ਦੇ ਉੱਤੇ ਕੋਈ ਆਰਟੀਕਲ ਅੱਜ ਆਇਆ ਹੋਇਆ ਦ ਹਿੰਦੂ ਦੇ ਵਿੱਚ, ਡੇਲੀ ਮਾਰਨਿੰਗ ਆਪਾਂ ਇੰਡੀਅਨ ਐਕਸਪ੍ਰੈਸ ਪਲੱਸ ਦ ਹਿੰਦੂ ਡਿਸਕਸ ਵੀ ਕਰਦੇ ਹਾਂ, ਉਹਦੀ ਪੀਡੀਐਫ ਵੀ ਸ਼ੇਅਰ ਕਰਦੇ ਹਾਂ। ਹਾਊ ਸੋ ਐਵਰ ਹੁਣ ਮੈਂ ਨਹੀਂ ਰეკਮੈਂਡ ਕਰਾਂਗਾ ਕਿ ਹੁਣ ਲਗਾਉਣ ਲੱਗ ਜਾਓ ਤੁਸੀਂ। राइट। हाँ जी, आई ज्वाइन लेट, मेजर टेक अवे और रिकॉर्डिंग विल बी अवेलेबल। राइट, ये भी पूछ के श्वेता चली गई है। नहीं, श्वेता इज देयर। हाँ, विल सी, रिकॉर्डिंग विल बी अवेलेबल। आई डोंट नो हो रही है कि नहीं हो रही है, आई एम नॉट वेरी श्योर। आर्ट एंड कल्चर एंड वर्ल्ड हिस्ट्री इज ऑफ मच वेटेज टू बी रेड इन डेप्थ। प्लीज रेफर टू द प्रीवियस ईयर क्वेश्चंस। मैं ਤੁਹਾਨੂੰ ਦੱਸਤਾ ਦਵਾਂਗਾ, ਡੈਪਥ ਦੇ ਵਿੱਚ ਤਾਂ ਪੜ੍ਹਨੇ ਹੀ ਪੈਣੇ ਜਿਹੋ ਜਿਹੇ ਕੁਐਸਚਨਸ ਆ ਰਹੇ ਆਰਟ ਐਂਡ ਕਲਚਰ ਦੇ। ਹੁਣ ਜੇ ਉਹ ਚੋਲਾਸ ਪੱਲਵਾਸ ਦੇ ਉੱਤੇ ਤੇ ਉਹਨਾਂ ਦੇ ਟੈਂਪਲ ਆਰਕੀਟੈਕਚਰ ਦੇ ਉੱਤੇ ਤੁਹਾਨੂੰ ਕੁਐਸਚਨ ਪੁੱਛ ਲੈਣਗੇ ਤੇ ਤੁਸੀਂ ਫਿਰ ਡੈਪਥ ਦੇ ਵਿੱਚ ਕਿੱਦਾਂ ਨਹੀਂ ਪੜੋਗੇ ਨਾ। ਸੋ ਪੜ੍ਹਨੇ ਤਾਂ ਪੈਣੀ ਹੈ। ਵਰਲਡ ਹਿਸਟਰੀ ਤੋਂ ਇੱਕ ਕੁਐਸਚਨ ਆ ਜਾਂਦਾ ਹੈ ਇੱਕ ਸਾਲ ਛੱਡ ਕੇ, ਬਟ ਉਸ ਸਾਲ ਜੇ ਉਹ ਵਾਲਾ ਕੁਐਸਚਨ ਅਸੀਂ ਨਹੀਂ ਅਟੈਂਪਟ ਕਰ ਪਾਵਾਂਗੇ ਦੈਨ 15 20 ਮਾਰਕਸ ਦਾ ਨੁਕਸਾਨ ਇਜ਼ ਨਾਟ ਗੋਇੰਗ ਟੂ ਬੀ ਟੋਲਰੇਬਲ। ਸਰ ਯੂ ਵਿਲ ਬੀ ਫ੍ਰੀ ਬਾय ਵੈਨ? आई थिंक 10 मिनट्स। ये मैसेज मेरे घरों ही आया सी। आर्ट एंड कल्चर एंड वर्ल्ड हिस्ट्री इज ऑफ मच वेटेज टू बी रेड इन। ओके, प्री के लिए एनओसी लिया था डिपार्टमेंट से, मेंस के लिए दोबारा एनओसी लेना होगा। सो पीपीएससी इज गोइंग टू एड्रेस एवरीथिंग। आप इंस्ट्रक्शंस आने की वेट करते हो तक आंसर लिखते हैं ना। ਮੈਨੂੰ ਲੱਗਦਾ ਨਹੀਂ ਲੈਣਾ ਪਏਗਾ, ਬਿਕੋਜ਼ ਸੇਮ ਨੋਟੀਫਿਕੇਸ਼ਨ ਦਾ ਹੀ ਐਗਜ਼ਾਮ ਚੱਲ ਰਿਹਾ ਹੈ।
This session was really interactive and helpful. Kudos to Launchpad. Thank you so much. Shall I share with you which certificate I got? If you can check once, 100%, you can share with me since you are coming to the reading room. How many candidates called for interview per vacancy? 3 times, 3 to 5 times, डिपेंडिंग ऑन द कोर्ट केसेस एज वेल. सर मेंस के लिए दोबारा एनओसी लेना होगा? नहीं जी, सारा पेपर लिखना होता है जी. हाँ जी, हाँ, ये तो बहुत ही जरूरी चीज है. राइट, सचिन पाठक तो पूछ लियो, ही विल टेल यू कि सारा पेपर लिखना होता है कि कुछ अच्छे आंसर लेके आने होंगे हैं. इन यूपीएससी दिस इज व्हाट हैपन्स. बहुत सारे बच्चे की लिखते करते ने यूपीएससी ਦੇ ਵਿੱਚ ਉਹਨਾਂ ਦਾ ਪੇਪਰ ਪੂਰਾ ਨਹੀਂ ਹੁੰਦਾ ਬਿਕੋਜ਼ ਆਫ ਪਰਫੈਕਸ਼ਨ. ਪਰਫੈਕਟ ਆਨਸਰ ਲਿਖ ਕੇ ਫਿਰ ਅੱਗੇ ਵਧਾਂਗੇ. ਤੇ ਜਿਹੜੇ ਬੱਚੇ ਕਲੀਅਰ ਕਰ ਰਹੇ ਨੇ ਯੂਪੀਐਸਸੀ ਜਾਂ ਪੀਸੀਐਸ, ਉਹ ਕਹਿ ਰਹੇ ਨੇ ਦੈਟ ਅਸੀਂ ਥੋੜਾ ਜਿਹਾ ਕੁਆਲਿਟੀ ਨਾਲ ਕੰਪਰੋਮਾਈਜ਼ ਕਰ ਲਿੱਤਾ ਬਿਕੋਜ਼ ਪੇਪਰ ਪੂਰਾ ਹੋਣਾ ਬਹੁਤ ਜ਼ਰੂਰੀ ਹੈ. ਰਾਈਟ, ਟੌਪਰਸ ਆਨਸਰ ਸ਼ੀਟ ਆਈ ਹੈਵ ਸੈਂਟ ਮੈਸੇजेस ਟੂ them. ਉਹ ਕਹਿੰਦੇ ਅਸੀਂ ਲਿੱਤਾ ਹੀ ਨਹੀਂ, ਉਹ ਇੰਨੇ ਕੌਨਫੀਡੈਂਸ 'ਚ ਘੁੰਮ ਰਹੇ ਸੀ, ਉਹਨਾਂ ਨੇ ਲਿੱਤੇ ਹੀ ਨਹੀਂ ਹੋਏ. ਸੋ ਆਈ ਹੈਵ ਜਸਟ ਟੋਲਡ ਐਂਡ ਹੁਣੇ 5 ਮਿੰਟ ਪਹਿਲੇ ਬਿਫੋਰ ਦ ਸੈਸ਼ਨ ਸਟਾਰਟਡ ਦੇ ਸੈਡ ਦੈਟ ਦੇ ਆਰ ਗੋਇੰਗ ਟੂ get it from PPSC. Good evening, sir. Good evening, Dr. Parveen. Jasleen Rana's questions have been answered in the chat section. Current affairs ਲਈ vision कर लो जी, बिल्कुल कर लो. ऐसे बाद में लिखना है या क्वेश्चन आंसर के साथ साथ? नहीं, ऐसे तो हुणे मैं तो वेट ही एसेज दी कर रहे हैं, waiting for the essays. I think all these questions ਜਿਹੜੇ Q&A ਦੇ ਵਿੱਚ ਨੇ we have answered in the chat section as well. Or to follow up Punjab related stuff like history, geography addressed. ਸੋ ਅਗਰ ਕੋਈ ਕੁਐਸਚਨ ਤੁਹਾਡਾ ਰਹਿ ਗਿਆ ਜੀ, ਫਾਈਨਲੀ ਦੇਖੋ ਪ੍ਰੋਸੈਸ ਪ੍ਰੋਸੀਜਰ, ਕਿੰਨੇ ਬੱਚੇ ਆਣਗੇ, ਸਾਰਾ ਕੁਝ ਭੁੱਲ ਜਾਓ. ਤੁਹਾਡੇ ਹੱਥ ਦੇ ਵਿੱਚ ਜਿਹੜਾ ਕੰਟਰੋਲੇਬਲ ਫੈਕਟਰ ਹੈ that is only one, which is write very good answers, gather as much ideas and content as possible, have a strategy ਕਿ ਜਿੱਥੇ ਸਾਡੇ ਕੋਲ ਆਈਡੀਆ ਤੇ ਕੰਟੈਂਟ ਤੇ ਨੌਲੇਜ ਨਹੀਂ ਹੈ ਉੱਥੇ ਆਪਾਂ ਕਿੱਦਾਂ ਆਨਸਰ ਲਿਖਣਾ ਹੈ. ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ, ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰੋ, ਗਿਵ ਯੋਰ ਬੈਸਟ, ਦੈਟਸ ਇਟ. ਇਹ ਸਾਰੀ ਮੇਰੀ ਨਜ਼ਰ ਦੇ ਵਿੱਚ ਜਿਹੜੀ ਆਪਾਂ ਸਟ੍ਰੈਟਜੀ ਬਣਾਉਂਦੇ ਆ ਨਾ, ਕਿ ਇਸ ਕਟ ਆਫ ਦੇ ਐਕਸਲ ਸ਼ੀਟਸ ਵੀ ਬਣਾ ਲੈਣੇ ਆ ਕਈ ਵਾਰ, ਇਸ ਕੈਟਾਗਰੀ ਦੀ ਕਿੰਨੀ ਕਟ ਆਫ ਪਿਛਲੀ ਵਾਰ ਰਹੀ ਸੀ, ਇਸ ਵਾਰ ਕਿੰਨੀ ਰਹੇਗੀ, ਦੇ ਡੋਂਟ ਹੈਲਪ. ਵੀ ਸਮਟਾਈਮਸ ਆਰ वेस्टिंग आवर टाइम ओनली. हाँ जी, आरटीए से टॉपर की आंसर शीट मिल जाएगी. अच्छा, टॉपर ਨੂੰ मैं कहता टॉपर ही ले लेगा. So we'll share that also with you, right? I can recall toppers answers. मैं बहुत सारे आंसर्स चेक कीते सी before last PCS also. Many of you are writing good answers and this is exactly what you are supposed to do. Anyway, I'll get those answer sheets also and get those shared with you as and when they provide us. Otherwise ਤੁਸੀਂ ਆਪਣੇ ਆਨਸਰਸ ਬੇਫਿਕਰ ਹੋ ਕੇ ਚੈੱਕ ਕਰਵਾ ਸਕਦੇ ਹੋ. Right? I think that is all for today's session. Drive ਤੁਹਾਨੂੰ ਦਿਖਾ ਦਿੱਤੀ ਹੈ. Now we are here for answer writing evaluation. ਬਾਕੀ ਕੋਈ ਹੁਣ ਤੁਹਾਨੂੰ ਚੀਜ਼ ਦੀ ਲੋੜ ਵੀ ਨਹੀਂ ਹੈ. I told you offline coaching and all these things they are not going to help you now. Wastage of time ਹੋਏਗੀ. ਸੋ ਬਹੁਤ ਸਿਲੈਕਟਿਵ ਰੀਡ ਕਰੋ, ਅੱਛਾ ਰੀਡ ਕਰੋ ਐਂਡ ਆਨਸਰਸ ਇਵੈਲੂਏਟ ਕਰਵਾਓ ਫ੍ਰੀ ਦੇ ਵਿੱਚ. ਵੀ ਆਰ ਆਲਵੇਜ਼ ਅਵੇਲੇਬਲ. ਜਿੱਥੇ ਸਾਨੂੰ ਲੱਗੇਗਾ ਕਿ ਕੁਆਲਿਟੀ ਕੰਪਰੋਮਾਈਜ਼ ਹੋ ਰਹੀ ਹੈ, ਅਸੀਂ ਉੱਥੇ ਲਿਮਿਟ ਲਗਾ ਦੇਵਾਂਗੇ, ਨਵੇਂ ਬੱਚਿਆਂ ਨੂੰ ਐਂਟਰ ਕਰਵਾਉਣਾ ਬੰਦ ਕਰ ਦੇਵਾਂਗੇ. ਯੂ ਕੈਨ ਆਲਸੋ ਗਿਵ ਯੋਰ ਫਰੈਂਡਸ ਅਗਰ ਉਹ ਇਸ ਇਨੀਸ਼ੀਏਟਿਵ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਬਿਕੋਜ਼ ਵੀ ਆਰ ਇਨ ਦਿਸ ਡਿਸਕਸ਼ਨ ਦੈਟ ਵੀ ਆਰ ਗੋਇੰਗ ਟੂ ਸ਼ਟ ਦਿਸ ਆਫ ਫॉर ਐਨੀ ਨਿਊ ਐਂਟਰੈਂਟਸ. ਸੋ ਤੁਸੀਂ ਇੱਕ ਵਾਰ ਲਾਸਟ ਮੈਸੇਜ ਦੇ ਦਿਓ, ਉਸ ਤੋਂ ਬਾਅਦ ਫਿਰ ਅਸੀਂ ਨਹੀਂ ਐਂਟਰ ਕਰਾਂਗੇ. ਬਟ ਹੁਣ ਤੱਕ ਸਾਰਾ ਕੁਝ ਬਹੁਤ ਕੰਟਰੋਲ ਦੇ ਵਿੱਚ ਹੈ. ਵੀ ਹੈਵ ਅ ਗੁੱਡ ਟੀਮ ਆਫ ਟੀਚਰਸ ਐਂਡ ਸਾਨੂੰ ਜ਼ਿਆਦਾ ਟਰਬਲ ਹੋ ਨਹੀਂ ਰਹੀ ਆਨਸਰ ਤੇ ਟੈਸਟ ਚੈੱਕ ਕਰਨ ਦੇ ਵਿੱਚ. ਹੁਣ ਹੋਏਗੀ ਵੀ ਤੇ ਫਿਰ ਆਪਾਂ ਛੁੱਟੀਆਂ ਲੈ ਕੇ ਬਹਿ ਜਾਾਂਗੇ, ਆਨਸਰ ਹੀ ਚੈੱਕ ਕਰਾਂਗੇ, ਬਾਕੀ ਸਾਰਾ ਕੁਝ ਛੱਡ ਕੇ, ਪਰ ਆਨਸਰ ਜ਼ਰੂਰ ਚੈੱਕ ਕਰਾਂਗੇ. ਠੀਕ ਗੱਲ ਹੈ ਜੀ. ਐਂਡ ਆਲਵੇਜ਼ ਮੈਂਸ਼ਨ ਯੋਰ WhatsApp ਨੰਬਰ so that we can come in touch with each other. Alright, so that is all the very best. ਕੋਈ ਵੀ ਹੋਰ ਲੋਡ ਹੋਏਗੀ ਆਪਾਂ we are going to be in constant touch. Right, you are messenger for God for PCA students right now. ਇੱਥੇ ਤੱਕ ਤਾਂ ਠੀਕ ਸੀ. ਜਿਹੜਾ ਬ੍ਰੈਕਟ ਦੇ ਵਿੱਚ ਤੁਸੀਂ not ਰਾਮ ਰਹੀਮ ਲਿਖਿਆ ਹੈ, ਪਰ ਚਲੋ ਐਨੀਵੇ ਹੁਣ ਕੁਝ ਕਹਿ ਵੀ ਨਹੀਂ ਸਕਦੇ. ऑनलाइन चीज़ें खतरनाक ने. मेल रिवर्ट में टाइम लग रहा है. लास्ट 10 जैन को लिखा था. आई टुडे आस्ट कि किसी का कोई आंसर जो है वो 2-3 दिन तो ज़्यादा डिले तो नहीं है. अच्छा, आज भेजा है आपने
Don't worry. Oh, it goes to see teachers are traveling. Try to imagine. Abhinav sir was today in Chandigarh. Vijay sir Patiala. I was in Ludhiana. है ना? So team back end team ਜਿਹੜੀ ਉਹ answers ਪਹੁੰਚਾਉਂਦੀ ਹੈ and we evaluate that, we give it back. It will come. Still, it is going back in maximum 2 days. Right? ਇੱਕ ਦੋ ਦਿਨਾਂ ਦਾ delay ਹੁੰਦਾ ਹੈ. You just write the next answer and send that also. Don't worry. ਤੁਹਾਡਾ answer ਆ ਜਾਏਗਾ. ਅਗਲਾ ਤੁਸੀਂ ਅਗਲਾ ਭੇਜੋ. Right, Ji? All right. So, all the very best. And you people are going to clear this Punjab Civil Services mains. And ਉਹ ਵੀ ਇੰਨੇ ਅੱਛੇ ਸਕੋਰਸ ਨਾਲ ਤੁਹਾਡਾ ਇਹ ਐਗਜ਼ਾਮ ਜਿਹੜਾ ਹੈ ਮੇਨਸ ਕਲੀਅਰ ਹੋਣ ਵਾਲਾ ਹੈ ਕਿ ਇੰਟਰਵਿਊ ਦੇ ਵਿੱਚ ਥੋੜੀ 19 21 ਘਟ ਵੀ ਗਈ ਤੇ ਉਹਦੀ ਵੀ ਕਮੀ ਪੇਸ਼ੀ ਆਪਾਂ ਮੇਨਸ ਦੇ ਵਿੱਚ ਹੀ ਪੂਰੀ ਕਰ ਲੈਣੀ ਰਾਈਟ ਸੋ ਆਲ ਦ ਵੈਰੀ ਬੈਸਟ ਵੀ ਆਰ ਆਲਵੇਜ਼ ਹੇਅਰ ਫॉर ਯੂ students can write subject on the top of the sheet as well 100% some students are writing ਬਾਕੀ ਹੁਣ ਟੀਮ ਨੂੰ ਵੀ ਆਦਤ ਪੈ ਗਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਆ ਕਿਹੜੇ ਟੀਚਰ ਨੂੰ ਦੇਣਾ ਹੈ ਬੱਚੇ ਟੀਚਰ ਦਾ ਨਾਮ ਲਿਖ ਕੇ ਭੇਜ ਰਹੇ ਨੇ ਰਾਈਟ ਜਿਹੜੇ ਟੀਚਰ ਨੇ ਕੁਐਸਚਨ ਦਿੱਤਾ ਉਹਦਾ ਨਾਮ ਲਿਖ ਕੇ ਸਬਜੈਕਟ ਲਿਖ ਕੇ ਭੇਜ ਰਹੇ ਨੇ ਅਦਰਵਾਈਜ਼ ਵੀ ਆਲਸੋ ਰੀਡਾਇਰੈਕਟ ਅਗਰ ਗਲਤ ਵੀ ਆ ਜਾਂਦਾ ਯੂ ਕੈਨ ਡੂ ਦੈਟ ਆਲਸੋ ਬਟ ਰਾਈਟ ਅ ਲੋਟ ਆਫ ਕੁਐਸਚਨਸ ਆਈ ਐਮ ਟੈਲਿੰਗ ਯੂ 90% ਆਫ ਦ ਸਟੂਡੈਂਟਸ ਜਿਹੜੇ ਮੇਨਸ ਨਹੀਂ ਕਲੀਅਰ ਕਰ ਪਾਉਂਦੇ 90% ਦਾ ਕਾਰਨ ਇਹ ਹੁੰਦਾ ਉਹਨਾਂ ਨੇ ਇਨਫ ਆਨਸਰ ਰਾਈਟਿੰਗ ਪ੍ਰੈਕਟਿਸ ਨਹੀਂ ਕੀਤੀ ਸੀ ਨਹੀਂ ਆਨਸਰ ਤੁਸੀਂ ਈਮੇਲ ਕਰੋਗੇ ਆਨਸਰ ਇਵੈਲੂਏਟ ਹੋ ਕੇ ਜਿਹੜੀ ਸ਼ੀਟ ਹੈ ਉਹ ਵੀ ਵਾਪਸ ਈਮੇਲ ਹੋਏਗੀ ਬਟ ਸਮਟਾਈਮਸ ਇਫ ਵੀ ਵਾਂਟ ਟੂ ਸੇ ਸਮਥਿੰਗ ਟੂ ਦ ਸਟੂਡੈਂਟਸ ਅਸੀਂ ਉਹ ਆਡੀਓ ਨੋਟਸ ਦੇ ਉੱਤੇ ਭੇਜ ਰਹੇ ਹਾਂ ਰਾਈਟ ਔਨ ਡੇਲੀ ਬੇਸਿਸ ਮੈਂ 10-12 ਬੱਚਿਆਂ ਨਾਲ ਤਾਂ WhatsApp ਦੇ ਉੱਤੇ ਟੱਚ ਦੇ ਵਿੱਚ ਆ ਹੀ ਰਿਹਾ ਨਿਊ ਸਟੂਡੈਂਟਸ ਰਾਈਟ ਸੋ ਵੀ ਆਰ ਸੈਂਡਿੰਗ ਦੈਟ ਔਨ ਆਡੀਓ ਨੋਟਸ ਠੀਕ ਗੱਲ ਹੈ ਜੀ ਬਾਕੀ ਜਦੋਂ ਐਂਡ ਦੇ ਵਿੱਚ ਫਿਰ ਐਂਗਜ਼ਾਈਟੀ ਹੋਏਗੀ ਉਦੋਂ ਦੁਬਾਰਾ ਆਪਾਂ ਮੇਨਸ ਤੋਂ ਪਹਿਲੇ ਇੱਕ ਵਾਰ ਇਹੋ ਜੀ ਮੀਟਿੰਗ ਕਰ ਲਾਂਗੇ ਰਾਈਟ ਆਲਰਾਈਟ ਥੈਂਕ ਯੂ ਸੋ ਮਚ ਰਾਮ ਜੀ ਸਤਿ ਸ੍ਰੀ ਅਕਾਲ ਐਂਡ ਸੀ ਯੂ on the other side of the mains hopefully preparing for interview bye